ਅੱਜ ਆਪਾਂ 309 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। 309 ਜਿਹੜੀ ਗੌੜੀ ਰਾਗ ਦੇ ਵਿੱਚ ਚੌਥੀ ਪਾਤਸ਼ਾਹੀ ਦੀ ਵਾਰ, ਉਹਦੀ ਆਪਾਂ 16ਵੀਂ ਪੌੜੀ ਲੈਣੀ ਆ। ਉਸ ਤੋਂ ਪਹਿਲਾਂ ਸ਼ਲੋਕ, ਇਹ ਐਸੀ ਕਮਾਲ ਦੀ ਵਾਰ ਹੈ, ਇਹਦੇ ਵਿੱਚ ਸ਼ਲੋਕ ਵੀ ਚੌਥੀ ਪਾਤਸ਼ਾਹੀ ਦੇ ਹੀ ਲੱਗੇ ਹੋਏ ਆ ਅਤੇ ਪੌੜੀਆਂ ਤਾਂ ਹੈ ਹੀ ਚੌਥੀ ਪਾਤਸ਼ਾਹੀ ਦੀਆਂ। ਸ਼ਲੋਕ ਮਹੱਲਾ ਚੌਥਾ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮੈਂ ਹੋਇਆ। ਇਹ ਜਿਹੜੀ ਹੈਗੀ ਆ, ਦੇਖੋ ਇਸ ਤੋਂ ਪਹਿਲਾਂ ਜਿਹੜੀ ਪੌੜੀ ਸੀਗੀ ਉਹਦੇ ਵਿੱਚ ਵੀ ਮਹਾਰਾਜ ਨੇ ਦੱਸਿਆ ਸੀਗਾ ਬਈ ਜਿਨੀ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਈਰਖਾ ਕਰਦਾ ਤੇ ਈਰਖਾ ਹੈ ਤੇ ਨਿੰਦਾ ਹੋ ਜਾਏਗੀ। ਫਿਰ ਕਹਿੰਦੇ ਉਹਦਾ ਭਲਾ ਨਹੀਂ ਹੋ ਸਕਦਾ ਪਾਏ। ਔਖਦ ਸਭੇ ਕੀਤੀਆਂ ਨਿੰਦਕ ਕਾ ਦਾਰੂ ਨਾ ਹੈ। ਇਹ ਬਹੁਤ ਜਿਹੜਾ ਹੈਗਾ ਆਪਾਂ ਨੂੰ ਸੰਭਲ ਕੇ ਚੱਲਣਾ ਪੈਂਦਾ ਹੈ ਭਾਈ। ਇੱਥੇ ਵੀ ਮਹਾਰਾਜ ਇਹੀ ਗੱਲ ਦੱਸ ਰਹੇ ਆ। ਅਤੇ ਤੀਸਰੀ ਪਾਤਸ਼ਾਹੀ ਕਹਿੰਦੀ ਆ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ। ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਚਨ। ਨਿੰਦਾ ਭਲੀ ਕਿਸੇ ਕੀ ਨਾਹੀਂ, ਦੇਖੋ ਕੀ ਕਹਿ ਰਹੇ ਬਾਣੀ। ਔਰ ਇੱਥੇ ਜਿਹੜੀ ਹੈਗੀ, ਇੱਥੇ ਉਹ ਬ੍ਰਹਮ ਗਿਆਨੀਆਂ ਦੀ ਨਿੰਦਾ, ਜਿਹੜੀ ਪਰਮੇਸ਼ਰ ਦਾ ਰੂਪ ਹੋ ਗਏ, ਉਹਨਾਂ ਦੀ ਨਿੰਦਾ। ਉਹ ਤਾਂ ਸਭ ਤੋਂ ਜਿਹੜਾ ਹੈਗਾ ਮਤਲਬ ਕਹਿਣ ਦਾ ਕਿ ਸਾਰੇ ਜਿਹੜੇ ਹੈਗੇ ਪਾਪਾਂ ਦਾ ਸਿਰੇ ਦਾ ਪਾਪ ਕਰ ਲਿਆ ਉਹਨੇ। ਸਭ ਤੋਂ ਜਿਹੜਾ ਹੈਗਾ ਸੀਵੀਅਰ ਕ੍ਰਾਈਮ ਕਰ ਲਿਆ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮੈਂ ਹੋਇਆ। ਕਹਿੰਦੇ ਜਗ ਦੇ ਵਿੱਚ, ਜਿੱਥੇ ਸੰਸਾਰ ਦੇ ਵਿੱਚ ਰਹੇਗਾ, ਸੰਸਾਰ ਦੇ ਵਿੱਚ ਹੀ, ਪਰ ਔਖਾ ਰਹੇਗਾ ਭਾਈ, ਔਖਾ ਰਹੇਗਾ। ਔਖਾ ਕਹਿੰਦੇ ਤਕਲੀਫ ਦੇ ਵਿੱਚ ਰਹੇਗਾ ਉਹ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮੈਂ ਹੋਇਆ। ਜਗ ਦੇ ਵਿੱਚ ਭਾਵੇਂ ਸਤਯੁਗ ਤ੍ਰੇਤਾ ਦੁਆਪਰ ਕੋਈ ਸਮਾਂ ਹੋਏ, ਜਗ ਸੰਸਾਰ ਦੇ ਵਿੱਚ ਹੀ ਸਮਾਂ ਬਦਲਣਾ ਹੈ ਭਾਈ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮੈਂ ਹੋਇਆ। ਇੱਥੇ ਪੂਰਾ ਲਿਖਿਆ ਹੋਇਆ ਹੈ। ਪੂਰਾ ਕੌਣ ਹੁੰਦਾ ਹੈ? ਪੂਰਾ ਹੁੰਦਾ ਜਿਹੜਾ ਇਹ ਪ੍ਰਕਿਰਤੀ 'ਚੋਂ ਉੱਪਰ ਉੱਠ ਗਿਆ, ਜਿਹਨੇ ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹਨੇ ਜਿੱਤ ਲਏ, ਉਹ ਪੂਰਾ ਹੈ। ਉਸ ਦੀ ਨਿੰਦਾ ਉਹਨੇ ਤਾਂ ਜਿਹੜਾ ਤਾਰਨਾ ਹੈ ਸੰਸਾਰ ਨੂੰ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮੈਂ ਹੋਇਆ। ਨਰਕ ਘੋਰ ਦੁੱਖ ਖੂਹ ਹੈ, ਉੱਥੇ ਪਕੜ ਉਹ ਢੋਇਆ। ਲਓ, ਧਰਮਰਾਜ ਦੀ ਡਿਊਟੀ ਕੀ ਹੈਗੀ? ਕੀ ਕਰਨਾ ਹੈ ਉਹਨੇ? ਘੋਰ ਨਰਕ ਦੇ ਵਿੱਚ, ਘੋਰ ਨਰਕ ਤਾਂ ਇੱਕ ਘੋਰ ਨਰਕ ਲਿਖਿਆ ਹੋਇਆ ਭਾਈ। ਕੁੰਭੀ ਨਰਕ, ਸਭ ਤੋਂ ਥੱਲੇ ਦੀਆਂ ਜੂਨਾਂ। ਨਰਕ ਘੋਰ ਦੁੱਖ ਖੂਹ ਹੈ, ਉੱਥੇ ਪਕੜ ਉਹ ਢੋਇਆ। ਢੋਇਆ ਮਤਲਬ ਉਹ ਜੂਨਾਂ ਦੇ ਵਿੱਚ ਪਾਤਾ। ਕੋਈ ਢੋ ਕੇ ਲੈ ਗਿਆ ਕਿਸੇ ਨੂੰ, ਕਿਸੇ ਜਗ੍ਹਾ 'ਤੇ ਸੁੱਟਤਾ, ਉੱਥੇ ਨਰਕ ਘੋਰ ਦੇ ਵਿੱਚ। ਕੂਕ ਪੁਕਾਰ ਕੋ ਨਾ ਸੁਣੇ, ਉਹ ਔਖਾ ਹੋਏ ਹੋਏ ਰੋਇਆ। ਕਹਿੰਦੇ ਕੋਈ ਨਹੀਂ ਸੁਣਦਾ ਉਸ ਵੇਲੇ। ਧਰਮਰਾਜ ਦੇ ਅੱਗੇ ਜਿੰਨਾ ਮਰਜ਼ੀ ਬਿੱਲਾ ਲਓ, ਜੋ ਮਰਜ਼ੀ ਕਰ ਲਓ, ਮਾਲਕ ਦਾ ਕਾਨੂੰਨ ਜਿਹੜਾ ਹੈਗਾ ਉਹਦੇ ਵਾਸਤੇ ਨਹੀਂ ਬਦਲੇਗਾ, ਕਿਸੇ ਦੇ ਵਾਸਤੇ ਵੀ ਨਹੀਂ ਬਦਲੇਗਾ। ਕਿਉਂਕਿ ਮਨੁੱਖ ਜੂਨ ਜਿਹੜੀ ਦਿੱਤੀ ਸੀਗੀ, ਉਹਨੇ ਜਿਹੜਾ ਹੈਗਾ ਮਿਸਯੂਜ਼, ਬਹੁਤ ਹੀ ਗਲਤ ਯੂਜ਼ ਕਰ ਲਿਆ ਉਹਦਾ। ਕੂਕ ਪੁਕਾਰ ਕੋ ਨਾ ਸੁਣੇ, ਉਹ ਔਖਾ ਹੋਏ ਹੋਏ ਰੋਇਆ। ਉਹਨੇ ਹਲਤ ਪਲਤ ਸਭ ਗਵਾਇਆ, ਲਾਹਾ ਮੂਲ ਸਭ ਖੋਇਆ। ਉਹਨੇ ਆ ਲੋਕ ਮਨੁੱਖੀ ਜੂਨ ਉਹ ਵੀ ਗਵਾ ਲਈ। ਪਲਤ ਤਾਂ ਜਾਣਾ ਹੀ ਨਹੀਂ, ਅੱਗੇ ਤਾਂ ਜਾ ਹੀ ਨਹੀਂ ਸਕਦਾ। ਉਹ ਸੰਸਾਰ ਦੇ ਵਿੱਚ ਹੀ ਰਹੂਗਾ, ਜੂਨਾਂ ਦੇ ਵਿੱਚ ਹੀ ਰਹੂਗਾ। ਔਰ ਉਹਨੇ ਜਿਹੜਾ ਹੈਗਾ ਲਾਹਾ ਤੇ ਮੂਲ, ਲਾਹਾ ਮਤਲਬ ਲਾਭ ਤੇ ਮੂਲ ਮਤਲਬ ਜਿਹੜਾ ਹੈਗਾ ਆ ਸਰੀਰ ਮਿਲਿਆ, ਆ ਉਮਰ ਹੈਗੀ ਆ,
ਇਹਦੇ ਵਿੱਚ ਲਾਭ ਕਰਨਾ ਸੀਗਾ ਤੇ ਉਹਨੇ ਮੂਲ ਵੀ ਗਵਾ ਲਿਆ ਆਪਣਾ। ਲਾਹਾ ਮੂਲ ਸਭ ਖੋਇਆ, ਸਾਰਾ ਦਾ ਸਾਰਾ ਖੋ ਦਿੱਤਾ। ਹੁਣ ਜੇ ਉੱਥੇ ਰੋਏ ਚਿल्लाए, ਔਖਾ ਹੋਏ ਹੋਏ ਰੋਇਆ, ਕੂਕ ਪੁਕਾਰ ਕੋ ਨਾ ਸੁਣੇ, ਉੱਥੇ ਥੋੜ੍ਹੀ ਨਾ ਧਰਮਰਾਜ ਸੁਣਦਾ ਹੈ ਵੀ ਮੈਂ ਤਾਂ ਜੀ ਭੁੱਲ ਗਿਆ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ। ਉਹ ਨਾ, ਇਹ ਰੂਲ ਸਾਰਿਆਂ ਦੇ ਵਾਸਤੇ ਕਾਮਨ ਰੂਲ ਆ। ਕੂਕ ਪੁਕਾਰ ਕੋ ਨਾ ਸੁਣੇ, ਉਹ ਔਖਾ ਹੋਏ ਹੋਏ ਰੋਇਆ, ਉਹਨੇ ਹਾਲਤ ਪਲਤ ਸਭ ਗਵਾਇਆ, ਲਾਹਾ ਮੂਲ ਸਭ ਖੋਇਆ। ਉਹ ਤੇਲੀ ਸੰਦਾ ਬਲਦ ਕਰ, ਨਿਤ ਪਲ ਕੇ ਉਠ ਪ੍ਰਭ ਜੋਇਆ। ਪਰਮਾਤਮਾ ਦਾ ਕੀ ਕਾਨੂੰਨ ਹੈ? ਨਿਕ੍ਰਿਸ਼ਟ ਜੂਨਾਂ ਦੇ ਵਿੱਚ ਚਲਾ ਗਿਆ ਤੇ ਕੀ ਕਾਨੂੰਨ ਆ? ਕਹਿੰਦੇ ਜਿਵੇਂ ਤੇਲੀ ਦਾ ਬਲਦ ਹੁੰਦਾ ਹੈ, ਸਵੇਰੇ ਉੱਠਦੇ ਸਾਰ ਤੇਲੀ ਉਹਨੂੰ ਮੂੰਹ ਨੇਰੇ ਜਿਹੜਾ ਹੈਗਾ ਜੋੜ ਦਿੰਦਾ ਹੈ ਤੇਲ ਦੇ ਵਿੱਚ, ਔਰ ਜਦ ਤੱਕ ਰਾਤ ਨਹੀਂ ਹੋ ਜਾਂਦੀ ਤਦ ਤੱਕ ਚੱਲਦਾ ਰਹਿੰਦਾ। ਦੇਖ ਲਓ ਖੋਤਾ, ਦੇਖ ਲਓ ਜਿਹੜੇ ਘੋੜੇ ਦੇਖ ਲਓ, ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਜੂਨਾਂ ਹੈਗੀਆਂ ਪਾਏ। ਜਿਹੜੇ ਹਾਥੀ ਦੇਖ ਲਓ, ਹੋਰ ਦੇਖ ਲਓ ਜਾਨਵਰ ਜਿਹੜੇ ਹੈਗੇ ਜਿਨ੍ਹਾਂ ਨੂੰ ਸਵੇਰ ਤੋਂ ਸ਼ਾਮ ਤਾਈਂ ਜਿਹੜੇ ਜਿਨ੍ਹਾਂ ਤੋਂ ਕੰਮ ਲੈਂਦੇ। ਉਹ ਘੋੜਾ ਦੇਖ ਲਓ, ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ, ਸ਼ਹਿਰ ਤੋਂ ਜਿਹੜੇ ਪਿੰਡਾਂ ਨੂੰ ਜਾਂਦੇ ਆ, ਉੱਥੇ ਜਿਹੜਾ ਹੈਗਾ ਉਹ ਆਖਰੀ ਬੱਸ ਜਿਹੜੀ ਹੈਗੀ ਆ, ਮੰਨ ਲਓ 8 ਵਜੇ ਆਖਰੀ ਬੱਸ ਆਉਣੀ ਆ, 8:30 ਆਉਣੀ, 9 ਵਜੇ ਆਉਣੀ ਆ, ਉਹ ਸੋਚਦਾ ਹੈ ਤਾਂਗੇ ਵਾਲਾ ਵੀ ਆਖਰੀ ਬੱਸ ਦੀਆਂ ਸਵਾਰੀਆਂ ਵੀ ਲੈ ਕੇ ਜਾਊਂਗਾ। ਉਹ ਬੱਸ ਦਾ ਕਿਤੇ ਟਾਇਰ ਪੰਚਰ ਹੋ ਗਿਆ, ਕੁਛ ਹੋ ਗਿਆ, ਉਹ ਜਿਹੜਾ ਹੈਗਾ ਉਹ ਬੱਸ ਆਈ 2 ਘੰਟੇ ਲੇਟ, ਉਹਨੇ ਉਹ ਵੀ ਲੈ ਕੇ ਜਾਣੀ ਆ ਸਵਾਰੀ। ਉਹ ਤੇਲੀ ਸੰਦਾ ਬਲਦ ਕਰ, ਨਿਤ ਭਲ ਕੇ ਉਠ ਪ੍ਰਭ ਜੋਇਆ। ਗੋਰਖੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਨਿਜੋ ਸਾਹਿਬ, ਹਾਂਜੀ। ਅਸੀਂ ਨਾ 309 ਅੰਗ ਦੇ ਉੱਤੇ ਹੈਗੇ ਆ ਤੇ ਸ਼ੁਰੂ ਤੋਂ ਮੈਂ ਲੈ ਲੈਣਾ ਸ਼ਲੋਕ। ਹਾਂਜੀ, ਸ਼ਲੋਕ ਮਹੱਲਾ ਚੌਥਾ। ਇਹਦੇ ਵਿੱਚ ਨਿੰਦਾ ਵਾਲੀ ਗੱਲ ਕਰ ਰਿਹਾ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮੈਂ ਹੋਇਆ। ਕਹਿੰਦੇ ਉਹ ਔਖਾ ਹੋਊਗਾ ਭਾਈ ਸੰਸਾਰ ਦੇ ਵਿੱਚ, ਕਿਹੜਾ ਮਰਜੀ ਜਿਹੜਾ ਹੈਗਾ ਯੁੱਗ ਹੋਏ, ਜਗ ਤਾਂ ਆਹੀ ਰਹਿਣਾ ਹੈ। ਕਹਿੰਦੇ ਇਹਦੇ ਵਿੱਚ ਉਹ ਔਖਾ ਹੋਊਗਾ, ਉਹ ਦੁਖੀ ਹੋਏਗਾ ਜਿਹਨੇ ਪੂਰੇ ਸਤਿਗੁਰੂ ਦੀ ਨਿੰਦਾ ਕੀਤੀ। ਔਰ ਨਿੰਦਾ ਤਾਂ ਮਹਾਰਾਜ ਤੀਸਰੀ ਪਾਤਸ਼ਾਹੀ ਕਹਿੰਦੀ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਇਹਦੇ ਵਿੱਚ ਜਿਹੜਾ ਹੈਗਾ ਉਹ ਨਿੰਦਾ ਕਰ ਰਿਹਾ ਹੈ ਪੂਰੇ ਦੀ, ਪਰਮਾਤਮਾ ਦਾ ਰੂਪ, ਪਰਮਾਤਮਾ ਦੀ ਨਿੰਦਾ ਕਰ ਰਿਹਾ। ਜੇ ਪਰਮਾਤਮਾ ਦਾ ਜਿਹੜਾ ਹੈਗਾ, ਜਿਹੜਾ ਪ੍ਰਕਿਰਤੀ ਜਿਹਨੇ ਜਿੱਤ ਲਈ ਹੈ, ਜਿਨ੍ਹਾਂ ਨੇ ਧਾਰਨਾ ਹੈਗਾ ਸੰਸਾਰ ਸਮੁੰਦਰ ਤੋਂ, ਉਹਨਾਂ ਦੀ ਨਿੰਦਾ ਕਰ ਰਿਹਾ ਹੈ ਭਾਈ। ਕਹਿੰਦੇ ਉਹ ਤਾਂ ਬਹੁਤ ਔਖਾ ਹੋਏਗਾ। ਜਗ ਮੈਂ ਔਖਾ ਜਗ ਮੈਂ ਹੋਇਆ, ਨਰਕ ਘੋਰ ਦੁੱਖ ਖੂਹ ਹੈ, ਉੱਥੇ ਪਕੜ ਉਹ ਢੋਇਆ। ਘੋਰ ਨਰਕ ਕਹਿੰਦੇ ਆ, ਨਰਕ ਤੇ ਘੋਰ ਨਰਕ, ਕਹਿੰਦੇ ਦੁੱਖਾਂ ਦਾ ਖੂਹ ਹੈਗਾ ਉਹ, ਉੱਥੇ ਫੜ ਕੇ ਉਹਨੂੰ ਲੈ ਕੇ ਜਾਂਦੇ ਆ। ਢੋਇਆ ਮਤਲਬ ਉੱਥੇ ਲੈ ਗਏ ਧਰਮਰਾਜ, ਉੱਥੇ ਪਾਤਾ ਜੂਨਾਂ ਦੇ ਵਿੱਚ, ਸਭ ਤੋਂ ਨਿਕ੍ਰਿਸ਼ਟ ਜੂਨਾਂ ਦੇ ਵਿੱਚ। ਕੂਕ ਪੁਕਾਰ ਕੋ ਨਾ ਸੁਣੇ, ਉਹ ਔਖਾ ਹੋਏ ਹੋਏ ਰੋਇਆ। ਕਹਿੰਦੇ ਉੱਥੇ ਫਿਰ ਕੂਕ ਪੁਕਾਰ ਨਹੀਂ ਸੁਣਦੇ ਪਾਏ। ਧਰਮਰਾਜ ਜਿਹੜਾ ਹੈਗਾ ਜਦ ਸੁਣਾਉਂਦਾ ਉਹਦਾ ਜਿਹੜਾ ਹੈਗਾ ਪੜ੍ਹ ਕੇ, ਖੇਤ ਸਰੀਰ ਜੋ ਬੀਜਿਆ ਜਦ ਉਹਦੀ ਫਸਲ ਉਹਦੇ ਅੱਗੇ ਰੱਖਦਾ ਹੈ ਤੇ ਫਿਰ ਭਾਈ ਔਖਾ ਹੋ ਕੇ ਰੋਂਦਾ ਹੈ। ਉੱਥੇ ਕਹਿੰਦੇ ਉਹਦੀ ਸੁਣਵਾਈ ਨਹੀਂ ਹੁੰਦੀ ਪਾਈ, ਉਹਦੇ ਵਾਸਤੇ ਕਾਨੂੰਨ ਨਹੀਂ ਬਦਲੇਗਾ। ਉਹਨੇ ਹਲਤ ਪਲਤ ਸਭ ਗਵਾਇਆ, ਲਾਹਾ ਮੂਲ ਸਭ ਖੋਇਆ। ਉਹਨੇ ਜਿਹੜਾ ਹੈਗਾ ਆਪਣਾ ਹਲਤ, ਆਲੋਕ ਤੇ ਪਰਲੋਕ ਤਾਂ ਜਾਣਾ ਹੀ ਕੀ ਆ ਉਹਨੇ। ਉਹ ਧਰਮਰਾਜ ਨੇ ਜਿਹੜਾ ਹੈਗਾ ਸੰਸਾਰ ਤੋਂ, ਪ੍ਰਕਿਰਤੀ ਤੋਂ ਉੱਪਰ ਤਾਂ ਜਾਣ ਹੀ ਨਹੀਂ ਦੇਣਾ। ਉਹਨੇ ਹਲਤ ਪਲਤ ਸਭ ਗਵਾਇਆ, ਲਾਹਾ ਮੂਲ ਸਭ ਖੋਇਆ। ਉਹਨੇ ਲਾਹਾ ਵੀ ਖੋ ਲਿਆ। ਲਾਹਾ ਤਾਂ ਕੀ ਪਾਉਣਾ ਸੀਗਾ ਲਾਭ, ਮੂਲ ਹੀ ਖਵਾ ਦਿੱਤਾ। ਮਨੁੱਖੀ ਸਰੀਰ ਚਲਾ ਗਿਆ, ਆਸਵਾਸ ਆ ਉਮਰ ਚਲੀ ਗਈ ਜਿਹਦੇ 'ਚ ਲਾਭ ਲੈ ਸਕਦਾ ਸੀ। ਮੂਲ ਵੀ ਤੇ ਲਾਹਾ ਦੋਨੋਂ ਦੇ ਦੋਨੋਂ ਗਾਇਬ। ਆ ਸਿਖਰਲੇ ਡੰਡੇ ਤੇ ਨਹੀਂ ਆ, ਹੁਣ ਥੱਲੇ ਪਹੁੰਚ ਗਿਆ 0 ਲੈਵਲ ਤੇ। ਉਹ ਤੇਲੀ ਸੰਧਾ ਬਲਦ ਕਰ, ਨਿਤ ਭਲ ਕੇ ਉਠੇ ਪ੍ਰਭ ਜੋਇਆ। ਔਰ ਜਿਵੇਂ ਤੇਲੀ ਦਾ ਬਲਦ ਹੁੰਦਾ ਹੈ ਭਾਈ, ਜਿਵੇਂ ਤੇਲੀ ਸਵੇਰੇ ਉੱਠਦੇ ਸਾਰ ਜਿਹੜਾ ਹੈਗਾ 4 ਵਜੇ 3 ਵਜੇ ਜਦ ਉਹਦੀ ਜਾਗ ਖੁੱਲ੍ਹਦੀ ਹੈ, ਬਲਦ ਨੂੰ ਜੋੜ ਦਿੰਦਾ ਹੈ ਭਾਈ, ਕਿਉਂਕਿ ਉਹਦੇ ਕੋਲ ਬਹੁਤ ਹੁੰਦਾ ਹੈ ਤੇਲ ਕੱਢਣ ਵਾਲਾ। ਉਹ ਤੇਲੀ ਸੰਧਾ ਬਲਦ ਕਰ, ਨਿਤ ਭਲ ਕੇ ਉਠੇ ਪ੍ਰਭ ਜੋਇਆ। ਪਰਮਾਤਮਾ ਦਾ ਕਾਨੂੰਨ ਹੈ, ਉਹ ਜੂਨਾਂ ਦੇ ਵਿੱਚ
ਦੇਖ ਲਓ ਕਿਸ ਤਰ੍ਹਾਂ ਜਿਹੜਾ ਬਲਦ ਨੂੰ ਕਿਵੇਂ ਜੋੜ ਦਿੰਦੇ ਆ। ਇਸ ਤੋਂ ਬਾਅਦ ਘੋੜੇ ਦੇਖ ਲਓ, ਘੋੜੇ ਦੀ ਜੂਨ, ਖੋਤੇ ਦੀ ਜੂਨ ਦੇਖ ਲਓ, ਸਾਰੀਆਂ ਜੂਨਾਂ ਦੇਖ ਲਓ ਜਿਨ੍ਹਾਂ ਦੇ ਨਾਲ ਆਪਾਂ ਜਿਹੜੇ ਹੈਗੇ ਕੰਮ ਲੈਂਦੇ। ਪਸ਼ੂਆਂ ਦੇ ਹੱਥ ਹੀ ਹੁੰਦਾ। ਅਸੀਂ ਦੱਸ ਰਹੇ ਸੀ ਵੀ ਘੋੜਾ ਜਿਹੜਾ ਹੈਗਾ, ਘੋੜਾ ਵਿਚਾਰਾ ਜਿਹੜਾ ਟਾਂਗੇ ਵਾਲਾ ਹੁੰਦਾ ਹੈ। ਦੇਖੋ ਲਾਸਟ ਬੱਸ ਆਉਂਦੀ ਹੈ, ਲਾਸਟ ਬੱਸ ਦੇ ਵਿੱਚ ਵੀ ਜਿਹੜਾ ਹੈਗਾ ਕਈ ਵਾਰੀ ਜਿਹੜੀ ਹੈਗੀ 8 ਵਜੇ 9 ਵਜੇ ਬੱਸ ਲਾਸਟ ਆਉਣੀ ਹੈ ਅਤੇ ਪਿੰਡਾਂ ਨੂੰ ਜਾਣ ਵਾਲੀਆਂ ਸਵਾਰੀਆਂ ਹੁੰਦੀਆਂ। ਉਹ ਬੱਸ ਕਿਤੇ ਖ਼ਰਾਬ ਹੋ ਗਈ, ਟਾਇਰ ਪੰਚਰ ਹੋ ਗਿਆ, ਕੁਛ ਹੋ ਗਿਆ, ਲੇਟ ਹੋ ਗਈ ਬੱਸ, ਘੰਟਾ, 1.5 ਘੰਟਾ, 2 ਘੰਟੇ ਉਹਨੇ ਲੈ ਕੇ ਹੀ ਜਾਣੀਆਂ ਸਵਾਰੀਆਂ। ਉਹ ਵਿਚਾਰਾ ਭੁੱਖਾ ਧਿਆਇਆ ਜਿਹੜਾ ਹੈਗਾ ਘੋੜਾ, ਉਹਨੂੰ ਇਸ ਤਰ੍ਹਾਂ ਹੀ ਚਲਾਊਗਾ। ਆ ਭਾਈ ਉਹ ਤੇਲੀ ਸੰਦਾ ਬਲਦ ਕਰ, ਨਿਤ ਪਲ ਕੇ ਉੱਠ ਪ੍ਰਭ ਜੋਇਆ। ਹਰ ਵੇਖੈ ਸੁਣੈ ਨਿਤ ਸਭ ਕਿਛ, ਤਿਦੋਂ ਕਿਛ ਗੁੱਜਾ ਨਾ ਹੋਇਆ। ਮਾਲਕ ਪਰਮਾਤਮਾ ਸਾਰਾ ਕੁਝ ਦੇਖ ਰਿਹਾ ਹੈ, ਪਤਾ ਹੈ ਉਹਨੂੰ, ਉਸੇ ਨੇ ਬਣਾਇਆ ਕਾਨੂੰਨ। ਇਹ ਸਾਰਾ ਉਸੇ ਦੀ ਖੇਡ ਹੈਗੀ ਆ। ਉਹਦੇ ਤੋਂ ਕੋਈ ਗੁੱਜੀ ਚੀਜ਼ ਨਹੀਂ ਹੈ, ਉਹਦੇ ਤੋਂ ਕੋਈ ਛੁਪੀ ਹੋਈ ਚੀਜ਼ ਨਹੀਂ ਹੈਗੀ। ਉਹਦੇ ਸਾਹਮਣੇ ਹੀ ਹੋ ਰਿਹਾ ਸਾਰਾ ਕੁਝ, ਉਹਦੀ ਮਰਜ਼ੀ ਨਾਲ ਹੋ ਰਿਹਾ ਸਾਰਾ ਕੁਝ। ਕਿਉਂ? ਜੈਸਾ ਬੀਜੇ ਸੋ ਲੁਣੈ, ਜਿਹਾ ਪੂਰਬੇ ਕਿਨੇ ਬੋਇਆ। ਕਹਿੰਦੇ ਬਿਲਕੁਲ ਸਿੰਪਲ ਕਾਨੂੰਨ ਆ ਭਾਈ। ਜੋ ਬੀਜਿਆ ਆ ਉਹੀ ਵੱਢਣਾ ਆ ਭਾਈ, ਉਹੀ ਲੂਣਨਾ ਹੈਗਾ, ਉਹੀ ਖਾਣਾ ਪਊਗਾ। ਜਿਹਾ ਪੂਰਬ ਕਿਨੇ ਬੋਇਆ, ਜਿਹੜਾ ਕਿਸੇ ਨੇ ਪਹਿਲਾਂ ਬੋਇਆ ਭਾਈ ਉਹੀ ਵੱਢਣਾ ਪਊਗਾ। ਉਮਰ ਦਿੱਤੀ ਸੀ ਉਹਨੂੰ ਬੀਜਣ ਵਾਸਤੇ, ਜੋ ਬੀਜਿਆ ਆਹੀ ਕੁਛ ਬੀਜਿਆ ਸੀਗਾ ਉਹਨੇ, ਤੇ ਉਹੀ ਮਿਲ ਗਿਆ ਉਹਨੂੰ। ਜਿਸ ਕਿਰਪਾ ਕਰੇ ਪ੍ਰਭ ਆਪਣੀ, ਤਿਸ ਸਤਿਗੁਰ ਕੇ ਚਰਨ ਧੋਇਆ। ਆ ਲਓ, ਜਿਨ੍ਹਾਂ ਨੂੰ ਕਿਰਪਾ ਹੋ ਜਾਂਦੀ ਹੈ, ਮਾਲਕ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ। ਕਿਰਪਾ ਇਹ ਵੀ ਜਿਹੜੇ ਕਿਰਪਾ, ਇਹ ਇਸ ਤਰ੍ਹਾਂ ਨਹੀਂ ਮਾਲਕ ਦੀ ਹੁੱਕ ਐਂਡ ਕਰੁੱਕ ਕਿਰਪਾ ਇਸ 'ਤੇ ਹੋਣੀ, ਇਸ 'ਤੇ ਨਹੀਂ ਹੋਣੀ। ਇਹ ਜੀ ਬਹੁਤ ਸੋਹਣਾ ਹੈ ਤੇ ਕਿਰਪਾ ਕਰ ਦਿਓ, ਇਹ ਤਾਂ ਕਾਲਾ ਹੈ ਤੇ ਨਹੀਂ ਕਿਰਪਾ ਕਰਨੀ। ਮਾਲਕ ਦੀ ਕਿਰਪਾ ਜਿਹੜੀ ਹੈਗੀ ਉਹਦਾ ਸਟੈਂਡਰਡ ਹੈਗਾ, ਉਹਦਾ ਵੀ ਜਿਹੜੇ ਕ੍ਰਾਈਟੇਰੀਆ ਹੈਗਾ। ਕਿਰਪਾ ਉਸ 'ਤੇ ਹੋਣੀ ਹੈ ਜਿਹੜਾ ਕਿਰਪਾ ਮੰਗਦਾ ਹੈ ਭਾਈ। ਜਿਸ ਕਿਰਪਾ ਕਰੇ ਪ੍ਰਭ ਆਪਣੀ, ਤਿਸ ਸਤਿਗੁਰ ਕੇ ਚਰਨ ਧੋਇਆ। ਉਹਨੂੰ ਗੁਰੂ ਮਿਲਾ ਦਿੰਦਾ ਹੈ। ਉਹ ਗੁਰੂ ਦੇ ਚਰਨ ਧੋਣੇ ਕੀ ਹੈ ਬਈ? ਗੁਰੂ ਕੋਲੋਂ ਮੱਤ ਲੈ ਲੈਂਦਾ, ਗੁਰੂ ਦੀ ਸੇਵਾ ਕਰਕੇ। ਆਹੀ ਗੁਰੂ ਦੀ ਸੇਵਾ ਹੈ। ਗੁਰ ਸਤਿਗੁਰ ਪਿੱਛੇ ਤਰ ਗਿਆ, ਜਿਉ ਲੋਹਾ ਕਾਠ ਸੰਗੋਇਆ। ਕੀ ਹੋਇਆ ਗੁਰੂ ਦੀ ਸੇਵਾ ਕਰਨ ਦੇ ਨਾਲ? ਕਹਿੰਦੇ ਉਹ ਤਰ ਗਿਆ ਭਾਈ, ਤਰ ਗਿਆ, ਸੰਸਾਰ ਸਮੁੰਦਰ ਤੋਂ ਤਰ ਗਿਆ, ਸਹੀ ਜਾਚ ਆ ਗਈ। ਆਹ ਧਿਆਨ ਸਿਮਰਨ ਭਗਤੀ ਵਿਚਾਰ ਬੰਦ ਕਰਨੇ, ਮਾਇਆ ਨੂੰ ਕਿਸ ਤਰ੍ਹਾਂ ਮਾਇਆ ਤੋਂ ਪਾਸੇ ਹੋਣਾ ਹੈ, ਮਾਇਆ ਦੇ ਵਿੱਚ ਰਹਿ ਕੇ, ਔਰ ਕਿਸ ਤਰ੍ਹਾਂ ਉਹਦਾ ਪ੍ਰਭਾਵ ਜਿਹੜਾ ਹੈਗਾ ਕਬੂਲ ਨਹੀਂ ਕਰਨਾ। ਗੁਰ ਸਤਿਗੁਰ ਪਿੱਛੇ ਤਰ ਗਿਆ। ਕਹਿੰਦੇ ਗੁਰੂ ਸਤਿਗੁਰੂ ਦੇ ਪਿੱਛੇ ਲੱਗ ਗਿਆ ਤੇ ਤਰ ਗਿਆ ਭਾਈ। ਕਿਵੇਂ? ਜਿਵੇਂ ਲੋਹਾ ਜਿਹੜਾ ਹੈਗਾ, ਲੋਹਾ ਕਿਸ਼ਤੀ ਦੇ ਵਿੱਚ ਜਿਹੜਾ ਜਿੰਨਾ ਮਰਜ਼ੀ ਲੋਹਾ ਲੈ ਜਾਓ, ਇੰਜਣ ਲੈ ਜਾਓ ਭਾਈ, ਗੱਡੀਆਂ ਦੀਆਂ ਗੱਡੀਆਂ ਚਲੇ ਜਾਂਦੀਆਂ ਹੈ ਜਹਾਜ਼ ਦੇ ਵਿੱਚ, ਕਿਸ਼ਤੀ ਦੇ ਵਿੱਚ। ਜਿਵੇਂ ਲੋਹਾ ਕਾਠ ਸੰਗੋਇਆ, ਕਾਠ ਕਹਿੰਦੇ ਲੱਕੜ, ਜਿਵੇਂ ਲੋਹਾ ਲੱਕੜ ਦੇ ਨਾਲ ਜਿਹੜਾ ਤਰ ਜਾਂਦਾ ਹੈ। ਇਸ ਕਰਕੇ ਜਨ ਨਾਨਕ ਨਾਮ ਧਿਆਏ ਤੂੰ, ਹੇ ਮੇਰੇ ਮਨਾ ਤੂੰ ਨਾ ਅਵੇਸਲਾ ਹੋ। ਆ ਗਿਆਨ ਤੈਨੂੰ ਲੱਭ ਰਿਹਾ ਹੈ ਨਾ ਪਿਆਰਿਆ, ਇਹ ਗਿਆਨ ਦੇ ਅਨੁਸਾਰ ਹੁਣੇ ਹੀ ਸ਼ੁਰੂ ਕਰ ਦੇ, ਅਵੇਸਲਾ ਨਾ ਹੋ। ਜਨ ਨਾਨਕ ਨਾਮ ਧਿਆਏ ਤੂੰ, ਧਿਆਨ ਸਿਮਰਨ ਕਰ, ਨਾਮ ਨੂੰ ਪ੍ਰਗਟ ਕਰ ਆਪਣੇ ਅੰਦਰ। ਜਪ ਹਰ ਹਰ ਨਾਮ ਸੁਖ ਹੋਇਆ। ਇਸੇ ਦੇ ਨਾਲ ਜਿਹੜਾ ਹੈਗਾ ਆਹੀ ਜਪਣਾ, ਪਰਮੇਸ਼ਰ ਨੂੰ ਯਾਦ ਕਰਨ ਦੇ ਨਾਲ ਹੀ ਸੁਖੀ ਹੋ ਸਕਦਾ ਆ। ਇਸੇ ਦੇ ਨਾਲ ਮਾਇਆ ਵਿਚਾਰ ਛੁੱਟ ਸਕਦੇ ਆ। ਹੋਰ ਕੋਈ ਤਰੀਕਾ ਨਹੀਂ ਹੈ ਇਹ ਮਾਇਆ ਨੂੰ ਜਿਹੜਾ ਹੈਗਾ ਪਾਸੇ ਕਰਨ ਦਾ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ, ਉਹ ਨਿੰਦਕ ਦੀ ਗੱਲ ਕਰਦੇ ਆ। ਹੁਣ ਮੈਂ ਵੇਖਣ 2 ਦਿਨ ਹੋ ਗਏ ਲਗਾਤਾਰ ਇਸ ਟੌਪਿਕ ਤੇ ਉਹ ਗੱਲ ਕਰ ਰਹੇ ਆ, ਔਰ ਕਿਉਂਕਿ ਬਹੁਤ ਵੱਡਾ ਉਗਣ ਹੈ। ਹਾਂ, ਇਹ ਕਿਉਂਕਿ ਸਾਡੇ ਅੰਦਰ ਹੈ, ਤੁਸੀਂ ਵੀ ਦੇਖੋਗੇ ਤੁਹਾਡੇ ਅੰਦਰ ਥੋੜਾ ਬਹੁਤਾ ਹੈਗਾ, ਮੇਰੇ ਅੰਦਰ ਵੀ ਹੈਗਾ। ਸੋ ਇਹ ਇੱਕ ਔਗਣ ਹੈ। ਔਰ ਅਸਲ 'ਚ ਗੁਰੂ ਜੀ ਕਿਉਂ ਬਾਰ-ਬਾਰ ਇਸ ਟੌਪਿਕ ਤੇ ਗੱਲ ਕਰਨਾ ਚਾਹੁੰਦੇ ਆ, ਇਹਦੇ ਪਿੱਛੇ ਵੀ ਇੱਕ ਕਾਰਨ ਹੁੰਦਾ ਹੈ। ਕਿਉਂਕਿ ਤੁਸੀਂ ਟੀਵੀ ਤੇ ਦੇਖੋ ਤੇ ਵਿਗਿਆਪਨ ਆਉਂਦਾ ਹੈ ਨਾ, ਉਹ ਬਾਰ-ਬਾਰ ਇੱਕ ਚੀਜ਼ ਨੂੰ ਰਿਪੀਟ ਕਰਦੇ ਆ ਕਿ ਇਹ ਸਾਬਣ ਖਰੀਦੋ, ਆਹ ਸਾਬਣ ਖਰੀਦੋ, ਇਹਨੂੰ ਖਰੀਦਣ ਦੇ ਨਾਲ ਤੁਸੀਂ ਗੋਰੇ ਹੋ ਜਾਓਗੇ, ਤੁਹਾਡੇ ਕੋਲੋਂ ਵਧੀਆ ਖੁਸ਼ਬੂ ਆਏਗੀ। ਤੇ ਬਾਰ-ਬਾਰ ਉਹ ਸਾਡੇ ਦਿਮਾਗ 'ਚ ਉਹ ਪਾਉਂਦੇ ਨੇ, ਔਰ ਇੱਕ ਸਮਾਂ ਆਉਂਦਾ ਅਸੀਂ ਉਹ ਸਾਬਣ ਖਰੀਦ ਲੈਂਦੇ ਹਾਂ। ਠੀਕ ਹੈ।
ਇਸੇ ਹੀ ਤਰ੍ਹਾਂ ਗੁਰੂ ਜੀ ਸਾਨੂੰ ਜਿਹੜੇ ਔਗਣ ਦੇ ਬਾਰੇ ਬਾਰ-ਬਾਰ ਨਿਰਦੇਸ਼ ਕਰਦੇ ਨੇ, ਉਹ ਚਾਹੁੰਦੇ ਨੇ ਕਿ ਸਾਡੇ ਮਨ ਦੇ ਗਹਿਰੇ ਤਲ ਵਿੱਚ ਪਹੁੰਚ ਜੇ। ਇਹ ਨਾ ਹੋਵੇ ਕਿ ਸ਼ਰਾਟੇ ਦੇ ਮੀਂਹ ਵਾਂਗੂ ਗੱਲ ਕਹੀ ਜਾਵੇ ਤੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਮੀਂਹ ਪੈਂਦਾ ਹੈ, ਦੋ ਕਿਸਮ ਦਾ ਮੀਂਹ ਹੁੰਦਾ। ਇੱਕ ਤੇ ਨਿਮਾ ਪੈਂਦਾ, ਝੜੀ ਲੱਗ ਜਾਂਦੀ ਹੈ। ਥੋੜਾ ਥੋੜਾ ਪਾਣੀ ਕੀ ਕਰਦਾ ਹੈ, ਰਿਸ ਜਾਂਦਾ ਹੈ ਮਕਾਨਾਂ ਦੇ ਵਿੱਚ, ਜ਼ਮੀਨ ਦੇ ਵਿੱਚ, ਉਹ ਸਾਰਾ ਪਾਣੀ ਕੰਮ ਆ ਜਾਂਦਾ ਹੈ। ਤੇ ਜਦੋਂ ਛੜਾਕੇ ਦਾ ਮੀਂਹ ਵਰਦਾ ਹੈ, ਦਿਖਦਾ ਤੇ ਪਾਣੀ ਹੈ, ਇੰਝ ਲੱਗਦਾ ਬਹੁਤ ਪਾਣੀ ਹੈ, ਬਹੁਤ ਮੀਂਹ ਪੈ ਗਿਆ, ਪਰ ਵੇਖੋਗੇ ਕੁਛ ਹੀ ਘੰਟਿਆਂ ਤੋਂ ਬਾਅਦ ਉਹ ਪਾਣੀ ਕਿੱਧਰ ਗਿਆ ਕਿਸੇ ਨੂੰ ਪਤਾ ਨਹੀਂ ਲੱਗਦਾ। ਇਸ ਕਰਕੇ ਬਾਣੀ ਕੀ ਕਰ ਰਹੀ ਹੈ ਕਿ ਸਾਨੂੰ ਲਗਾਤਾਰ ਉਸ ਟੌਪਿਕ ਤੇ ਗੱਲ ਕਰਕੇ ਬਾਰ-ਬਾਰ ਸਾਡੇ ਗਹਿਰੇ ਮਨ ਵਿੱਚ ਇਹ ਪਹੁੰਚਾਉਣੀ ਚਾਹੁੰਦੀ ਹੈ ਗੱਲ ਕਿ ਜਿਹੜੀ ਨਿੰਦਿਆ ਹੈ ਉਹ ਬਹੁਤ ਮਾੜੀ ਹੈ। ਵੈਸੇ ਤੇ ਇੱਕ ਸਧਾਰਨ ਨਿੰਦਿਆ ਬਹੁਤ ਮਾੜੀ ਹੈ, ਬਟ ਜੇ ਕੋਈ ਬ੍ਰਹਮ ਗਿਆਨੀ ਦੀ ਨਿੰਦਿਆ ਕਰਦਾ ਹੈ ਤਾਂ ਉਹ ਬਹੁਤ ਜ਼ਿਆਦਾ ਮਾੜੀ ਹੈ। ਇੱਕ ਵਾਰੀ ਇਹ ਤੁਕ ਪਹਿਲਾਂ ਵੀ ਆਪਾਂ ਪੜ੍ਹੀ ਸੀ ਨਿੱਜਾ ਸਾਹਿਬ, ਉਹ ਤੁਕ ਦੁਬਾਰਾ ਬੋਲੋ। ਨਿੰਦੋ ਲੋਕੋ ਮੋਕੋ ਨਿੰਦੋ। हाँ, निंदो मोको लोग निंदो, निंदा जन को खरी प्यारी, निंदा बाप निंदा महतारी। ਉਹ ਕਹਿੰਦੇ ਮੇਰੀ ਨਿੰਦਿਆ ਕਰੋ। ਨਿੰਦਿਆ ਕਿਉਂ ਕਰੋ? ਕਿਉਂਕਿ ਨਿੰਦਿਆ ਦਾ ਮਤਲਬ ਹੈ ਕਿ ਤੁਸੀਂ ਉਸ ਇਨਸਾਨ ਦੇ ਜਿਹੜੇ ਔਗਣ ਆ, ਦੋਸ਼ਾਂ ਨੂੰ ਤੁਸੀਂ ਧੋਂਦੇ ਜੋ। ਇਹ ਇੱਕ ਮਤਲਬ ਭਾਵੇਂ ਕੋਈ ਹੈ ਗਲਤ ਆ, ਪਰ ਤੁਸੀਂ ਉਹਦੇ ਬਾਰੇ ਗੱਲ ਕਰ ਰਹੇ ਜੋ, ਉਹਦੀ ਔਗਣਾਂ ਦਾ ਚਰਚਾ ਕਰਦੇ ਜੋ ਤੁਸੀਂ। ਉਹਦੀ ਚਰਚਾ ਕਰਨ ਦੇ ਨਾਲ ਕੀ ਹੁੰਦਾ ਹੈ ਕਿ ਸਾਡੇ ਅੰਦਰ ਵੀ ਕੋਈ ਵਧੀਆ ਚੀਜ਼ ਨਹੀਂ ਹੈ। ਹੁਣ ਕਿਸੇ ਦਾ ਰੂੜੀ ਹੈ, ਕਿਸੇ ਦੀ ਰੂੜੀ ਗੰਦੀ ਮੰਦੀ ਰੂੜੀ, ਇਹ ਤਾਂ ਕੀ ਉਹਨੇ ਸੁੱਟਿਆ ਉੱਥੇ ਗੰਦਮੰਦ। ਹੁਣ ਮੇਰੇ ਵਰਗਾ ਡੰਡਾ ਲੈ ਕੇ ਉੱਥੇ ਫਰੋਲਣ ਜਾਵੇ ਤੇ ਨਿੱਜਰ ਸਾਹਿਬ ਮੈਨੂੰ ਕੋਈ ਚੰਗੀ ਚੀਜ਼ ਪ੍ਰਾਪਤ ਹੋ ਸਕਦੀ ਉੱਥੋਂ ਨਾ। ਇਸ ਕਰਕੇ ਬਾਣੀ ਕਹਿੰਦੀ ਹੈ ਕਿ ਜਿਹੜੀ ਚੀਜ਼ ਤੂੰ ਫਰੋਲਦਾ ਹੈ ਨਾ, ਉਹਦੀ ਕੁਆਲਿਟੀ ਚੈੱਕ ਕਰ ਕਿ ਉਹ ਫਰੋਲਣ ਦੇ ਲਾਇਕ ਹੈਗੀ ਹੈ ਤਾਂ ਫਰੋਲ, ਤੇ ਜੇ ਉਹ ਫਰੋਲਣ ਦੇ ਲਾਇਕ ਨਹੀਂ ਆ ਤੇ ਉਸ ਤੋਂ ਦੂਰ ਰਹਿ। ਉਹ ਕਹਿੰਦੇ ਗੁਣਾਂ ਦੀ ਚਰਚਾ ਕਰੋ। ਔਰ ਇਸ ਗੱਲ ਨੂੰ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਚੰਗੇ ਤਰੀਕੇ ਨਾਲ ਸਮਝਾਇਆ ਸੀ। ਉਹ ਪਹਿਲੇ ਪਿੰਡ 'ਚ ਗਏ ਤੇ ਉਹ ਉੱਥੇ ਉਹਨਾਂ ਨੂੰ ਮਤਲਬ ਮਾੜੇ ਲੋਕ ਮਿਲੇ, ਤੇ ਨਹੀਂ ਪਹਿਲੇ ਪਿੰਡ 'ਚ ਗਏ ਉੱਥੇ ਉਹਨਾਂ ਨੂੰ ਚੰਗੇ ਲੋਕ ਮਿਲੇ, ਦੂਜੇ ਪਿੰਡ 'ਚ ਗਏ ਉੱਥੇ ਮਾੜੇ ਲੋਕ ਮਿਲੇ। ਜਿਹੜੇ ਚੰਗੇ ਲੋਕ ਸੀ ਉਹ ਵਿਚਾਰ ਸਨ, ਉਹ ਲੋਕ ਨਹੀਂ ਸਨ ਤੁਹਾਡੇ ਵਿਚਾਰ। ਉਹ ਕਹਿੰਦੇ ਸੀ ਕਿ ਮਹਾਰਾਜ ਨੇ ਕਿਹਾ ਕਿ ਤੁਸੀਂ ਉੱਜੜ ਜਾਓ ਕਿਉਂਕਿ ਤੁਸੀਂ ਚੰਗੇ ਲੋਕ ਜੋ, ਤੇ ਤਾਂ ਜੋ ਚੰਗਿਆਈ ਫੈਲ ਜੇ। ਤੇ ਦੂਸਰੀ ਜਗ੍ਹਾ ਤੇ ਮਾੜੇ ਲੋਕ ਮਿਲੇ ਸੀ, ਉਹਨਾਂ ਨੇ ਨਿਰਾਦਰ ਕੀਤਾ ਸੀ, ਕੋਈ ਇੱਜ਼ਤ ਮਾਨ ਨਹੀਂ ਕੀਤੀ ਸੀ, ਕਹਿਣ ਤੋਂ ਭਾਵ ਨਿੰਦਿਆ। ਤੇ ਉਹ ਮਹਾਰਾਜ ਨੇ ਕਿਹਾ ਕਿ ਤੁਸੀਂ ਇੱਥੇ ਵਸਦੇ ਰਹੋ, ਖੁਸ਼ ਰਹੋ, ਇੱਥੇ ਵਸੋ, ਤੁਸੀਂ ਉੱਜੜੋ ਨਾ। ਸੋ ਕਹਿਣ ਤੋਂ ਭਾਵ ਇਹੋ ਹੀ ਹੈ ਕਿ ਨਿੰਦਿਆ ਜਦੋਂ ਆਪਾਂ ਕਰਦੇ ਹਾਂ ਤੇ ਆਪਾਂ ਸਮਝ ਲਓ ਕਿ ਉਹ ਗਲਤ ਚੀਜ਼ ਦਾ ਆਪਾਂ ਪ੍ਰਚਾਰ ਕਰ ਰਹੇ ਹਾਂ। ਚੰਗੀ ਚੀਜ਼ ਦਾ ਪ੍ਰਚਾਰ ਕਰਨਾ, ਮਾੜੀ ਚੀਜ਼ ਨੂੰ ਉੱਥੇ ਦੱਬ ਦੇਣਾ। ਜੇ ਕੋਈ ਮਾੜੀ ਚੀਜ਼ ਸੁਣੀ ਨਹੀਂ ਹੈ ਨਾ, ਕਹਿੰਦੇ ਉੱਥੇ ਛੱਡ ਦਿਓ ਉਹਨੂੰ ਅਗਲੇ ਬੰਦੇ ਕੋ ਨਾ ਪਹੁੰਚਾਓ। ਕਿਉਂ ਨਾ ਪਹੁੰਚਾਓ? ਕਿਉਂਕਿ ਉਹ ਇੱਕ ਚੰਗੀ ਚੀਜ਼ ਨਹੀਂ ਹੈ, ਉਹ ਇੱਕ ਗਲਤ ਚੀਜ਼ ਨੂੰ ਸਪਰੈਡ ਨਹੀਂ ਕਰਨਾ। ਜਿੱਦਾਂ ਗੰਦਗੀ ਹੁੰਦੀ ਹੈ ਨਾ, ਗੰਦਗੀ ਨੂੰ ਨੱਪੇ ਰਹਿਣ ਦਿਓ ਤਾਂ ਜੋ ਉੱਥੇ ਇੱਕ ਜਗ੍ਹਾ ਤੇ ਟਿੱਕੀ ਰਵੇ। ਤੇ ਜੇ ਤੁਸੀਂ ਨੂੰ ਫਰੋਲੋਗੇ ਤਾਂ ਉਹ ਚੰਗੀ ਨਹੀਂ ਹੈ। ਇਸੇ ਕਰਕੇ ਨਿੰਦਿਆ। ਪਰ ਬਾਣੀ 'ਚ ਇਹ ਕਿਹਾ ਕਿ ਇੱਕ ਆਮ ਆਦਮੀ ਦੀ ਨਿੰਦਿਆ ਨਹੀਂ ਕਰਨੀ, ਤੇ ਜੇ ਕੋਈ ਬ੍ਰਹਮ ਗਿਆਨੀ ਦੀ ਨਿੰਦਿਆ ਕਰੇਗਾ ਤੇ ਉਹਦੇ ਲਈ ਬਹੁਤ ਮਾੜਾ ਹੈ, ਕਿਉਂਕਿ ਉਹ ਬੰਦੇ ਦੀ ਨਹੀਂ, ਕਿਸੇ ਮਨੁੱਖ ਦੀ ਨਿੰਦਿਆ ਨਹੀਂ ਕਰ ਰਿਹਾ, ਉਹ ਸੱਚ ਦੀ ਨਿੰਦਿਆ ਕਰ ਰਿਹਾ। ਔਰ ਆਪ ਸੋਚੋ, ਜੇ ਕੋਈ ਮਨੁੱਖ ਸੱਚ ਦੀ ਨਿੰਦਿਆ ਕਰੇਗਾ ਤੇ ਸੱਚੀ ਪ੍ਰਮਾਤਮਾ ਬਹੁਤ ਖੁਸ਼ ਹੈ ਉੱਥੇ? ਨਹੀਂ, ਤੁਹਾਡੇ ਪੁੰਨ ਸੜ ਜਾਣੇ। ਔਰ ਉਹ ਮਾੜੀ ਚੀਜ਼ ਹੈ। ਠੀਕ ਗੁਰਕੀ ਸਾਹਿਬ, ਇਹਦੇ ਵਿੱਚ ਦੇਖੋ ਨਿੰਦਾ ਬਾਣੀ ਜਿਹੜੀ ਹੈ ਗੁਰਬਾਣੀ ਕਹਿੰਦੀ ਆ, ਆਪਣੇ ਗੁਰੂ ਮਹਾਰਾਜ ਆਪਾਂ ਨੂੰ ਸਮਝਾਉਂਦੇ ਆ ਪਾਏ ਕਿ ਦੇਖੋ ਇਹ ਜਿਹੜੀ ਨਿੰਦਾ ਵਾਲੇ ਲੋਕੀ ਦੁਨੀਆ 'ਚ ਹੈਗੇ ਆ, ਨਿੰਦਾ ਹੋਣੀ ਉਹਨਾਂ ਨੇ ਨਿੰਦਾ ਕਰਨੀ ਆ। ਪਰ ਤੁਸੀਂ ਜਿਹੜੇ ਬ੍ਰਹਮ ਗਿਆਨ ਦੇ ਰਸਤੇ ਤੇ ਤੁਸੀਂ ਜਿਹੜਾ ਹੈਗਾ ਪਰਮਾਤਮਾ ਦੇ ਵੱਲ ਨੂੰ ਆਤਮ ਯਾਤਰਾ ਕਰਨੀ ਹੈ, ਤੇ ਤੁਸੀਂ ਜਿਹੜਾ ਹੈਗਾ ਤੁਹਾਡੇ ਵਾਸਤੇ ਕੀ ਇੰਸਟਰਕਸ਼ਨ ਹੈ? ਫਿਰ ਕਿਸ ਤਰ੍ਹਾਂ ਆਪਾਂ ਜਿਹੜੇ ਹੈਗੇ ਉਸ ਤੋਂ ਬਚ ਸਕਦੇ ਹਾਂ? ਜਾਂ ਕਹਿੰਦੇ ਇਸ ਤਰ੍ਹਾਂ ਬਚ ਸਕਦੇ ਹਾਂ ਭਾਈ ਕਿ ਜਿਹੜਾ ਨਿੰਦਾ ਕਰ ਰਿਹਾ ਹੈ ਨਾ, ਤੇ ਨਿੰਦਾ ਕਰ ਰਿਹਾ ਤੇ ਨਿੰਦਾ ਕਰਕੇ ਤੇ ਤੁਸੀਂ ਦੇਖੋ ਆਪਣੇ ਅੰਦਰ ਜਿਹੜੇ ਤੁਹਾਡੇ ਜਿਹੜੇ ਅਵਗੁਣ ਜਾਂ ਤੁਹਾਡੇ ਅੰਦਰ ਜਿਹੜੀ ਗੱਲ ਕਹਿ ਰਿਹਾ ਹੈ, ਗਲਤ ਗੱਲ ਕਹਿ ਰਿਹਾ ਹੈ, ਉਹ ਤੁਸੀਂ ਦੇਖੋ ਵੀ ਤੁਹਾਡੇ ਅੰਦਰ ਹੈਗੀ ਆ। ਉਹ ਜੇ ਹੈਗੀ ਆ ਤੇ ਭਾਈ ਉਹਨੂੰ ਸ਼ਾਬਾਸ਼ੀ ਕਰ ਦਿਓ ਤੇ ਆਪਣੇ ਅੰਦਰੋਂ ਉਹਨੂੰ ਕੱਢ ਦਿਓ ਉਹ ਅਵਗੁਣ ਨੂੰ। ਜੇ ਨਹੀਂ ਹੈਗੀ ਆ
ਤੇ ਕੋਈ ਪ੍ਰੋਬਲਮ ਨਹੀਂ ਹੈ। ਦੇਖੋ ਉਹਦੇ ਵਿੱਚ ਕਬੀਰ ਜੀ ਕਹਿੰਦੇ ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਨਾਮ ਪਦਾਰਥ ਮਨੇ ਵਸਾਈਏ, ਹਿਰਦੇ ਸੁੱਧ ਜੋ ਨਿੰਦਾ ਹੋਏ, ਹਮਰੇ ਕੱਪੜੇ ਨਿੰਦਕ ਧੋਏ। ਕਹਿੰਦੇ ਜੇ ਨਹੀਂ ਹੈਗਾ ਅਵਗੁਣ ਤਾਂ ਵੀ ਨਿੰਦਾ ਕਰ ਰਿਹਾ ਹੈ ਤੇ ਕੋਈ ਗੱਲ ਨਹੀਂ ਹੈ ਭਾਈ, ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਕਹਿੰਦੇ ਕਿ ਉਹ ਆਪਣੀ ਮੈਲ, ਸਾਡੀ ਮੈਲ ਧੋ ਰਿਹਾ ਹੈ ਭਾਈ। ਨਿੰਦਾ ਘੱਟ ਤੋਂ ਘੱਟ ਹਿਰਦੇ ਸੁੱਧ ਨਿੰਦਾ ਹੋਏ, ਮੈਲ ਕਿਵੇਂ ਧੋ ਰਿਹਾ ਕਿ ਕੱਪੜੇ, ਕਹਿੰਦੇ ਭਾਈ ਕਿ ਆਪਾਂ ਨੂੰ ਚੌਕਸ ਕਰ ਰਿਹਾ ਆ, ਕਿਤੇ ਦੇਖ ਆ ਅਵਗੁਣ ਨਾ ਤੇਰੇ ਅੰਦਰ ਆ ਜਾਏ, ਦੁਨੀਆ ਦੇ ਵਿੱਚ ਹੈਗਾ ਆ ਜਿਹੜਾ ਉਹ ਦੱਸ ਰਿਹਾ ਤੈਨੂੰ, ਤੇ ਉਹ ਤੇਰੇ ਅੰਦਰ ਨਾ ਆ ਜਾਏ। ਤੈਨੂੰ ਸਾਵਧਾਨ ਕਰਤਾ ਉਹਨੇ, ਤੇਰੇ ਕੱਪੜਿਆਂ ਤੋਂ ਮੈਲ ਝਾੜਤੀ ਉਹਨੇ। ਇਸ ਤੋਂ ਅੱਗੇ ਕਹਿੰਦੇ ਨਿੰਦਾ ਕਰੇ ਸੋ ਹਮਰਾ ਮੀਤ, ਕਹਿੰਦੇ ਉਹ ਤਾਂ ਮਿੱਤਰ ਆ ਤੇਰਾ ਪਿਆਰਿਆ, ਤੈਨੂੰ ਘੱਟ ਤੋਂ ਘੱਟ ਜਿਹੜਾ ਹੈਗਾ ਤੇਰੇ ਅੰਦਰ ਝਾਤੀ ਮਾਰਨ ਦੇ ਵਾਸਤੇ ਦੱਸ ਰਿਹਾ ਹੈ ਭਾਈ ਆਹ ਅਵਗੁਣ ਤਾਂ ਨਹੀਂ ਕਿਤੇ ਅੰਦਰ, ਜੇ ਹੈਗਾ ਤੇ ਕੱਢ ਦੇ ਉਹਨੂੰ। ਹਾਂਜੀ ਗੋਰਖੇ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਜੀ। ਨਿੰਦਿਆ ਵੀ ਦੋ ਟਾਈਪ ਦੀ ਹੈ। ਇੱਕ ਤੇ ਹੁੰਦੀ ਆ ਕਿ ਤੁਹਾਡੇ ਅੰਦਰ ਜੇ ਕੋਈ ਔਗਣ ਹੈ, ਹੁਣ ਤੁਹਾਡੇ ਮਾਂ-ਬਾਪ ਤੁਹਾਨੂੰ ਕਹਿਣ ਕਿ ਬੱਚੇ ਆ ਇਹ 'ਚ ਕਮੀ ਹੈ ਤੇ ਇਹ ਵੀ ਨਿੰਦਿਆ, ਪਰ ਇਹਦੇ ਵਿੱਚ ਤੁਹਾਡੀ ਪ੍ਰੋਗਰੈਸ ਹੋਏਗੀ, ਤੁਹਾਡਾ ਲੈਵਲ ਉੱਚਾ ਆਏਗਾ। ਮੰਨ ਲਓ ਹੁਣ ਮੇਰੇ 'ਚ ਕੋਈ ਔਗਣ ਹੈ ਤੇ ਮੈਨੂੰ ਕੋਈ ਨਹੀਂ ਦੱਸੂਗਾ ਤੇ ਕਿੱਥੋਂ ਪਤਾ ਲੱਗੂਗਾ, ਕਿਉਂਕਿ ਬਹੁਤ ਲਾਗੇ ਹੈ ਨਾ। ਜਿੱਦਾਂ ਮਤਲਬ ਸਾਨੂੰ ਕਿਉਂ ਨਹੀਂ ਸਾਡੇ ਅੰਦਰ ਔਗਣ ਦਿਖਦੇ, ਤੁਸੀਂ ਦੇਖੋਗੇ ਨਾ ਕੋਈ ਚੀਜ਼ ਤੁਸੀਂ ਬਿਲਕੁਲ ਅੱਖ ਦੇ ਕਰੀਬ ਲੈ ਕੇ ਆਓਗੇ ਨਾ, ਨਹੀਂ ਦਿਖਣੀ, ਨਹੀਂ ਦਿਖੇਗੀ, ਕਿਉਂਕਿ ਬਹੁਤ ਕਰੀਬ ਆ ਗਈ ਉਹ। ਇਸੇ ਤਰ੍ਹਾਂ ਮੇਰੇ ਜਿਹੜੇ ਔਗਣ ਆ ਉਹ ਮੇਰੇ ਸੂਖਮ ਸਰੀਰ ਦੇ ਨਾਲ ਜੁੜੇ ਆ ਤੇ ਮੇਰੇ ਤੇ ਉਹਨਾਂ ਦੇ ਵਿੱਚ ਗੈਪ ਨਹੀਂ ਹੈਗਾ, ਕਿਉਂਕਿ ਬੁਰਾਈ ਨੂੰ ਦੇਖਣ ਦੇ ਲਈ ਥੋੜਾ ਗੈਪ ਚਾਹੀਦਾ ਹੈ। ਔਰ ਬੰਦੇ ਨੂੰ ਇਸੇ ਕਰਕੇ ਪਤਾ ਨਹੀਂ ਲੱਗਦਾ ਕਿ ਮੇਰੇ 'ਚ ਕਿਹੜਾ ਔਗਣ ਹੈ, ਕਿਉਂਕਿ ਬਹੁਤ ਕਰੀਬ ਆ, ਉਹਦੇ ਨਾਲ ਜੁੜੇ ਹੋਏ ਨੇ ਔਰ ਉਹਨੂੰ ਲੱਗਦਾ ਕਿ ਇਟ ਇਜ਼ ਪਾਰਟ ਆਫ ਮੀ, ਬਟ ਉਹ ਕੋਈ ਔਗਣ ਨੇ, ਉਹ ਕੋਈ ਵਧੀਆ ਚੀਜ਼ ਨਹੀਂ ਹੈਗੀ। ਠੀਕ ਹੈ ਜੀ, ਬਿਲਕੁਲ। ਇਹ ਜੇ ਆਪਣੇ ਭਲੇ ਵਾਸਤੇ ਕਿਸੇ ਦੀ ਕਹੀ ਜਾਂਦੀ ਹੈ ਤੇ ਉਹ ਨਿੰਦਿਆ ਨਹੀਂ ਹੈ, ਉਹ ਤੇ ਵਧੀਆ ਚੀਜ਼ ਹੈ। ਪਰ ਜੇ ਆਪਾਂ ਕਿਸੇ ਦੇ ਨੁਕਸਾਨ ਦੇ ਲਈ ਕੁਝ ਕਹਿੰਦੇ ਆ ਤੇ ਉਹ ਮਾੜੀ ਚੀਜ਼ ਹੈ। ਹਾਂਜੀ ਨਿੱਜਲ ਸਾਹਿਬ। ਮੈਂ ਕਹਿ ਰਿਹਾ ਸੀਗਾ ਕਿਉਂਕਿ ਆਪਾਂ ਨੂੰ ਤਾਂ ਨਹੀਂ ਪਤਾ ਲੱਗਦਾ ਕਿਉਂਕਿ ਆਪਾਂ ਜਿਹੜੇ ਹੈਗੇ ਉਹਦੇ ਵਿੱਚ ਹੀ ਗਤੀ ਕਰ ਰਹੇ ਹਾਂ, ਉਹ ਆਪਣਾ ਜੀਵਨ ਦਾ ਹਿੱਸਾ ਬਣ ਗਏ ਆ, ਇਸ ਕਰਕੇ ਆਪਾਂ ਨੂੰ ਨਹੀਂ ਪਤਾ ਲੱਗੇਗਾ ਆਪਣੀਆਂ ਗਲਤੀਆਂ ਦਾ। ਹਾਂਜੀ ਵੀਰ ਜੀ। ਹਾਂ, ਨਹੀਂ ਪਤਾ ਲੱਗਦਾ। ਹੁਣ ਦੇਖੋ ਜਿਹੜੇ ਔਗਣ ਆ, ਔਗਣ ਉਹ ਸਾਡਾ ਹਿੱਸਾ ਬਣ ਜਾਂਦੇ ਆ, ਤੇ ਜਦੋਂ ਹਿੱਸਾ ਬਣ ਜਾਂਦੇ ਆ ਤੇ ਫਿਰ ਉਹ ਸਾਨੂੰ ਉਹਨਾਂ 'ਚ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ। ਬਸ ਆਹੀ ਗੱਲ ਆ। ਸ਼ਰਾਬੀ ਨੂੰ ਸ਼ਰਾਬ ਕਿਉਂ ਨਹੀਂ ਬੁਰੀ ਲੱਗਦੀ? ਕਿਉਂਕਿ ਉਹਦੇ ਜੀਵਨ ਦਾ ਹਿੱਸਾ ਬਣ ਗਈ ਉਹ ਜਿੱਦਾਂ ਮਤਲਬ ਉਹ ਫੈਮਿਲੀ ਨੂੰ ਛੱਡ ਸਕਦਾ ਪਰ ਉਹਨੂੰ ਨਹੀਂ ਛੱਡ ਸਕਦਾ, ਕਿਉਂਕਿ ਉਹ ਬਹੁਤ ਕਲੋਜ਼ ਹੈ ਉਹਦੇ। ਬਿਲਕੁਲ। ਉਹਨੂੰ ਪੀ ਕੇ ਚੰਗਾ ਲੱਗਦਾ ਹੈ, ਇਸ ਕਰਕੇ ਉਹ ਡੋਪਾਮਾਈਨ ਲੈਣ ਦੇ ਲਈ ਬਾਰ-ਬਾਰ ਸ਼ਰਾਬ ਪੀਂਦਾ। ਵੇਖਿਆ ਨੀ ਸਵੇਰੇ ਲੋਕੀ ਠੇਕਿਆਂ ਤੇ ਪਹੁੰਚ ਜਾਂਦੇ ਆ, ਕਿਉਂ ਜਾਂਦੇ ਉੱਥੇ? ਇਹ ਉਹ ਲੋਕ ਨੇ ਜਿਹੜੇ ਅੰਦਰ ਆਪਣੇ ਡੋਪਾਮਾਈਨ ਨੂੰ ਰਿਲੀਜ਼ ਕਰਦੇ ਆ, ਕਿਉਂਕਿ ਇਕਾਗਰਤਾ ਮਿਲਦੀ ਆ। ਸ਼ਰਾਬ ਪੀਣ ਦੇ ਨਾਲ ਕੀ ਹੁੰਦਾ ਕਿ ਵਿਚਾਰ ਰੁਕ ਜਾਂਦੇ ਆ, ਕੁਝ ਘਟ ਜਾਂਦੇ ਆ, ਸਲੋ ਹੋ ਜਾਂਦੇ ਆ। ਤੇ ਉਹ ਗਾਣਾ ਨੀ ਸੁਣਿਆ, ਦੋ ਪੈਗ ਲਾ ਕੇ ਤੇ ਲੱਗਦਾ ਸਾਰਾ ਪਿੰਡ ਮਿੱਤਰਾਂ ਦਾ? ਉਹ ਏਦਾਂ ਦੀ ਕਹਾਣੀ ਬਣ ਜਾਂਦੀ। ਦੁਸ਼ਮਣ ਵੀ ਯਾਰ ਲੱਗਦੇ ਨੇ ਕਿਉਂਕਿ ਅੰਦਰ ਵਿਚਾਰ ਰੁਕ ਗਏ ਨੇ। ਬਿਲਕੁਲ। ਪਰ ਜਿਵੇਂ ਨਸ਼ਾ ਉਤਰ ਗਿਆ ਤੇ ਫਿਰ ਤੁਹਾਨੂੰ ਉਹ ਚੀਜ਼ ਪ੍ਰਗਟ ਹੋ ਜਾਂਦੀ, ਔਗਣ ਪ੍ਰਗਟ ਹੋ ਜਾਂਦੇ। ਫਿਰ ਸਾਰਾ ਪਤਾ ਲੱਗਦਾ ਕਿ ਇਹ ਬੰਦਾ ਆਪਣਾ ਨਹੀਂ, ਇਹ ਬੇਗਾਨਾ ਹੈ ਜਾਂ ਪਰਾਇਆ ਹੈ। ਉਹ ਗਿਆਨ ਉਦੋਂ ਪਤਾ ਲੱਗਦਾ ਜਦੋਂ ਤੁਹਾਡਾ ਚਿੱਤ ਪ੍ਰਗਟ ਹੋ ਜਾਂਦਾ। ਔਰ ਜਦੋਂ ਵਿਚਾਰ ਹੀ ਰੁਕ ਗਏ, ਸਲੋ ਹੋ ਗਏ ਨਸ਼ੇ ਦੇ ਕਰਕੇ, ਦਿਮਾਗ ਉਹਨਾਂ ਕੰਮ ਹੀ ਨਹੀਂ ਕਰਨ ਦਿਆ, ਫਿਰ ਸਾਰੀ ਦੁਨੀਆ ਦੋਸਤ ਲੱਗਦੀ ਹੈ। ਠੀਕ ਹੈ ਜੀ, ਪਰ ਪਲੀਜ਼ ਅੰਡਰਸਟੈਂਡ ਕਰੋ। ਹਾਂਜੀ, ਉਹਦੇ ਨਾਲ ਗੋਰਖ ਸਾਹਿਬ ਨੁਕਸਾਨ ਇਹ ਹੋ ਜਾਂਦਾ ਹੈ ਕਿ ਸਰੀਰ ਆਪਣਾ ਕੰਡਮ ਹੋ ਜਾਂਦਾ ਹੈ, ਪਹਿਲੀ ਗੱਲ। ਦੂਸਰਾ ਜਿਹੜਾ ਹੈਗਾ ਵਿਚਾਰ ਜਿਹੜੇ ਹੈਗੇ, ਉਸ ਤੋਂ ਬਾਅਦ ਨਸ਼ਾ ਉਤਰਦਾ ਹੈ ਤੇ ਵਿਚਾਰ ਤਾਂ ਉਸ ਤੋਂ ਕਿੰਨੇ ਗੁਣਾ, 10 ਗੁਣਾ ਜ਼ਿਆਦਾ ਆ ਜਾਂਦੇ। ਨਿੱਜਤ ਸਾਹਿਬ, ਉਹਨੂੰ ਬਾਰ-ਬਾਰ ਹੀ ਉਸੇ ਚੀਜ਼ ਕੋ ਜਾਣਾ ਪੈਣਾ ਮੁੜ ਕੇ, ਕਿਉਂਕਿ ਉਹਨੇ ਗਲਤ ਰਿਸ਼ਤੇ ਦੇ ਨਾਲ ਉਹ ਚੀਜ਼ ਨੂੰ ਰੋਕਿਆ ਹੈ ਨਾ। ਉਹ ਵਿਧੀ ਨਾਲ ਥੋੜੀ ਰੋਕਿਆ, ਉਹਨੇ ਭਗਤੀ ਥੋੜੀ ਕੀਤੀ ਹੈ। ਬਿਲਕੁਲ। ਅਸਲ ਤੇ ਜਿਹੜਾ ਸ਼ਰਾਬੀ ਵੀ ਹੈ ਨਾ, ਸ਼ਰਾਬੀ ਵੀ ਇੱਕ ਸਮਾਧੀ ਭਾਲਦਾ ਵਾ। ਬਿਲਕੁਲ ਸਹੀ ਗੱਲ ਹੈ, ਆਹ ਗੱਲ ਬਿਲਕੁਲ ਸਹੀ ਹੈਗੀ ਆ। ਆਪਾਂ ਨੇ ਜੋ ਧਿਆਨ ਸਿਮਰਨ ਕਰਕੇ ਪ੍ਰਾਪਤ ਕਰਨਾ ਹੈ ਉਹ ਉਸ ਟਾਈਪ ਦਾ ਹੀ ਹੈਗਾ ਕੰਮ ਉਹ ਵੀ। ਹਾਂ, ਆ ਜਿਹੜੀ ਭੰਗ ਭੁੰਗ ਪੀਂਦੀ, ਇਹ ਵੀ ਕੀ ਕਰ ਰਿਹਾ? ਇਹ ਸਭ ਉਸੇ ਚੱਕਰ 'ਚ ਬੈਠੇ ਲੋਕ। ਆ ਤੁਹਾਡੇ ਬਾਹਰ ਸਮੈਕ ਸਮੂਕ ਪੀਂਦੇ, ਕੀ ਕਰਨ ਦੇ ਨੇ? ਅਸਲ 'ਚ ਉਹ ਸਮਾਧੀ ਭਾਲਦੇ ਆ, ਪਰ ਉਹ ਸਮਾਧੀ ਦਾ ਸਹੀ ਤਰੀਕਾ ਨਹੀਂ ਆ। ਉਹ ਇੱਕ ਗਲਤ ਰਿਸ਼ਤੇ ਤੇ ਪੈ ਜਾਂਦੇ ਨੇ, ਇਸ ਕਰਕੇ ਉਹ ਆਪਣਾ ਜੀਵਨ ਬਰਬਾਦ ਕਰ ਲੈਂਦੇ, ਸਿਹਤ ਖਰਾਬ ਕਰਕੇ ਬਹਿ ਜਾਂਦੇ ਆ। ਪਰ ਮਕਸਦ ਉਹਨਾਂ ਦਾ ਵੀ ਉਹੀ ਹੈ, ਨਿਰਵਿਚਾਰ ਅਵਸਥਾ 'ਚ ਜਾਣਾ ਚਾਹੁੰਦੇ ਨੇ, ਕਿਉਂਕਿ ਕੁਝ ਵਿਚਾਰ ਏਦਾਂ ਦੇ ਨੇ ਉਹਨਾਂ ਨੂੰ ਬਹੁਤ ਪਰੇਸ਼ਾਨ ਕਰ ਰਹੇ ਨੇ ਔਰ ਉਹਨਾਂ ਦਾ ਚਿੱਤ ਖਾਲੀ ਨਹੀਂ ਹੋ ਰਿਹਾ। ਤੇ ਵਿਚਾਰੇ ਕੋਈ ਇੱਕੋ ਹੀ ਆਪਸ਼ਨ ਹੈਗਾ, ਨਸ਼ਾ ਕਰਕੇ ਮੈਂ ਸ਼ਾਇਦ ਇਹਨਾਂ ਤੋਂ ਮੁਕਤੀ ਪ੍ਰਾਪਤ ਕਰ ਲਾਂ। ਪਰ ਤੁਸੀਂ ਇੱਕ ਚੀਜ਼ ਨੂੰ ਦੇਖੋ,
ਜਿਹੜੀ ਚੀਜ਼ ਨੂੰ ਤੁਸੀਂ ਆਪਣੇ ਤੋਂ ਦੂਰ ਧੱਕਣ ਦੀ ਕੋਸ਼ਿਸ਼ ਕੀਤੀ ਨਾ, ਉਹ ਸਪਰਿੰਗ ਵਾਂਗੂ ਆ। ਇੱਕ ਸਮਾਂ ਆਊਗਾ ਉਹਨੇ ਵਾਪਸ ਜੰਪ ਫੁੱਲ ਸਪੀਡ ਨਾਲ ਤੁਹਾਡੇ ਲਾਉਣਾ। ਬਿਲਕੁਲ ਕਰਨਾ, ਬਿਲਕੁਲ ਕਰਨਾ। ਤੇ ਹਾਂ, ਤੇ ਇੱਕ ਮੈਨੂੰ ਵੀਰ ਕਹਿੰਦਾ ਕਿ ਵੀਰ ਜੀ ਵਿਚਾਰ ਬਹੁਤ ਆਉਂਦੇ ਆ ਤੇ ਮੈਂ ਉਹਨਾਂ ਨੂੰ ਧੱਕਾ ਮਾਰਦਾ, ਪਰੇ ਕਰਦਾ। ਮੈਂ ਜਿੰਨਾ ਤੂੰ ਧੱਕਾ ਮਾਰੇਗਾ ਨਾ ਉਹਨੇ ਹੀ ਤੇਰੇ ਅੰਦਰੋਂ ਵਿਚਾਰ ਆਉਣਾ। ਕਿਉਂਕਿ ਉਹਨੂੰ ਧੱਕਾ ਮਾਰੇਗਾ ਤੇ ਰਬੜ ਵਾਂਗੂ ਆ, ਉਹ ਵਾਪਸ ਆਉਂਦੀ ਹੈ। ਇਸ ਕਰਕੇ ਨਾ ਤੇ ਧੱਕਾ ਮਾਰਨਾ ਹੈ ਤੇ ਨਾ ਚਿੰਬੜਨਾ ਹੈ। ਉਹ ਦ੍ਰਿਸ਼ਟਾ ਬਣਨਾ ਹੈ, ਅੰਦਰ ਦ੍ਰਿਸ਼ਟਾ ਬਣ ਕੇ ਉਹਨਾਂ ਨੂੰ ਦੇਖਣਾ ਹੈ, ਆਟੋਮੈਟਿਕਲੀ ਉਹ ਸ਼ਾਂਤ ਹੋ ਜਾਣਗੇ। ਠੀਕ ਹੈ ਜੀ, ਅਗਲੇ ਬੰਨੋਂ ਨਿੱਜਰ ਸਾਹਿਬ ਬੋਲੋ। ਹਾਂਜੀ, ਤੇ ਇਹਦੇ ਵਿੱਚ ਮਹਾਰਾਜ ਕਹਿੰਦੇ ਆ ਭਾਈ ਨਿੰਦਾ ਬਿਲਕੁਲ ਨਹੀਂ ਕਰਨੀ। ਔਰ ਫਿਰ ਜਿਹੜਾ ਹੈਗਾ ਜੂਨਾਂ ਥੱਲੇ ਦੀਆਂ ਜੂਨਾਂ ਮਿਲਦੀਆਂ ਆ, ਉਹ ਤੇਲੀ ਸੰਦਾ ਬਲਦਕਾਰ ਨਿਤ ਭਲ ਕੇ ਉੱਠ ਪ੍ਰਵੇ ਜੋਇਆ। ਤੇ ਸਾਰਾ ਕੁਝ ਮਾਲਕ ਪਰਮਾਤਮਾ ਦੇਖ ਰਿਹਾ ਹੈ। ਹਰ ਵੇਖੇ ਸੁਣਿਆ ਨਿਤ ਸਭ ਕਿਛ, ਤਿਦੋਂ ਕਿਛ ਗੁੱਜਾ ਨਾ ਹੋਇਆ। ਜੈਸਾ ਬੀਜੇ ਸੋ ਲੁਣੇ, ਜਿਹਾ ਪੁਰਬ ਕਿਨੇ ਬੋਇਆ। ਹਾਂਜੀ ਗੁਰ ਸਾਹਿਬ। ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਇਹ ਸੰਸਾਰ ਜਿਹਨੇ ਬਣਾਇਆ ਨਾ, ਤੂੰ ਖੁਦ ਦੇਖ ਵੀ ਰਿਹਾ ਹੈ। ਉਹਨੇ ਬਣਾ ਕੇ ਇੱਥੋਂ ਲੱਗ ਨਹੀਂ ਹੋ ਗਿਆ, ਉਹਦੇ ਅੰਦਰ ਤੇ ਹੈਗਾ। ਔਰ ਉਹ ਬਹੁਤ ਬਰੀਕ ਹੈ, ਉਹ ਬਹੁਤ ਚਲਾਕ ਹੈ, ਵੈਰੀ ਇੰਟੈਲੀਜੈਂਟ। ਉਹ ਸਤਾ ਜਿਹੜੀ ਹੈਗੀ ਨਾ ਪਰਮਾਤਮਾ ਜਿਹਨੂੰ ਕਹਿ ਦਿੰਦੇ ਆ, ਵੈਰੀ ਇੰਟੈਲੀਜੈਂਟ, ਹਾਈਲੀ ਇੰਨੀ ਇੰਟੈਲੀਜੈਂਟ ਹੈ, ਉਹਦੀ ਕੋਈ ਸੀਮਾ ਨਹੀਂ ਹੈਗੀ। ਬਹੁਤ ਇੰਟੈਲੀਜੈਂਟ ਹੈ। ਮੈਂ ਤੇ ਕਈ ਵਾਰੀ ਵੇਖਦਾ ਨਾ, ਬਹੁਤ ਜ਼ਿਆਦਾ ਕੋ ਬੁੱਧੀ ਹੈ। ਰੂਪ ਨਹੀਂ ਹੈਗਾ, ਨਾ ਉਹਦਾ ਰੰਗ ਹੈਗਾ, ਨਾ ਕੋਈ ਦੀ ਰੇਖ ਹੈਗੀ ਆ, ਪਰ ਇੰਨਾ ਇੰਟੈਲੀਜੈਂਟ। ਉਹਦੀਆਂ ਚੀਜ਼ਾਂ ਬਣੀਆਂ ਦੇਖੋ, ਪਲੀਜ਼ ਨੋਟ ਡਾਊਨ ਕਰੋ। ਹੁਣ ਮੈਂ ਵੇਖਣ ਆ ਕਿ ਧਰਤੀ ਤੇ ਜਿਹੜਾ ਪਾਣੀ ਆ, ਹੁਣ ਸਾਇੰਸ ਵਾਲੇ ਬੋਲਣ ਦੇ ਜੀ ਉੱਥੇ ਵੀ ਪਾਣੀ ਹੈਗਾ ਸੀ, ਉੱਥੋਂ ਉੱਡ ਗਿਆ। ਪਰ ਮੈਂ ਕਹਿੰਦਾ ਧਰਤੀ ਤੇ ਪਾਣੀ ਵੇਖੋ, ਇਸ ਹਿਸਾਬ ਨਾਲ ਪ੍ਰੀਜ਼ਰਵ ਕੀਤਾ, ਇੱਥੋਂ ਉੱਡ ਨਹੀਂ ਸਕਦਾ। ਇਹ ਪਾਣੀ ਜਿਹੜਾ ਧਰਤੀ ਦਾ ਇੱਥੇ ਰਹੂਗਾ। ਆਪ ਜਸਟ ਸੋਚੋ, ਇਹ ਫਾਰਮੂਲੇ ਕਿਹਨੇ ਲਾਏ ਨੇ? ਇਹ ਐਵਰੀਥਿੰਗ ਇਜ਼ ਔਨ ਬੇਸ ਔਨ ਦਾ ਪ੍ਰੈਕਟੀਕਲ ਥਿਉਰੀ ਦੇ ਵਿੱਚ। ਉਸ ਤੋਂ ਬਾਅਦ ਉਹ ਥਿਉਰੀ ਚ ਪ੍ਰੈਕਟੀਕਲ ਹੈ। ਏਦਾਂ ਨਹੀਂ ਹੈ ਕੋਈ ਐਵੇਂ ਕਲਪਨਿਕ। ਹਰ ਚੀਜ਼ ਜਿਹੜੀ ਬਣਾਈ ਆ ਉਹਦੇ ਪਿੱਛੇ ਬੁੱਧੀ ਯੂਜ਼ ਹੋਈ ਆ, ਬੜੀ ਚੋਟੀ ਦੀ ਬੁੱਧੀ ਯੂਜ਼ ਕੀਤੀ ਹੈ, ਔਰ ਉਹ ਚੀਜ਼ ਨੂੰ ਬਣਾਇਆ। ਹੁਣ ਮੈਂ ਸੋਚਦਾ ਕਿ ਜੇ ਪਾਣੀ ਨਾ ਹੋਵੇ ਤੇ ਇੰਨਾ ਹੋਣਾ ਕਿਹਦੇ ਨਾਲ? ਔਰ ਪਾਣੀ ਦਾ ਰੰਗ ਏਦਾਂ ਬਣਾਇਆ ਕਿ ਉਹ ਵੇਖੋ ਕਿਤੇ ਚੜਦਾ ਹੀ ਨਹੀਂ। ਇਟ ਇਜ਼ ਜਸਟ ਕਲਰਲੈਸ। ਮਲੀਨਤਾ ਲੈ ਜਾਂਦਾ। ਔਰ ਪਾਣੀ ਫਿਰ ਵੇਖੋ ਐਸਾ ਤੱਤ ਆ, ਉਹ ਗੰਦਾ ਨਹੀਂ ਹੁੰਦਾ, ਗੰਦਗੀ ਛੱਡ ਜਾਂਦਾ। ਬਿਲਕੁਲ। ਫਿਰ ਗੰਦਗੀ ਤੋਂ ਛੱਡ ਕੇ ਭਾਵ ਬਣ ਜਾਂਦਾ। ਆਪ ਜਸਟ ਸੋਚੋ, ਇਹ ਕਿੰਨੇ ਫਾਰਮੂਲੇ ਬਣਾਏ ਨੇ। ਜੇ ਗੱਡੀ ਤੁਹਾਡੀ ਚ ਡੀਜ਼ਲ ਪੈ ਰਿਹਾ, ਪੈਟਰੋਲ ਪੈ ਰਿਹਾ, ਮੋਬਿਲਾਈਲ ਆ, ਜਾਂ ਗਰੀਸ ਆ, ਜਾਂ ਜਹਾਜ਼ ਦੇ ਵਿੱਚ ਤੇਲ ਚਾਹੀਦਾ ਵਾ, ਜਾਂ ਤੁਹਾਨੂੰ ਯੂਰੇਨੀਅਮ ਚਾਹੀਦਾ ਹੈ, ਜਾਂ ਤੁਹਾਨੂੰ ਨਿਊਕਲੀਅਰ એનર્ਜੀ ਚਾਹੀਦੀ ਆ, ਸਾਰਾ ਕੁਝ ਬਣਾ ਕੇ ਰੱਖਿਆ ਅਗਲੇ ਨੇ। ਚੁੰਬਕ ਚਾਹੀਦੀ ਹੈ, ਚੁੰਬਕ ਤੋਂ ਬਿਨਾਂ ਕੰਮ ਨਹੀਂ ਹੋ ਸਕਦਾ, ਚੁੰਬਕ ਦੇ ਪਹਾੜ ਬਣਾਏ ਨੇ ਅਗਲੇ ਨੇ। ਆਪ ਜੇ ਤਾਂ ਸੋਚੋ ਕਿ ਇੰਨਾ ਕੰਪਲੀਟ ਕਿਉਂ ਆ ਸਾਰਾ ਕੁਝ? ਇੰਨੀਆਂ ਸਾਰੀਆਂ ਚੀਜ਼ਾਂ ਕੋ ਬਣੀਆਂ। ਆਪਣੇ ਹੱਥਾਂ ਨੂੰ ਵੇਖੋ। ਤੁਸੀਂ ਕੋਈ ਕੰਮ ਹੈਗਾ ਜਿਹੜਾ ਤੁਹਾਡੇ ਤੋਂ ਤੁਸੀਂ ਨਹੀਂ ਕਰ ਸਕਦੇ? ਤੁਸੀਂ ਬਹੁਤ ਕੁਝ ਕਰ ਸਕਦੇ, ਵੇਖਣੋਂ ਤੁਸੀਂ ਬਹੁਤ ਕਮਜ਼ੋਰ ਲੱਗਦੇ, ਪਰ ਤੁਹਾਡੇ ਅੰਦਰ ਕਿੱਦਾਂ ਦਾ ਡਿਜ਼ਾਈਨ ਕੀਤਾ, ਕਿੱਦਾਂ ਲੱਤਾਂ ਤੁਹਾਡੀਆਂ ਫੋਲਡ ਹੁੰਦੀਆਂ, ਵੇਖਿਆ ਕਿਤੇ ਚੌਂਕੜੀ ਮਾਰਨੀ। ਇਹ ਡਿਸਾਈਡ ਕੀਤਾ ਹੋਇਆ ਤੁਸੀਂ ਚੌਂਕੜੀ ਮਾਰਨੀ ਆ, ਤੁਸੀਂ ਬਹਿਣਾ ਹੈ, ਤੁਸੀਂ ਲੰਮੇ ਪੈਣਾ ਹੈ। ਐਵਰੀਥਿੰਗ ਵੈਰੀ ਵੈਰੀ ਕਲੀਅਰਲੀ ਡਿਸਾਈਡ। ਤੁਹਾਡੇ ਕੰਨ ਨਹੀਂ ਵੇਖੇ? ਕੰਨ ਕਿਤੇ ਛੱਤ ਤੇ ਮੇਰੇ ਵਰਗਾ ਹੁੰਦਾ ਤੇ ਭਾਵੇਂ ਉੱਤੇ ਲਾ ਦਿੰਦਾ ਤੁਹਾਡੇ ਵਾਲਾਂ ਵਾਲੀ ਜਗ੍ਹਾ ਚ, ਉਹ ਚ ਪਾਣੀ ਪੈ ਜਾਣਾ ਸੀ। ਪਰ ਨਹੀਂ, ਉਹਨੇ ਸਾਈਡ ਤੇ ਲਾਇਆ। ਫਿਰ ਉਹਦੇ ਕੰਨ ਬਣਾਏ ਨੇ ਐਨਕਾਂ ਟੰਗਣ ਵਾਸਤੇ। ਆਪ ਸੋਚਦੇ ਜੋ, ਪਲੀਜ਼ ਸੋਚੋ। ਫਿਰ ਕੰਨਾਂ ਦੇ ਵਿੱਚ ਵੇਖੋ ਥੱਲੇ ਉਹ ਵੱਖਰਾ ਬਣਾਇਆ ਵਾ, ਜਿੱਥੇ ਉਹ ਕੋਕਾ ਜਾਂ ਕੋਈ ਵਾਲੀ ਪੈ ਜੇ। ਔਰਤ ਦਾ ਰੂਪ ਵੱਖਰਾ ਬਣਾਇਆ, ਮਰਦ ਦਾ ਰੂਪ ਵੱਖਰਾ। ਸਾਰੀ ਪ੍ਰਕਿਰਤੀ ਚ ਮੇਲ ਫੀਮੇਲ, ਇੱਥੋਂ ਤੱਕ ਰੁੱਖ ਦੇ ਵਿੱਚ ਛੋਟਾ ਜਿਹਾ ਪੌਦਾ ਹੈ, ਉਹ ਚ ਮੇਲ ਵੀ ਹੈਗਾ, ਉਹ ਚ ਫੀਮੇਲ ਹੈਗਾ। ਉਹ ਕਿੱਦਾਂ ਉੱਥੇ ਮੱਖੀ ਬਹਿੰਦੀ ਆ, ਕੋਈ ਵੀ ਮੱਖੀ ਪਵੇ, ਭਾਵੇਂ ਸ਼ਹਿਦ ਵਾਲੀ ਹੋਵੇ ਜਾਂ ਦੂਜੀ ਹੋਵੇ, ਉਹਦੇ ਪੈਰਾਂ ਦੇ ਨਾਲ ਉਹ ਚੀਜ਼ ਟੱਚ ਹੁੰਦੀ ਆ, ਉਹ ਫੀਮੇਲ ਕੋਲ ਲੈ ਕੇ ਜਾਂਦਾ, ਉੱਥੇ ਫਿਰ ਫੁੱਲ ਲੱਗਦਾ। ਉਸ ਤੋਂ ਬਾਅਦ ਪ੍ਰੋਸੈਸ ਹੁੰਦਾ ਹੈ। ਇਹ ਡਿਜ਼ਾਈਨ ਕਿਹਨੇ ਕੀਤੇ? ਕਿਤੇ ਆਪਾਂ ਸੋਚਦੇ ਕਿਉਂ ਨਹੀਂ? ਆਪਾਂ ਏਡੇ ਮਤਲਬ ਇੰਨਾ ਬਹੁਤਾ ਨੀਵਾਂ ਜਿਹਾ ਜੀਵਨ ਕਿਉਂ ਬਤੀਤ ਕਰਦੇ? ਜਿੰਨਾ ਚਿਰ ਤੱਕ ਤੁਸੀਂ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ, ਉਹਨਾਂ ਚਿਰ ਤੱਕ ਤੁਹਾਡੇ ਅੰਦਰ ਜਗਿਆਸਾ ਨਹੀਂ ਪੈਦਾ ਹੋਣੀ ਪਰਮਾਤਮਾ ਦੇ ਪ੍ਰਤੀ। ਕਿੱਦਾਂ ਉਹ ਤੁਸੀਂ ਵੇਖੋ, ਜਿਹੜਾ ਲੋਭ ਆ, ਇਹ ਲੋਭ ਜਿਹੜਾ ਤੱਤ ਹੈ, ਇਹ ਪਾਣੀ ਨਾਲ ਜੁੜਿਆ। ਜਿੱਦਾਂ ਪਾਣੀ ਵੇਖੋ, ਪਾਣੀ ਵੱਧਦਾ ਨਾ, ਪਾਣੀ ਨੂੰ ਲੈ, ਪਾਣੀ ਚ ਜਿਹੜਾ ਮਰਜ਼ੀ ਪਾਣੀ ਪਾਈ ਜਾਓ, ਨਿਜਰ ਸਾਹਿਬ ਮਨਾ ਕਰਦਾ ਨਾ। ਲੋਭ ਆ,
ਇਸੇ ਤਰ੍ਹਾਂ ਵੇਖੋ ਆਪਣੇ ਜਿਹੜੇ ਦੁਨੀਆ ਦੇ ਅਮੀਰ ਨੇ, ਉਹ ਹਰ ਕੋਈ ਚਾਹੁੰਦਾ ਮੈਂ TC ਤੇ ਰਵਾਂ। ਹੁਣ ਵੈਰਨ ਬੁਫੇ ਉਹ ਪਹਿਲਾਂ ਕਹਿੰਦਾ ਸੀ ਮੈਂ ਹੈਗਾ, ਉਸ ਤੋਂ ਬਾਅਦ ਇੱਕ ਹੋਰ ਸੀ ਇਲੋਨ ਮਸਕ ਆ ਗਿਆ ਦੁਨੀਆ ਦਾ ਸਭ ਤੋਂ ਨਵਾਂ ਅਮੀਰ। ਹੁਣ ਜਿਹੜੇ 2-3 ਅਮੀਰ ਪਹਿਲੇ ਸੀ ਉਹ ਪਰੇਸ਼ਾਨ ਹੋ ਗਏ, ਕਿਉਂਕਿ ਈਗੋ ਨਾ, ਹੰਕਾਰ ਹੁੰਦਾ ਨਾ ਕਿ ਮੈਂ ਦੁਨੀਆ ਦਾ ਸਭ ਤੋਂ ਅਮੀਰ। ਹੁਣ ਉਹ ਨੰਬਰ 2-3 ਤੇ ਆ ਗਿਆ, ਹਰ ਕੋਈ ਚਾਹੁੰਦਾ ਨੰਬਰ 1 ਤੇ ਰਵਾਂ। ਇੱਕ ਸਮਾਂ ਨਾ ਇਸ ਤੋਂ ਵੀ ਉੱਪਰ ਕੋਈ ਆ ਜਾਣਾ। ਇਹ ਸੰਸਾਰ ਆ, ਹੁੰਦਾ ਤੇ ਪ੍ਰਕਿਰਤੀ ਦੇ ਵਿੱਚ ਹੀ ਸਾਰਾ ਕੁਝ। ਪਰ ਵੇਖ ਲਓ ਬੰਦਾ ਕਿੰਨਾ ਆਪਣੇ, ਤੁਸੀਂ ਵੇਖੋ ਲੋਭ ਇੰਨਾ ਹੁੰਦਾ ਬੰਦੇ ਕੋਲ, ਕਿੰਨਾ ਵੀ ਪੈਸਾ ਆ ਜਾਏ ਤੇ ਇਹਨੇ ਕਿਤੇ ਤੁਹਾਡੇ ਅੰਦਰ ਤ੍ਰਿਪਤੀ ਨਹੀਂ ਹੋਣੀ, ਕਿਉਂਕਿ ਤੁਸੀਂ ਗਲਤ ਚੀਜ਼ ਨੂੰ ਆਪਣੇ ਜੀਵਨ ਦਾ ਮਕਸਦ ਬਣਾ ਲਿਆ। ਇਸੇ ਕਰਕੇ ਕਹਿੰਦੇ ਕਿ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਨੇ, ਇੱਛਾਵਾਂ ਨਹੀਂ ਪੂਰੀਆਂ ਹੁੰਦੀਆਂ। ਜ਼ਰੂਰਤਾਂ ਕਿਤੇ ਕਿੰਨੀਆਂ ਕਿ ਤੁਹਾਡਾ ਕੋਈ 10-20 ਹਜ਼ਾਰ ਜਾਂ ਮਹੀਨੇ ਦਾ 50,000 ਲਾ ਲਓ, ਮਹੀਨੇ ਦਾ ਖਰਚਾ ਲੱਖ ਲਾ ਲਓ, ਹਨਾ। ਬਿਲਕੁਲ। ਤੇ ਹੁਣ ਇੱਛਾਵਾਂ ਤੇ ਮੇਰੀਆਂ ਏਦਾਂ ਕਿ ਮੈਂ ਹੁਣ ਚਾਹੁੰਦਾ ਕਿ ਤਾਜ ਮਹਿਲ ਹੋਟਲ ਖਰੀਦਾਂ। ਹੁਣ ਉਸ ਤੋਂ ਬਾਅਦ ਮੈਂ ਕਹੂੰਗਾ ਕਿ ਮੈਨੂੰ ਓਬਰਾਏ ਹੋਟਲ ਚਾਹੀਦਾ, ਫਿਰ ਮੈਂ ਚਾਹੂੰਗਾ ਸਾਰੀ ਬੰਬੇ ਖਰੀਦਣੀ ਆ, ਫਿਰ ਮੈਨੂੰ ਚਾਹੀਦਾ ਸਾਰਾ ਇੰਡੀਆ, ਫਿਰ ਸਾਰਾ ਦੇਸ਼, ਫਿਰ ਮੈਨੂੰ ਧਰਤੀ ਚਾਹੀਦੀ ਹੈ। ਸੋ ਕਹਿਣ ਤੋਂ ਭਾਵ ਆ ਇਹ ਚੀਜ਼ ਦਾ ਅੰਤ ਨਹੀਂ ਹੈਗਾ। ਗੁਰੂਆਂ ਨੇ ਇਹ ਚੀਜ਼ ਨੂੰ ਲੱਭ ਲਿਆ ਸੀ। ਉਹ ਕਹਿੰਦੇ ਤੂੰ ਭਾਵੇਂ ਕੁਛ ਵੀ ਪ੍ਰਾਪਤ ਕਰ ਲੈ, ਸਰਬ ਜਗਤ ਘਰ ਆ ਜਾ ਦੁਖੀਆ। ਕਿਉਂ ਦੁਖੀ? ਕਿਉਂਕਿ ਉਹਨੇ ਜਿਹੜੀ ਚੀਜ਼ ਨੇ ਉਹਨੂੰ ਸੰਤੁਸ਼ਟ ਕਰਨਾ ਸੀ। ਇਹ ਸੰਤ ਕਿਉਂ ਨਹੀਂ ਪੈਸੇ ਦੇ ਪਿੱਛੇ ਭੱਜੇ? ਕਬੀਰ ਸਾਹਿਬ ਬੈਠੇ ਨੇ ਉੱਥੇ, ਉਦੋਂ ਤੇ ਮੰਦਿਰਾਂ ਦੇ ਵਿੱਚ ਪਤਾ ਨਹੀਂ ਕਿੰਨਾ ਸੋਨਾ ਚੜਦਾ ਸੀ। ਜੇ ਕਬੀਰ ਸਾਹਿਬ ਕਹਿੰਦੇ ਕਿਤੇ ਸੋਨਾ ਚੜਾ ਜਾਓ ਤੇ ਢੇਰ ਲੱਗ ਜਾਣਾ ਸੀ। ਪਰ ਉਹਨਾਂ ਨੇ ਕਿਤੇ ਬਾਣੀ 'ਚ ਲਿਖਿਆ ਕਿ ਇੱਥੇ ਮੈਂ ਮੰਗਿਆ ਵਾ ਸੋਨਾ ਮੈਨੂੰ ਚਾਹੀਦਾ, ਚੜਾਓ। ਪਰ ਉਹ ਕਹਿੰਦੇ ਨਹੀਂ, ਮੈਂ ਸੋਨਾ ਨਹੀਂ। ਉਹ ਲਿਖਦੇ ਨੇ ਕਿ ਘਾਲ ਕਰੇ, ਕੁਝ ਮਿਹਨਤ ਵੀ ਕਰਦੇ ਆ। ਮੈਂ ਆਪਣੇ ਹੱਥੋਂ ਜਿਹੜਾ ਮੈਂ ਸੂਤ ਕੱਤਦਾ ਹੈ, ਜੋ ਵੀ ਮੈਂ ਕੱਤ ਕੇ ਉਹ ਮੈਂ ਦਿੰਦਾ ਵਾਂ, ਮੈਂ ਲੈਂਦਾ ਨਹੀਂ ਕਿਸੇ ਦਾ। ਲੈਣ ਨੂੰ ਤੇ ਲੈ ਸਕਦੇ ਸੀ ਨਿੱਜਰ ਸਾਹਿਬ, ਉੱਥੇ ਵਿਹਲੜ ਪੈਣ। ਕਬੀਰ ਸਾਹਿਬ ਨੂੰ ਕੀ ਲੋੜ ਪਈ ਕੰਮ ਕਰਨ ਦੀ, ਜੋ ਇੰਨੀ ਸੰਗਤ ਆਉਂਦੀ ਸੀ, ਹੋਰ ਮਾਨ ਨਾਲ ਆਪਣਾ ਜੀਵਨ ਬਤੀਤ ਕਰ ਲੈਂਦੇ। ਪਰ ਨਹੀਂ, ਉਹਨਾਂ ਨੂੰ ਪਤਾ ਸੀ ਇਹ ਪੈਸਾ ਤੇ ਜ਼ਹਿਰ ਹੈ। ਨਿੱਜਰ ਸਾਹਿਬ ਬਿਲਕੁਲ। ਕਬੀਰ ਸਾਹਿਬ ਦੀ ਮਾਂ ਰੌਲਾ ਪਈ ਜਾਂਦੀ ਹੈ ਕਿ ਇਹ ਦੇਖਿਆ ਕਿ ਮੇਰਾ ਪੁੱਤ ਕਿਹੋ ਜਿਹੇ ਨਪੂਤੇ, ਜਬ ਸੀ ਮਾਲਾ ਪਕੜੀ ਨਪੂਤੇ, ਤਪਤੇ ਸੁੱਖ ਨਾ ਪਿਓ। ਉਹ ਕਿਉਂ? ਕਿਉਂਕਿ ਕਬੀਰ ਸਾਹਿਬ ਨੂੰ ਪਤਾ ਵਾ, ਪਰ ਮਾਂ ਨੂੰ ਵਿਚਾਰੀ ਨੂੰ ਪਤਾ ਨਹੀਂ ਆ ਕਿ ਜਿਹੜਾ ਦੂਜੇ ਦਾ ਦਾਨ ਖਾਣਾ ਉਹਦੇ ਜ਼ਹਿਰ ਹੈ। ਕਬੀਰ ਸਾਹਿਬ ਨੂੰ ਤਾਂ ਪਤਾ, ਸਮ ਦ੍ਰਿਸ਼ਟੀ ਹੋਈ ਪਈ, ਪਤਾ ਹੈ ਕੀ ਹੈ। ਉਹ ਤੇ ਜਿਹੜੀ ਚੀਜ਼ ਆਉਂਦੀ ਉਹਨਾਂ ਨੂੰ ਵੰਡ ਦਿੰਦੇ, ਉਹ ਘਰ ਨਹੀਂ ਵੰਡਦੇ। ਕਿਉਂ? ਕਿਉਂਕਿ ਉਹਦੇ ਰਾਈਟ, ਆਪਾਂ ਅਧਿਕਾਰੀ ਨਹੀਂ ਹੈਗੇ। ਮੈਨੂੰ ਤੁਸੀਂ ਰੁਪਈਆ 500 ਦੇ ਦਿਓ, ਹੁਣ ਤੁਸੀਂ ਤੇ ਦੇ ਕੇ ਫਾਰਗ ਹੋ ਗਏ, ਫ੍ਰੀ ਹੋ ਗਏ। ਉਹ ਜ਼ਿੰਮੇਵਾਰੀ ਤੇ ਮੇਰੀ ਆ। ਉਸ ਪੈਸੇ ਨੂੰ ਮੈਂ ਕਿੱਥੇ ਲੈ ਕੇ ਜਾਣਾ? ਉਹ ਜੇ ਮੈਂ 500 ਖਾ ਲੈਣਾ ਵਾ, ਉਹ ਪੰਗਾ ਪੈ ਗਿਆ, ਕਿਉਂਕਿ ਮੇਰਾ ਨਹੀਂ ਆ। ਇਸੇ ਹੀ ਤਰ੍ਹਾਂ ਤੁਹਾਡੀ ਜ਼ਿੰਦਗੀ 'ਚ ਜਿਹੜਾ ਤੁਹਾਡਾ ਹੈ ਉਹੀ ਤੁਹਾਡੇ ਕੰਮ ਆਉਣਾ ਹੈ, ਤੇ ਜਿਹੜਾ ਤੁਹਾਡਾ ਨਹੀਂ ਹੈ ਤੁਸੀਂ ਚੁੱਕ ਲਿਆ, ਉਹ ਪੰਗਾ ਵਾ। ਉਹਨੇ ਨਿਕਲਣਾ ਨਹੀਂ ਤੁਹਾਡੇ ਘਰੋਂ, ਤੁਹਾਡੇ ਘਰ ਬੈਠਾ ਰਹਿਣਾ। ਉਹ ਲੋਕੀ ਪਤਾ ਨਹੀਂ ਕਿਉਂ ਏਦਾਂ ਰਿਸ਼ਵਤ ਚੁੱਕ ਲਿਆਉਂਦੇ ਆ, ਫਿਰ ਐਵੇਂ ਮਿੱਟੀ ਤੇ ਲਾ ਲੈਂਦੇ ਆ। ਉਹ ਘਰ 'ਚ ਤੇ ਰਹਿਣਾ ਹੀ ਸੀ। ਉਹ ਤੂੰ ਏਡਾ ਵੱਡਾ ਤਾਜ ਮਹਿਲ ਬਣਾ ਲਿਆ, ਇੰਨੀਆਂ ਪੈੜੀਆਂ ਖਰੀਦ ਲਈਆਂ, ਸਿਰ 'ਚ ਮਾਰਨੀਆਂ। ਤੇਰੀ ਤੇ ਨੌਕਰੀ ਸੀ, ਤੈਨੂੰ ਤਾਂ ਪੈਨਸ਼ਨ ਮਿਲ ਜਾਣੀ ਸੀ, ਤੈਨੂੰ ਤੇ ਪੰਗੇ ਲੈਣ ਦੀ ਲੋੜ ਹੀ ਨਹੀਂ ਸੀ। ਗੌਰਮੈਂਟ ਦੇ ਘਰ ਤੂੰ ਪੱਕਾ ਇੰਪਲੋਈ ਆ। ਤੇ ਉਹ ਨਹੀਂ, ਉਹਦੀ ਬੁੱਧੀ ਨਹੀਂ ਕੰਮ ਕਰਦੀ। ਉਹ ਕਹਿੰਦਾ ਮੈਨੂੰ ਹੋਰ ਚਾਹੀਦੇ, ਮੈਨੂੰ ਹੋਰ ਚਾਹੀਦੇ, ਚੱਕਾਂ 'ਚ ਤੁਰਿਆ ਫਿਰਦਾ। ਫਿਰ ਇੱਕ ਸਮਾਂ ਆਉਂਦਾ ਹੈ ਇੰਨਾ ਜ਼ਿਆਦਾ ਕਾਰਨ ਸਰੀਰ ਭਰ ਲੈਂਦਾ ਹੈ। ਤੇ ਫਿਰ ਕਬੀਰ ਸਾਹਿਬ ਉੱਥੇ ਕਹਿ ਰਹੇ ਨੇ, ਬਾਣੀ ਗੁਰੂ ਜੀ ਕਹਿ ਰਹੇ ਨੇ ਕਿ ਉਹ ਤੇ ਫਿਰ ਜੋ ਪਰਮਾਤਮਾ ਵੇਖਣ ਦਿਆ ਤੇ ਉਹ ਇਹ ਨਹੀਂ ਵੇਂਦਾ ਪਿਆ ਕਿ ਤੇਰੇ ਔਗਣ, ਇਹ ਜਿੰਨੀ ਤੂੰ ਸਵਾਦ ਦੀ ਪੰਡ ਭਾਰੀ ਚੁੱਕ ਕੇ ਖੜੀ ਨਾ ਸੱਜਣਾ, ਤੂੰ ਓਨਾ ਹੀ ਦੁਖੀ ਹੋਣਾ ਵਾ। ਔਰ ਇਹ ਸਾਡੇ ਕੋਲ ਅਵਸਰ ਹੈ, ਅਸੀਂ ਚਾਹੀਏ ਨਾ ਇਸ ਸਵਾਬ ਦੀ ਪੰਡ ਨੂੰ ਖਤਮ ਵੀ ਕਰ ਸਕਦੇ ਹਾਂ। ਕਿੱਦਾਂ ਖਤਮ ਕਰਾਂਗੇ? ਜਿਹੜਾ ਤੀਰ ਚੱਲਿਆ ਉਹਨੂੰ ਤਾਂ ਛੱਡ ਦੋ, ਕਮ ਸੇ ਕਮ ਹੋਰ ਨਵੇਂ ਤੀਰ ਨਾ ਚਲਾਈਏ। ਸਹੀ ਹੈ ਜੀ ਸਾਹਿਬ? ਬਿਲਕੁਲ। ਹਾਂ, ਹੁਣ ਮੈਨੂੰ ਇੱਕ ਵੀਰ ਕਹਿੰਦਾ ਕਿ ਉੱਥੇ ਨਾ ਵੀਰ ਜੀ ਅੱਗੇ ਕੋਈ, ਮੈਂ ਤੇ ਹੁਣ ਅੱਖਾਂ ਬੰਦ ਕਰਦਾ ਤੇ ਮੈਨੂੰ ਹਨੇਰਾ ਦਿਖਦਾ ਤੇ ਅੱਗੇ ਕੋਈ ਪ੍ਰਕਾਸ਼ ਦਿਖੂਗਾ, ਅੱਗੇ ਕੋਈ ਮੰਡਲ ਆਉਣਗੇ। ਮੈਂ ਕਿਹੜੇ ਮੰਡਲ? ਉੱਥੇ ਤੇ ਕੋਈ ਮੰਡਲ ਹੈ ਹੀ ਨਹੀਂ ਹੈ ਨਾ। ਮੈਂ ਬਾਣੀ 'ਚ ਏਦਾਂ ਦਾ ਕੋਈ ਜ਼ਿਕਰ ਹੈਗਾ? ਮੈਂ ਸਮਾਧੀ ਲੀਨ ਹੋ ਗਿਆ ਬੰਦਾ, ਸਮ ਹੋ ਗਿਆ, ਬ੍ਰਹਮ ਦੇ ਨਾਲ ਤੁਸੀਂ ਇੱਕ ਹੋ ਗਏ, ਫਿਰ ਕਿੱਥੇ ਜਾਣਾ? ਇਹ ਜਿਹੜਾ ਮੈਂ ਤੁਹਾਨੂੰ ਅਨੁਭਵ ਕਰਨ ਵਾਲਾ ਦੇਖਦਾ ਨਾ ਤੱਤ, ਇਹ ਸਭ ਉਰੇ ਆ, ਉਰੇ ਦੀ ਗੱਲ ਹੈ। ਆਖਰ ਤੇ ਜਿਹੜਾ ਅਨੁਭਵ ਕਰਨ ਵਾਲਾ ਤੇ ਜਿਹਦਾ ਅਨੁਭਵ ਹੋਣਾ ਹੈ, ਉਹ ਦੋਨੋਂ ਇੱਕੋ ਜਣੇ ਆ। ਜਿੰਨਾ ਚਿਰ ਤੁਹਾਡੇ ਅੰਦਰ ਅਨੁਭਵ ਕਰਨ ਵਾਲਾ ਹੈ, ਤੁਸੀਂ ਰਾਹ 'ਚ ਹੀ ਜੇ, ਅਜੇ ਜਾ ਰਹੇ ਜੋ, ਮੰਜ਼ਿਲ ਤੇ ਨਹੀਂ ਪਹੁੰਚੇ। ਕਿਉਂਕਿ ਮੰਜ਼ਿਲ ਤੇ ਪਹੁੰਚ ਕੇ ਯਾਤਰਾ ਰੁਕ ਜਾਂਦੀ ਆ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ। ਤੇ ਜੇ ਯਾਤਰਾ ਹੋ ਰਹੀ ਹੈ
ਤੇ ਉਹਦਾ ਮਤਲਬ ਅਜੇ ਚੱਲ ਰਹੇ ਆ ਪਰ ਰਸਤੇ 'ਚ ਹੀ ਆ, ਪਹੁੰਚੇ ਨਹੀਂ। ਹਾਂਜੀ ਨਿੱਜਰ ਸਾਹਿਬ ਆਪ ਅੱਗੇ ਬੋਲੋ ਪਲੀਜ਼। ਹਾਂ, ਇਹਦੇ 'ਚ ਮਹਾਰਾਜ ਕਹਿੰਦੇ ਆ ਕਿ ਜਿਹੇ ਜਿਹਾ ਤੂੰ ਜੈਸਾ ਬੀਜੇ ਸੋ ਲੁਣੇ, ਜਿਹਾ ਪੂਰਬੇ ਕਿਨੇ ਬੋਇਆ, ਤੇ ਤੇਰੇ ਆਪਣੇ ਕਰਮ ਆ ਪਿਆਰਿਆ, ਜੋ ਬੀਜੇਗਾ ਉਹੀ ਤੈਨੂੰ ਮਿਲਣ ਵਾਲਾ ਆ। ਇਸ ਕਰਕੇ ਜਿਸ ਕਿਰਪਾ ਕਰੇ ਪ੍ਰਭ ਆਪਣੀ, ਤਿਸ ਸਤਿਗੁਰ ਕੇ ਚਰਨ ਧੋਇਆ। ਆਹ ਦੇਖ ਲਓ, ਹੁਣ ਮਹਾਰਾਜ ਨੇ ਆ ਸੰਗਤ ਜੁੜੀ ਹੋਈ ਆ, ਕਿਰਪਾ ਹੈਗੀ ਪੂਰੀ ਦੀ ਪੂਰੀ। ਐਟਲੀਸਟ ਆਪਾਂ ਨੂੰ ਇੰਨਾ ਤਾਂ ਪਤਾ ਲੱਗ ਗਿਆ ਵੀ ਬੀਜਣਾ ਹੈਗਾ ਭਾਈ, ਕਰਮ ਆਪਣੇ ਜੋ ਕਰ ਰਹੇ ਆ ਬੀਜ ਰਹੇ ਆ ਆਪਾਂ, ਤੇ ਇਸ ਕਰਕੇ ਵਧੀਆ ਬੀਜ ਪਾਈਏ, ਆਪਾਂ ਨਾਮ ਵਾਲਾ ਬੀਜ ਪਾਈਏ। ਜਿਸ ਕਿਰਪਾ ਕਰੇ ਪ੍ਰਭ ਆਪਣੀ, ਤਿਸ ਸਤਿਗੁਰ ਕੇ ਚਰਨ ਧੋਇਆ। ਉਹਨੇ ਸਤਿਗੁਰੂ ਕੇ ਚਰਨ ਧੋਇਆ, ਕੀ ਮਤਲਬ ਉਹਨੇ ਬ੍ਰਹਮ ਗਿਆਨੀਆਂ ਤੋਂ ਜਿਹੜੀ ਹੈਗੀ ਗਿਆਨ ਲੈ ਲੈਣਾ ਭਾਈ, ਸਹੀ ਬੀਜ ਲੈ ਲੈਣਾ ਹੈ, ਆਹ ਬੀਜ ਬੀਜਣਾ ਹੈ। ਫਿਰ ਗੁਰ ਸਤਿਗੁਰ ਪਿੱਛੇ ਤਰ ਗਿਆ, ਜਿਉਂ ਲੋਹਾ ਕਾਟ ਸੰਗੋਇਆ। ਤਰ ਜਾਏਗਾ ਭਾਈ, ਆਹੀ ਹੈ ਬ੍ਰਹਮ ਗਿਆਨੀਆਂ ਦਾ ਕੰਮ, ਧਾਰ ਦੇਣਾ। ਇਸ ਤਰ੍ਹਾਂ ਧਾਰਦੇ ਆ ਭਾਈ, ਬੀਜਣਾ ਤਾਂ ਉਹਨੂੰ ਹੀ ਪੈਣਾ ਆ, ਪਰ ਜਿਹੜਾ ਹੈਗਾ ਉਹਨਾਂ ਨੇ ਉਹਨੂੰ ਦੱਸ ਦੇਣਾ ਵੀ ਆਹ ਵਧੀਆ ਬੀਜ ਹੈਗਾ, ਔਰ ਆਹ ਖਾਦ ਇਸ ਤਰ੍ਹਾਂ ਪਾਉਣੀ ਆ, ਆਹ ਇਸ ਤਰ੍ਹਾਂ ਜਿਹੜੀ ਹੈਗੀ ਕਿੱਤ ਬਣਾਉਣਾ ਆ, ਆਹ ਸਾਰਾ ਕਾਰਵਾਈ ਉਹਨਾਂ ਨੇ ਦੱਸ ਦੇਣੀ ਹੈ। ਜਿਵੇਂ ਲੋਹੇ ਦੇ ਨਾਲ ਲੋਹਾ ਲੱਕੜ ਦੇ ਨਾਲ ਤਰ ਜਾਂਦਾ, ਇਸ ਤਰ੍ਹਾਂ ਤਰ ਜਾਂਦਾ ਉਹ। ਇਸ ਕਰਕੇ ਪਿਆਰਿਓ, ਜਨ ਨਾਨਕ ਨਾਮ ਧਿਆਏ ਤੂੰ, ਇਹ ਮੇਰੇ ਮਨਾ, ਤੂੰ ਵੀ ਜਿਹੜਾ ਹੈਗਾ ਲੱਗ ਜਾ ਇਸ ਬੀਜ ਦੇ ਇਹ ਬਿਜਾਈ ਕਰਨ ਵਾਸਤੇ। ਜਪ ਹਰ ਹਰ ਨਾਮ ਹੈ, ਸੁਖ ਹੋਇਆ ਸੁਖੀ ਹੋ ਜਾਏਗਾ ਪਿਆਰਿਆ, ਔਰ ਗਾਹਾਂ ਵੀ ਜਿਹੜਾ ਇਹ ਫਸਲ ਤੈਨੂੰ ਮਿਲ ਜੂਗੀ, ਬੋੜ ਲੱਗ ਜਾਏਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਜਿਸ ਕਿਰਪਾ ਕਰੇ ਪ੍ਰਭੂ ਆਪਣੀ, ਤੇ ਸਤਿਗੁਰ ਕੇ ਚਰਨ ਧੋਇਆ। ਹਾਂਜੀ ਧੋਇਆ। ਕਹਿੰਦੇ ਕਿ ਜਿੰਨੇ ਤੇਰੇ ਤੇ ਕਿਰਪਾ ਕਰਤੀ, ਸਤਿਗੁਰ ਪ੍ਰਮਾਤਮਾ ਦੀ ਜਦੋਂ ਤੇਰੇ ਤੇ ਕਿਰਪਾ ਹੋ ਗਈ ਨਾ, ਪ੍ਰਭੂ ਦੀ ਕਿਰਪਾ ਹੋ ਗਈ, ਤੇ ਫਿਰ ਕਹਿੰਦੇ ਬ੍ਰਹਮ ਗਿਆਨ ਮਿਲ ਜਾਣਾ, ਥੋੜੀ ਆਪਾਂ ਗਏ ਤੇ ਧੋਣ ਜਾਣੇ ਹਨਾ, ਬ੍ਰਹਮ ਗਿਆਨ ਮਿਲ ਜਾਏਗਾ। ਫਿਰ ਤੈਨੂੰ ਸੰਗਤ ਮਿਲ ਜੂਗੀ, ਸੰਗਤ ਦੇ ਵਿੱਚ ਤੈਨੂੰ ਗਿਆਨ ਹੋ ਜਾਏਗਾ, ਹਾਂ, ਤੈਨੂੰ ਪਤਾ ਲੱਗ ਜੂਗਾ ਕਿ ਤੇਰੇ ਜੀਵਨ ਦਾ ਮਕਸਦ ਕੀ। ਹੁਣ ਆਪਾਂ ਇੱਥੇ ਕੀ ਕਰਦੇ ਫਿਰਦੇ ਆ, ਕੁਝ ਗੱਲਾਂ ਜਿਹੜੀਆਂ ਨੇ ਤੁਹਾਨੂੰ ਭਗਤੀ ਨੇ ਆਪਣੇ ਆਪ ਹੀ ਦੇਣੀਆਂ ਨੇ, ਤੇ ਬਾਕੀ ਜਿਹੜੀਆਂ ਬਾਣੀ 'ਚ ਲਿਖੀਆਂ ਗੱਲਾਂ ਆਪਾਂ ਉਹਨਾਂ ਨੂੰ ਪੜ੍ਹ ਰਹੇ ਹਾਂ, ਉਹਨਾਂ ਦੇ ਉੱਪਰ ਵਿਸ਼ਲੇਸ਼ਣ ਕਰ ਰਹੇ ਨੇ ਕਿ ਗੁਰੂ ਸਾਨੂੰ ਕੀ ਦੱਸ ਕੇ ਗਏ ਨੇ, ਕੀ ਨਿਰਦੇਸ਼ ਨੇ, ਦਿਸ਼ਾ ਤੇ ਜਾਣਾ ਕਿੱਥੇ ਆ, ਕੀ ਹੋਵੇਗਾ, ਪ੍ਰਾਪਤੀ ਕੀ ਹੈ, ਔਰ ਜੇ ਆਪਾਂ ਨਹੀਂ ਚੱਲਦੇ ਤੇ ਫਿਰ ਕੀ ਹੁੰਦਾ ਹੈ, ਜੇ ਆਪਾਂ ਚੱਲਦੇ ਹਾਂ ਤੇ ਫਿਰ ਕੀ ਹੁੰਦਾ ਹੈ। ਇਹ ਦੋਨੋਂ ਚੀਜ਼ਾਂ ਦਾ ਪਤਾ ਲੱਗਣ ਦਿਆ, ਹੋਰ ਤੇ ਕੁਝ ਵੀ ਨਹੀਂ ਗੱਲ ਹੋਈ ਇਹ 'ਚ। ਬਿਲਕੁਲ ਆਪਾਂ ਨੂੰ ਉਤਸ਼ਾਹ ਮਿਲ ਰਿਹਾ ਹੈ ਗੁਰਕੀ ਸਾਹਿਬ, ਸਿਰਫ ਆਪਾਂ ਨੂੰ ਜਿਹੜਾ ਹੈਗਾ ਪ੍ਰੋਤਸਾਹਨ ਮਿਲ ਰਿਹਾ। ਇਹ ਪੱਥਰ ਹੋਇਆ ਮਨ ਜਿਹੜਾ ਹੈਗਾ ਇਹ ਪਿਘਲ ਰਿਹਾ ਹੈ ਇਸ ਵਾਸਤੇ। ਹਾਂਜੀ ਹਾਂ, ਮੋਟੀਵੇਸ਼ਨ ਦੇ ਰਹੀ ਹੈ ਆਪਾਂ ਨੂੰ ਸਪੀਚ। ਠੀਕ ਹੈ ਜੀ। ਹਾਂਜੀ ਫਿਰ ਆਖਰ ਤੇ ਕਹਿੰਦੇ ਕਿ ਜੇ ਗੁਰ ਸਤਿਗੁਰ ਪਿੱਛੇ ਤਰ ਗਿਆ, ਜੋ ਲੋਹਾ ਕਾਟ ਸੰਗੋਇਆ। ਕਹਿੰਦੇ ਜਦੋਂ ਲੱਕੜ ਦੇ ਨਾਲ ਲੋਹਾ ਤਰ ਜਾਂਦਾ ਨਾ, ਤੁਸੀਂ ਲੱਕੜ ਦੇ ਵਿੱਚ ਕਿੱਲ ਠੋਕ ਦੋ ਜਾਂ ਲੋਹਾ ਟੰਗ ਦੋ, ਉਹ ਲੱਕੜ ਦੇ ਅੰਦਰ ਪਾਵਰ ਹੁੰਦੀ ਹੈ, ਉਹ ਤਰ ਜਾਂਦਾ, ਉਹ ਤਾਰ ਦਿੰਦੀ ਹੈ, ਕਿਉਂਕਿ ਉਹਦੇ ਅੰਦਰ ਪਾਵਰ ਹੁੰਦੀ ਹੈ। ਇਸੇ ਹੀ ਤਰ੍ਹਾਂ ਜਦੋਂ ਆਪਾਂ ਸੰਗਤ ਕਰਦੇ ਹਾਂ ਗੁਰਮੁਖਾਂ ਦੀ, ਗੁਰਬਾਣੀ ਦੀ, ਤੇ ਫਿਰ ਹੌਲੀ ਹੌਲੀ ਕਰਕੇ ਸਾਡੇ ਅੰਦਰ ਜਿਹੜਾ ਗਿਆਨ ਆ, ਭਰਮ ਆ, ਹੌਲੀ ਹੌਲੀ ਕਰਕੇ ਸਾਫ਼ ਹੋਈ ਜਾਂਦਾ, ਕਿਉਂਕਿ ਬਾਣੀ ਦੇ ਵਿੱਚ ਪਾਣੀ ਦੀ ਪਾਵਰ ਹੁੰਦੀ ਹੈ। ਪਾਣੀ ਵੇਖੋ ਬਹੁਤ ਜ਼ਬਰਦਸਤ ਚੀਜ਼ ਹੈ, ਉਹ ਬਿਨਾਂ ਕੁਝ ਡਿਸਟਰਬ ਕੀਤੇ ਸਾਡੀ ਮਲੀਨਤਾ ਨੂੰ ਦੂਰ ਕਰ ਦਿੰਦਾ ਹੈ। ਨਿੱਜਰ ਸਾਹਿਬ ਬਿਲਕੁਲ। ਪਾਣੀ ਵੇਖੋ, ਤੁਸੀਂ ਘਰ ਖੜੋ, ਕੱਪੜੇ ਧੋ ਲਓ, ਬਰਤਨ ਧੋ ਲਓ, ਕੁਛ ਵੀ ਧੋ ਲਓ, ਉਹ ਬਰਤਨ ਖਰਾਬ ਥੋੜੀ ਕਰਦਾ ਹੈ। ਬਸ ਉਹ ਚ ਐਸਾ ਤੱਤ ਆ, ਉਹ ਬਿਨਾਂ ਕੁਝ ਡਿਸਟਰਬ ਕੀਤਿਆਂ ਵੇਖੋ ਤੁਹਾਡੇ ਸਰੀਰ ਤੇ ਜਦੋਂ ਪੈਂਦਾ ਹੈ, ਕਿੱਦਾਂ ਮਲੀਨਤਾ ਨੂੰ ਅਲੱਗ ਕਰ ਦਿੰਦਾ, ਸਰੀਰ ਨੂੰ ਤੇ ਪਤਾ ਵੀ ਨਹੀਂ ਲੱਗਣ ਦਿੰਦਾ। ਬਿਲਕੁਲ, ਜੈਸੀ ਸੰਗਤ ਤੈਸੀ ਰੰਗਤ। ਹਾਂ, ਤੇ ਇਸੇ ਹੀ ਤਰ੍ਹਾਂ ਬਾਣੀ ਕਹਿੰਦੀ ਹੈ ਕਿ ਸੰਗਤ ਕਰੇਗਾ ਤੇ ਤੂੰ ਵੀ ਲੋਹੇ ਦੇ ਵਾਂਗੂ ਤੈਰ ਜਾਏਗਾ, ਨਹੀਂ ਤੇ ਇਹ ਭਵਸਾਗਰ ਦੇ ਵਿੱਚ ਤੇਰੀ ਕਿਸ਼ਤੀ ਗਈ ਨਾ ਤੇ ਤੂੰ ਡੁੱਬ ਜਾਣਾ ਵਾ। ਕਿਉਂਕਿ ਜਿਹੜੇ ਤਰੀਕੇ ਨਾਲ ਤੂੰ ਚਲਾ ਰਿਹਾ ਨਾ, ਤੂੰ ਬੇਈਮਾਨ ਆ, ਤੂੰ ਇਮਾਨਦਾਰ ਨਹੀਂ ਹੈਗਾ, ਔਰ ਨਾ ਤੈਨੂੰ ਕੋਈ ਦੱਸਣ ਦਿਆ ਵਾ। ਸਾਰੇ ਤੇ ਕਹਿੰਦੇ ਤੇ ਬੜਾ ਵਧੀਆ ਹੋ, ਵੇਖੋ ਕਿੱਡਾ ਵੱਡਾ ਘਰ ਬਣਾ ਲਿਆ। ਇਹ ਥੋੜੀ ਕਹਿੰਦੇ ਆ ਕਿ ਭਾਈ ਤੂੰ ਘਰ ਬਣਾਇਆ ਕਿੱਦਾਂ, ਤੇਰੀ ਕਿਸ਼ਤੀ ਤਾਂ ਡੁੱਬ ਰਹੀ ਹੈ। ਹਾਂ, ਔਰ ਸੰਸਾਰ ਜਿਹੜਾ ਹੁੰਦਾ ਤੁਹਾਨੂੰ ਮਸਾਜ ਕਰਦਾ, ਹਉਮੈ ਦੀ, ਤੁਹਾਡੀ ਹਉਮੈ ਨੂੰ ਪੱਠੇ ਪਾਉਂਦੇ ਆ। ਜਿੱਦਾਂ ਇੱਕ ਔਰਤ ਨੀ ਹੁੰਦੀ, ਉਹ ਭਾਵੇਂ ਲੱਖ ਰੁਪਏ ਦਾ ਸੂਟ ਪਾਇਆ ਹੋਵੇ, ਵਿਆਹ 'ਚ ਜਾਂਦੀ ਹੈ, ਸਿਆਲ ਹੋਵੇ, ਠੰਡ ਪੈਂਦੀ ਹੋਵੇ, ਮੈਂ ਵੇਖਿਆ ਕੋਟੀ ਵੀ ਨਹੀਂ ਪਾਉਂਦੀ, ਨਾ ਠਰੂ ਕਰਦੀ। ਉਹਨੂੰ ਕੀ ਚਾਹੀਦਾ ਹੈ, ਉਹ ਚਾਹੁੰਦੀ ਹੈ ਕਿ ਮੇਰੀ ਤਾਰੀਫ ਹੋਵੇ। ਤੇ ਮੰਨ ਲਓ ਉਹਦੀ ਤਾਰੀਫ ਕਿਸੇ ਨੇ ਨਹੀਂ ਕੀਤੀ, ਹੁਣ ਘਰੇ ਆ ਗਈ ਆ ਤੇ ਘਰੇ ਰੌਲਾ ਪਾ ਦੇਣਾ ਉਹਨੇ, ਲੱਖ ਰੁਪਏ ਦਾ ਸੂਟ ਲਿਆ ਸੀ, ਫਾਇਦਾ ਕੋਈ ਨਹੀਂ ਹੋਇਆ, ਕਿਉਂਕਿ ਤਾਰੀਫ ਹੀ ਨਹੀਂ ਕਿਸੇ ਨੇ ਕੀਤੀ, ਨੋਟਿਸ ਨਹੀਂ ਕੀਤਾ ਕਿਸੇ ਨੇ।
ਦੇਖੋ ਇਹਦਾ ਮਤਲਬ ਕਿ ਕੱਪੜਾ ਜਿਹੜਾ ਇਨਸਾਨ ਆ ਆਪਣੇ ਲਈ ਨਹੀਂ ਪਾਉਂਦਾ, ਦਿਖਾਵੇ ਲਈ ਪਾਉਂਦਾ ਹੈ। ਘਰ ਵੀ ਇਹ ਸਭ ਕੁਝ। ਹੁਣ ਮੰਨ ਲਓ ਤੁਹਾਡੇ ਚੋਂ ਮੈਂ ਕਿਸੇ ਨੂੰ ਨਾ, ਇੱਕ ਬੰਦੇ ਨੂੰ ਆਈਲੈਂਡ ਤੇ ਛੱਡ ਆਉਣਾ, ਟਾਪੂ ਤੇ, ਉੱਥੇ ਤੁਹਾਡੇ ਕੋਲ ਦੁਨੀਆ ਦਾ ਸਭ ਤੋਂ ਵੱਡਾ ਮਹਿਲ ਹੋਵੇ, ਦੁਨੀਆ ਤੋਂ ਮਹਿੰਗੀ ਕਾਰ ਹੋਵੇ, ਦੁਨੀਆ ਤੇ ਵਧੀਆ ਤੋਂ ਵਧੀਆ ਤੁਹਾਡੇ ਕੋਲ ਸਹੂਲਤਾਂ ਹੋਣ, ਦੁਨੀਆ ਤੋਂ ਵਧੀਆ ਖਾਣੇ ਹੋਣ, ਤੁਹਾਡੇ ਕੋਲ ਕੱਪੜੇ ਹੋਣ, ਪਰ ਤੁਸੀਂ ਉੱਥੇ ਇਕੱਲੇ ਹੋ। ਵੇਖੋ ਤਮਾਸ਼ਾ, ਉਹ ਤੁਹਾਨੂੰ ਕੁਝ ਵੀ ਚੰਗਾ ਨਹੀਂ ਲੱਗਣਾ ਉੱਥੇ। ਔਰ ਹੋ ਸਕਦਾ ਤੁਸੀਂ ਉੱਥੇ ਬੜੇ ਵਧੀਆ ਕੱਪੜੇ ਛੱਡ ਕੇ ਇੱਕ ਪੁਰਾਣਾ ਜਿਹਾ ਕੱਪੜਾ ਪਾ ਕੇ ਖੁਸ਼ ਹੋਵੋ, ਘੁੰਮੀ ਫਿਰੀ ਜਾਓ। ਕਿਉਂਕਿ ਆਪਾਂ ਇਹ ਜਿਹੜੀਆਂ ਚੀਜ਼ਾਂ ਹੈ ਇਹ ਕਿਉਂ ਲੈਂਦੇ ਆ? ਕਿਉਂਕਿ ਅਸੀਂ ਚਾਹੁੰਦੇ ਆ ਕਿ ਦੂਜੇ ਦੇ ਅੰਦਰ ਕੁਝ ਪੈਦਾ ਕੀਤਾ ਜਾਵੇ, ਉਹਨੂੰ ਫੀਲ ਕਰਾਇਆ ਜਾਵੇ ਕਿ ਮੈਂ ਉੱਪਰ ਆ ਜਾਂ ਮੈਂ ਅੱਗੇ ਆ। ਪਿੰਡ ਦੇ ਵਿੱਚ ਜਿਹੜਾ ਆਪਾਂ ਇਹ ਪੰਗੇ ਪੁੰਗੇ ਲੈਂਦੇ ਆ ਨਾ, ਜਿਹੜਾ ਦਿਖਾਵਾ, ਸ਼ੋਅ ਆਫ, ਇਹ ਅਸਲ ਦੇ ਵਿੱਚ ਉਹਦੇ ਮਗਰ ਸਾਡੀ ਹਉਮੈ ਹੁੰਦੀ ਆ। ਬਿਲਕੁਲ। ਔਰ ਬੰਦਾ ਹਉਮੈ ਦੇ ਵਿੱਚ ਹੀ ਜੀਵਨ ਬਤੀਤ ਕਰੀ ਜਾਂਦਾ ਹੈ, ਉਹ ਪਦਾਰਥਾਂ ਦੇ ਪਿੱਛੇ ਹੀ। ਉਹ ਪਦਾਰਥ ਸਾਡੀ ਜ਼ਰੂਰਤ ਆ। ਆਪ ਸਮਝੋ ਭਾਵੇਂ 50 ਕਰੋੜ ਕੀ 100 ਕਰੋੜ ਦੇ ਮਕਾਨ 'ਚ ਰਹਿ ਲਓ, ਰਹਿਣਾ ਤੇ ਮਕਾਨ ਦੇ ਵਿੱਚ ਹੀ ਹੈ ਨਾ, ਬਾਕੀ ਤੇ ਸਭ ਦਿਖਾਵਾ ਹੀ ਆ। ਸੋਨਾ ਤੇ ਇੱਕ ਕਮਰੇ ਤੇ ਹੀ ਆ, ਸੋਨਾ ਇੱਕ ਬੈੱਡ ਤੇ, ਵਧੀਆ ਬੈੱਡ ਲੈ ਲਓ, ਇੱਕ ਕਮਰਾ ਬਣਾਓ, ਰਮਾਨਾ 2 ਕਮਰੇ ਬਣਾ ਲਓ, ਇੱਕ ਆਪਣੇ ਲਈ ਤੇ ਇੱਕ ਗੈਸਟ ਲਈ, ਗੱਲ ਖਤਮ ਹੋ ਗਈ। ਬਾਕੀ ਜਿਹੜਾ ਤੁਸੀਂ ਤਾਮਝਾਮ ਇਕੱਠਾ ਕਰੋਗੇ ਉਹ ਪੈਸੇ ਕਿੱਥੋਂ ਆਉਣੇ ਆ? ਔਰ ਚੰਗੇ ਤਰੀਕੇ ਨਾਲ ਇੰਨਾ ਪੈਸਾ ਆਉਣਾ ਨਹੀਂ, ਫਿਰ ਤੁਸੀਂ ਗਲਤ ਰਸਤੇ ਤੇ ਤੁਰੋਗੇ। ਇਸੇ ਕਰਕੇ ਸੰਤਾਂ ਨੇ ਕਿਹਾ ਕਿ ਤੇਰੀਆਂ ਜਿਹੜੀਆਂ ਉਹ ਕਾਮਨਾਵਾਂ, ਵਾਸਨਾਵਾਂ, ਉਹਨੂੰ ਸੰਜਮ 'ਚ ਰੱਖਣਾ ਵਾ, ਕਿਉਂਕਿ ਇਹ ਤੈਨੂੰ ਭੜਕਾ ਨਾ ਦੇਣ। ਔਰ ਜਦੋਂ ਤੂੰ ਤੁਰ ਪਿਆ ਤੇ ਫਿਰ ਪੰਗਾ ਪੈ ਜਾਣਾ। ਤੁਸੀਂ ਜਾਣਾ ਵਾ ਨੰਬਰ 1 ਤੇ ਜਾਣ ਦੀ ਕੋਸ਼ਿਸ਼ ਕਰਨੀ ਆ, ਤੇ ਉੱਥੇ ਨੰਬਰ 2, ਨੰਬਰ 3 ਤੇ ਅਪ ਡਾਊਨ ਹੁੰਦਾ ਰਹਿਣਾ ਵਾ। ਉਹ ਜ਼ਿੰਦਗੀ ਜਿਹੜੀ ਤੁਹਾਡੀ ਸੰਘਰਸ਼ 'ਚ ਲੰਘ ਜਾਣੀ ਆ, ਤੁਹਾਨੂੰ ਪਤਾ ਹੀ ਉਦੋਂ ਲੱਗਣਾ ਜਦੋਂ ਮੌਤ ਸਾਹਮਣੇ ਆ ਗਈ। ਇਸੇ ਕਰਕੇ ਇਹ ਥੋੜੀ ਕਹਿੰਦੀ ਆ ਬਾਣੀ ਕੀ ਕੰਮ ਨਹੀਂ ਕਰਨਾ, ਉਹ ਕਹਿੰਦੀ ਕੰਮ ਕਰ, ਪਰ ਕੰਮ ਦੇ ਨਾਲ ਨਾਲ ਤੂੰ ਉਧਰ ਵੀ ਦਿਸ਼ਾ ਦੇ ਵੱਲ ਗਤੀ ਕਰਨੀ ਆ ਜਿੱਥੇ ਤੈਨੂੰ ਪਹੁੰਚਣਾ ਜ਼ਰੂਰੀ ਆ। ਕਿਉਂਕਿ ਡਾਰਕ ਨਾਈਟ ਆ ਰਹੀ ਆ, ਇਹ ਸਮਾਂ ਜਿਹੜਾ ਤੇਰੇ ਤੋਂ ਖੋਲਿਆ ਜਾਣਾ ਵਾ। ਬਿਲਕੁਲ। ਸਰੀਰ ਵੀ ਨਹੀਂ ਮਿਲਣਾ, ਤੇਰੇ ਸਰੀਰ ਵੀ ਖੋਲਿਆ ਜਾਣਾ ਹੈ। ਔਰ ਤੂੰ ਇੱਥੇ ਕਿਹੜੀਆਂ ਖੇਡਾਂ 'ਚ ਬੈਠਾ, ਮੇਰੇ ਵਰਗਾ ਹੁਣ ਪਤਾ ਨਹੀਂ ਕੀ ਕਰਨ ਫਿਰਦਾ ਵਾ। ਹੁਣ ਮੈਂ ਵੀ ਕਈ ਕੋਠੇ ਵੇਹਦਾ ਵਾ, ਮੇਰਾ ਮਕਾਨ ਥੋੜਾ ਜਿਹਾ ਨੀਵਾਂ ਵਾ, ਮੈਂ ਸੋਚਦਾ 2 ਮੰਜ਼ਲੀ ਪਾਇਆ ਜਾਵੇ। ਨਿਆਣੇ ਤੇ ਬੜੇ ਚਿਰ ਦਾ ਕਹਿੰਦੇ ਆ, ਪਰ ਮੇਰਾ ਕਹਿਣ ਤੋਂ ਭਾਵ ਆ ਕਿ ਉਹ ਮੇਰੀ ਜ਼ਰੂਰਤ ਨਹੀਂ ਆ। ਉਹ ਕਿਸ ਲਈ 2 ਮੰਜ਼ਲੀ ਪਾਉਣਾ ਵਾ? ਕਿਉਂਕਿ ਮੈਂ ਦਿਖਾਵਾਂਗਾ ਮੈਂ ਥੋੜਾ ਲੋਕਾਂ ਦੇ ਮਕਾਨ ਉੱਚੇ ਆ, ਮੈਂ ਕਮ ਸੇ ਕਮ ਬਰਾਬਰ ਦਾ ਤੇ ਹੋ ਜਾ। ਇਹੋ ਹੀ ਆ, ਹੋਰ ਕੀ ਆ। ਥੱਲੇ 3 ਕਮਰੇ ਨੇ, ਸਫੀਸ਼ੀਐਂਟ ਆ। ਅਸੀਂ 3-4 ਜੀ ਹੈਗੇ, ਰਮਾਨ ਦੇ ਨਾਲ ਰਹਿੰਦੇ ਆ। ਪਰ ਜੇ ਇਸ ਤੋਂ ਵੱਧ ਮੈਂ ਪੰਗਾ ਲੈਣਾ ਵਾ ਤੇ ਉਹਦਾ ਕਾਰਨ ਕੇਵਲ ਇੰਨਾ ਹੀ ਆ, ਕਿਉਂਕਿ ਥੱਲੇ ਥੋੜੀ ਰਹਿਣਾ ਜਾਂ ਉੱਤੇ ਰਹਿਣਾ, ਇੱਕ ਜਗ੍ਹਾ ਤੇ ਰਹਿਣਾ, ਬਾਕੀ ਤੇ ਦਿਖਾਵਾ ਹੀ ਹੈ। ਇਹੋ ਜੀਵਨ ਹੈ। ਵੇਖੋ ਤੁਹਾਡੀ ਜ਼ਰੂਰਤ ਆ, ਤੁਹਾਡਾ ਮਨ ਕਿਤੇ ਤੁਹਾਡੇ ਤੋਂ ਉਲਟਾ ਪੁਲਟਾ ਕੰਮ ਤੇ ਨਹੀਂ ਕਰਾ ਰਿਹਾ। ਜ਼ਰੂਰਤ ਹੈ ਤਾਂ ਫਿਰ ਠੀਕ ਹੈ, ਕੋਈ ਗੱਲ ਨਹੀਂ। ਹਾਂਜੀ ਨਿਜਾ ਸਾਹਿਬ, ਕਥਾ ਫਿਰ ਲੰਬੀ ਹੋ ਗਈ, ਅੱਗੇ ਚਲੋ। ਹਾਂਜੀ। ਜਨ ਨਾਨਕ ਨਾਮ ਤੇ ਆਏ ਤੂੰ, ਜਪ ਹਰ ਹਰ ਨਾਮ ਹੈ ਸੁਖ ਹੋਇਆ। 2 ਰਸਤੇ ਹੈਗੇ ਆ ਭਾਈ। ਇੱਕ ਜਿਹੜਾ ਹੈਗਾ ਇਹ ਗੁਰੂ ਸਤਿਗੁਰੂ ਦੇ ਜਿਹੜਾ ਹੈਗਾ ਉਹਨਾਂ ਦੀ ਮੱਤ ਲੈ ਕੇ, ਗੁਰਮਤ ਲੈ ਕੇ, ਔਰ ਉਸ ਦੇ ਉੱਤੇ ਤੁਰਿਆ ਜਾਏ। ਔਰ ਦੂਸਰਾ ਜਿਹੜਾ ਰਸਤਾ ਹੈਗਾ ਉਹ ਹੈਗਾ ਆਪਣੇ ਮਨ ਦੇ ਹਿਸਾਬ ਦੇ ਨਾਲ, ਜੋ ਮਨ ਕਹਿੰਦਾ ਹੈ ਉਹ ਮਨਮੁਖ ਰਸਤਾ ਹੈਗਾ, ਉਸ 'ਤੇ ਤੁਰਿਆ ਜਾਏ। ਇਸ ਕਰਕੇ ਬਾਣੀ ਕਹਿੰਦੀ ਹੈ ਭਾਈ, ਜੇ ਤੈਨੂੰ ਗਿਆਨ ਹੋ ਗਿਆ ਹੈ ਤੇ ਗੁਰੂ ਵਾਲਾ ਰਸਤਾ ਅਖਤਿਆਰ ਕਰ ਲਾ। ਤੇ ਇਹਦੇ ਨਾਲ ਕੀ ਹੋਊਗਾ ਉਹ ਅਗਲਾ ਸ਼ਲੋਕ ਦੱਸੂਗਾ। ਮਹੱਲਾ ਚੌਥਾ। ਵਡਭਾਗੀਆਂ ਸੁਹਾਗਣੀ, ਜਿਨ੍ਹਾਂ ਗੁਰਮੁਖਿ ਮਿਲਿਆ ਹਰ ਰਾਏ। ਲਓ ਆਹ ਦੇਖੋ ਭਾਈ, ਇਹ ਸਤਿਗੁਰੂ ਵਾਲਾ ਰਸਤਾ ਜਿਹੜਾ ਹੈਗਾ, ਇਹ ਰਸਤਾ ਗੁਰਮੁਖ ਰਸਤਾ, ਇਹ ਕੀ ਮਿਲਦਾ ਹੈ? ਪਰਮਾਤਮਾ ਮਿਲ ਜਾਂਦਾ ਹੈ ਭਾਈ। ਆਤਮ ਦਰਸ਼ਨ ਹੋ ਜਾਂਦਾ ਹੈ, ਯਾਤਰਾ ਪੂਰੀ ਹੋ ਜਾਂਦੀ ਹੈ। ਇਹ ਗੇਮ ਤੋਂ ਬਾਹਰ ਆ ਜਾਂਦਾ ਇਨਸਾਨ, ਸੰਸਾਰ ਸਮੁੰਦਰ ਤੋਂ, ਪ੍ਰਕਿਰਤੀ ਦੀ ਕੈਦ 'ਚੋਂ। ਵਡਭਾਗੀਆਂ, ਵੱਡੇ ਭਾਗਾਂ ਵਾਲੀਆਂ ਸੁਹਾਗਣੀ, ਸੁਹਾਗਣੀਆਂ ਹੋ ਗਈਆਂ ਉਹ। ਆਪਾਂ ਤਾਂ ਸੁਹਾਗਣੀਆਂ ਹੈ ਨਹੀਂ, ਆਪਾਂ ਤਾਂ ਜਿਹੜੀਆਂ ਦੁਹਾਗਣਾ ਹੈਗੀਆਂ। ਵਡਭਾਗੀਆ ਸੁਹਾਗਣੀ, ਜਿਨ੍ਹਾਂ ਗੁਰਮੁਖੇ ਮਿਲਿਆ ਹਰ ਰਾਏ। ਕੌਣ ਮਿਲਿਆ? ਹਰ ਰਾਏ, ਪਰਮਾਤਮਾ, ਆਤਮਾ। ਕੀ ਹੋ ਗਿਆ? ਅੰਤਰ ਜੋਤ ਪ੍ਰਗਾਸੀਆ, ਨਾਨਕ ਨਾਮ ਹੈ ਸਮਾਏ। ਕਹਿੰਦੇ ਨਾਮ ਦੇ ਵਿੱਚ ਸਮਾਈ ਹੋ ਗਈ ਭਾਈ, ਅੰਮ੍ਰਿਤ ਮਿਲ ਗਿਆ, ਅਮਰ ਹੋ ਗਿਆ ਇਨਸਾਨ, ਜੋਤ ਪ੍ਰਕਾਸ਼ ਹੋ ਗਿਆ ਅੰਦਰ। ਆਤਮ ਦੇ ਤਲ ਤੇ ਉੱਤੇ ਜਿਹੜਾ ਹੈਗਾ ਜੀਵਨ ਅੱਗੇ ਜਿਹੜਾ ਹੈ ਗੁਜ਼ਾਰਨ ਲੱਗ ਪਿਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਵਡਭਾਗੀ, ਸੁਹਾਗਣਾ, ਸੁਹਾਗਣੀ,
ਜਿਨ ਗੁਰਮੁਖ ਮਿਲ ਹਰ ਮਿਲਿਆ ਹਰ ਰਾਏ। ਗੁਰੂ ਦੇ ਰਾਹੀਂ ਪਰਮਾਤਮਾ ਮਿਲ ਗਿਆ, ਜਿਹੜੇ ਗੁਰੂ ਨੇ ਜਿਹੜਾ ਰਸਤਾ ਦੱਸਿਆ ਸੀ ਉਸ ਰਸਤੇ ਤੇ ਚੱਲ ਕੇ। ਬਿਲਕੁਲ, ਉਹ ਕਹਿੰਦੇ ਵੱਡੇ ਭਾਗਾਂ ਵਾਲੇ। ਉਹ ਨਹੀਂ ਕਹਿੰਦੇ ਕਿ ਤੂੰ ਇੱਥੇ ਬੜਾ ਵੱਡਾ ਮਹਿਲ ਖੜਾ ਕਰ ਲਿਆ ਤੇ ਤੂੰ ਬੜਾ ਕਿਸਮਤ ਹੈ, ਪਰ ਮੇਰੇ ਵਰਗੇ ਦੀ ਨਜ਼ਰ 'ਚ ਇਹੋ ਹੀ ਹੈ। ਮੈਂ ਤੇ ਕਹੂੰਗਾ ਕਿ ਬੜਾ ਵੱਡਾ ਮਹਿਲ ਪਾਇਆ ਜੀ, ਬੜਾ ਸੁਖੀ, ਰੱਬ ਰੂਪ ਮਿਲਿਆ ਨਹੀਂ ਮਿਲਿਆ ਉਹ ਮੇਰੀ ਨਜ਼ਰ 'ਚ ਨਹੀਂ ਆਉਣਾ। ਇਹ ਸੰਸਾਰ ਜਿਹੜਾ ਹੈ ਇਹ ਕੇਵਲ ਤੁਹਾਨੂੰ ਸੰਸਾਰ ਦੇ ਪਦਾਰਥਾਂ ਦੇ ਰਾਹੀਂ ਹੀ ਮਸਾਜ ਕਰਦਾ ਹੈ। ਤੁਹਾਨੂੰ ਰੱਬ ਮਿਲਿਆ ਨਹੀਂ ਮਿਲਿਆ ਇਹਨਾਂ ਨੂੰ ਕੋਈ ਪਤਾ ਪੁਤਾ ਨਹੀਂ ਹੈ, ਨਾ ਹੀ ਇਹ 'ਚ ਇਹਨਾਂ ਦਾ ਇੰਟਰਸਟ ਹੈ, ਕਿਉਂਕਿ ਇਹ ਪਦਾਰਥਵਾਦੀ ਲੋਕ ਨੇ, ਇਹ ਮਾਇਆ ਦੇ ਵਿੱਚ ਰਹਿੰਦੇ ਨੇ, ਮਾਇਆ 'ਚ ਜੀਵਨ ਬਤੀਤ ਕਰਦੇ ਨੇ ਔਰ ਅਨੰਤ ਜਨਮਾਂ ਤੋਂ ਤੁਰੇ ਫਿਰਦੇ ਨੇ। ਇਸੇ ਤਰ੍ਹਾਂ ਭਟਕੀ ਰਹੇ ਆਪਾਂ, ਕੀ ਕਰ ਰਹੇ ਹਾਂ, ਬੜਾ ਵਧੀਆ ਕੰਮ ਕਰ ਰਹੇ ਹਾਂ ਆਪਾਂ। ਤੇ ਹੁਣ ਵੀ ਵੇਖੋ, ਨਜ਼ਰ ਮਾਰੋ ਪਿੱਛੇ ਆਪਣੇ ਜੀਵਨ ਤੇ। ਹੁਣ ਜਿਹੜਾ ਥੋੜਾ ਬਦਲਾਅ ਆਇਆ ਹੈ, ਥੋੜਾ ਪਿੱਛੇ ਨਜ਼ਰ ਵੇਖੋ, ਕੀ ਹੀ ਕਾਮ ਸੀ, ਕ੍ਰੋਧ ਸੀ, ਲੋਭ ਸੀ, ਮੋਹ ਸੀ, ਹੰਕਾਰ ਸੀ। ਤੇ ਜੇ ਆਪਾਂ ਓਦਾਂ ਤੁਰੇ ਜਾਂਦੇ ਤੇ ਅੱਗੇ ਪ੍ਰਾਪਤੀ ਕਾਹਦੀ ਹੋਣੀ ਸੀ? ਥੱਲੇ ਵਾਲਾ ਹੀ ਜਾਣਾ ਸੀ ਜੀਵਨ, ਉੱਪਰ ਥੋੜੀ ਹੋਣਾ ਸੀ ਆਪਾਂ। ਇਹ ਤੇ ਸ਼ੁਕਰ ਕਰੀਏ ਕਿ 2-2.5 ਸਾਲ ਤੋਂ ਆਪਾਂ ਨੂੰ ਸੰਗਤ ਮਿਲੀ ਹੈ। ਜ਼ਿੰਦਗੀ 'ਚ ਵੇਖੋ ਤੁਹਾਡੇ ਉਚਾਈ ਆਈ ਹੈ। ਕਿਉਂ ਆਈ ਹੈ? ਇਹ ਸਭ ਉਹਦੀ ਕਿਰਪਾ ਹੈ। ਆਪਾਂ ਸ਼ਾਮੀ ਬਹਿ ਜਾਂਦੇ ਹਾਂ ਔਰ ਉਹ ਵੇਖੋ ਉਹਦੀ ਪਰਮਾਤਮਾ ਦੀ ਜਿਹੜੀ ਉਚਾਰਨ ਕੀਤੀ ਹੋਈ ਬਾਣੀ ਆ, ਉੱਥੋਂ ਆਪਾਂ ਕੁਛ ਨਾ ਕੁਛ ਫੁੱਲ ਚੁੱਕਦੇ ਹਾਂ, ਜਿੰਨੀ ਕਿ ਸਾਡੀ ਕਪੈਸਿਟੀ ਹੈ। ਕਿਉਂਕਿ ਸਾਡੀ ਵੀ ਇੱਕ ਲਿਮਟ ਹੈ ਨਾ, ਉਸ ਤੋਂ ਜ਼ਿਆਦਾ ਨਹੀਂ ਨਾ ਚੁੱਕ ਸਕਦੇ। ਜਿੱਦਾਂ ਕਿ ਕ੍ਰੇਨ ਆ, ਉਹ ਸਮਾਨ ਉਹਨਾਂ ਚੁੱਕ ਸਕਦੀ ਜਿੰਨੀ ਉਹਦੀ ਕਪੈਸਿਟੀ ਹੈ। ਔਰ ਗੋਰਕੀ ਸਾਹਿਬ ਇਤਨਾ ਭਾਵੇਂ ਇੱਕ ਦੋ ਹਾਂ, ਇਹ ਜਿਹੜੇ ਫੁੱਲ ਹੈਗੇ ਨਾ ਬਹੁਤ ਕੀਮਤੀ ਫੁੱਲ ਹੈਗੇ, ਬਹੁਤ ਕੀਮਤੀ ਰਤਨ ਹੈਗੇ ਆ ਭਾਈ। ਇਹ ਰਤਨ ਬਹੁਤ ਕੀਮਤੀ ਹੈਗੇ। ਹਾਂਜੀ ਵੀਰ ਜੀ। ਹਾਂ, ਇਹ ਬਹੁਤ ਕੀਮਤੀ ਹੈ ਇਹ, ਔਰ ਇਹ ਇਹਨਾਂ ਦੀ ਕੀਮਤ ਬਹੁਤ ਜ਼ਿਆਦਾ ਹੈ। ਪਰ ਜਦ ਤੱਕ ਸਾਡੇ ਕੋਲ ਗਿਆਨ ਨਹੀਂ ਆ ਤਦ ਤੱਕ ਸਾਨੂੰ ਪਤਾ ਨਹੀਂ ਇਹਦਾ। ਜਿੱਦਾਂ ਮੇਰੇ ਵਰਗੇ ਨੂੰ ਤੁਸੀਂ ਹੀਰਾ ਫੜਾ ਦਿਓ, ਹੁਣ ਮੈਨੂੰ ਕੀ ਪਤਾ ਹੀਰਾ, ਮੈਂ ਤਾਂ ਕਹੂੰਗਾ ਪੱਥਰ। ਤੇ ਪੱਥਰ ਉਹ ਕੱਚ ਆ, ਉੱਥੋਂ ਬਾਜ਼ਾਰੋਂ ਮਿਲਦਾ ਮਨਿਆਰੀ ਦੀ ਦੁਕਾਨ ਤੋਂ, ਸੇਮ ਹੀ ਲੱਗਦੇ, ਮੇਰੇ ਲਈ ਤਾਂ ਸੇਮ ਹੀ ਹੈ। ਪਰ ਉਹ ਹੀਰਾ ਜਦੋਂ ਜਵਾਹਰੀ ਦੇ ਹੱਥ 'ਚ ਜਾਂਦਾ ਹੈ, ਫਿਰ ਉਹ ਦੱਸਦਾ ਹੈ ਕਿ ਇਹਦੀ ਕੀਮਤ ਕੀ ਹੈ। ਕਰੋੜਾਂ ਰੁਪਈਆਂ ਦੀ ਚੀਜ਼ ਹੈ, ਵੇਖੋ ਤੇ ਚੌਲ ਦੇ ਦਾਣੇ ਜਿੱਡਾ ਹੀ ਆ। ਬਹੁਤੀ ਗੱਲ ਤੇ ਹੈ ਮਾੜਾ ਜਿਹਾ ਚਨੇ ਦੀ ਦਾਣੇ ਜਿਹੜਾ ਹੋਊਗਾ, ਪਰ ਉਹਦੀ ਕੀਮਤ ਬਹੁਤ ਹੈ। ਸੋ ਇਹ ਚੀਜ਼ਾਂ ਨੇ। ਇਸੇ ਤਰ੍ਹਾਂ ਗੁਰੂ ਜਿਹੜੇ ਹੁੰਦੇ ਨੇ ਉਹ ਸਾਨੂੰ ਦੱਸਦੇ ਕਿ ਜਿਹੜਾ ਤੇਰਾ ਜੀਵਨ ਹੈ ਬੜਾ ਕੀਮਤੀ ਹੈ, ਇਹਨੂੰ ਐਵੇਂ ਨਾ ਵੇਚਦੀ, ਕਿਉਂਕਿ ਜਿਹੜੀ ਚੀਜ਼ ਬਦਲੇ ਤੂੰ ਵੇਚ ਰਿਹਾ ਨਾ ਉਹ ਤੇਰੇ ਨਾਲ ਨਹੀਂ ਜਾਣੀ, ਇੱਥੇ ਰਹਿ ਜਾਣੀ ਹੈ। ਪਰ ਜਿਨ੍ਹਾਂ ਦੇ ਲਈ ਤੂੰ ਪੰਗੇ ਲੈ ਰਿਹਾ ਨਾ, ਉਹ ਵਾਲਮੀਕੀ ਨੂੰ ਕਿਹਾ ਸੀ ਕਿ ਵਾਲਮੀਕੀ ਤੂੰ ਬੇਟਾ, ਤੂੰ ਆਪਣੇ ਜੀਵਨ ਦਾ ਮਕਸਦ ਤੇਰਾ ਗਲਤ ਬਣ ਚੁੱਕਿਆ ਹੈ। ਤੂੰ ਜਿਨ੍ਹਾਂ ਨੂੰ ਸੋਚਦਾ ਨਾ ਕਿ ਤੇਰੇ ਰਿਸ਼ਤੇਦਾਰ ਨੇ, ਭੈਣ ਭਰਾ ਨੇ, ਉਹ ਸਭ ਗੱਲਾਂ ਹੀ ਗੱਲਾਂ ਨੇ। ਪ੍ਰੈਕਟੀਕਲ ਦੇ ਆਰ ਨੋਟ ਵਿਦ ਯੂ। ਜਾਂ ਤੇਰੇ ਮਨ 'ਚ ਕਿਤੇ ਭਰਮ ਨਾ ਹੋਵੇ, ਅਸੀਂ ਸੰਤ ਲੋਕ ਅਸੀਂ ਕਿਹੜੇ ਭੱਜ ਜਾਣਾ, ਇੱਥੇ ਹੀ ਆ, ਜਾਂ ਪੁੱਛ ਕੇ ਆ। ਉਹ ਪੁੱਛਣ ਗਿਆ ਤੇ ਉਹਨਾਂ ਨੇ ਕਿਹਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ, ਅਸੀਂ ਤੇਰੇ ਪਾਪਾਂ ਦੇ ਕੋਈ ਭਾਗੀ ਨਹੀਂ ਹੈਗੇ, ਉਹ ਵੀ ਤੇਰੀ ਰੋਟੀ ਬਦਲੇ। ਪਤਨੀ ਕਹਿੰਦੀ ਹੈ ਜਨਾਬ ਤੁਸੀਂ, ਤੁਹਾਡਾ ਫਰਜ਼ ਹੈ, ਤੁਸੀਂ ਪਤੀ ਦੇਵ ਜੋ, ਲਿਆਓ ਪੈਸਾ ਤੇ ਮੈਂ ਬੱਚੇ ਨੂੰ ਰੋਟੀ ਖਵਾ ਦੂੰਗੀ। ਮੇਰਾ ਕੰਮ ਹੈ ਬੱਚੇ ਪੈਦਾ ਕਰਨੇ ਤੇ ਬੱਚੇ ਸਾਂਭਣੇ, ਘਰ ਨੂੰ ਸਾਂਭਣਾ, ਔਰ ਪੈਸੇ ਤੁਸੀਂ ਕਿੱਥੋਂ ਲਿਆਉਂਦੇ ਜੋ, ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ। ਹਾਂ ਠੀਕ ਹੈ, ਤੂੰ ਵਿਆਹਿਆ ਮੇਰੇ ਨਾਲ, ਇਸ ਲਈ ਤੇਰੀ ਜ਼ਿੰਮੇਵਾਰੀ ਹੈ ਮੇਰੇ ਜੋ ਸਰੀਰਕ ਮੇਰੇ ਹੈਗੀ ਲੋੜ ਉਹਨੂੰ ਪੂਰਾ ਕਰਨਾ। ਤੇ ਬੱਚੇ ਵੀ ਕਹਿੰਦੇ ਆ ਬਈ ਹੁਣ ਤੇਰੇ ਪਾਪਾ ਅਸੀਂ ਕਿੱਥੇ ਜਾਈਏ, ਤੁਸੀਂ ਥੋੜਾ ਬਹੁਤਾ ਪੈਸਾ ਦਿੱਤਾ ਹੈ, ਕੱਪੜਾ ਦਿੱਤਾ ਹੈ, ਥੋੜੇ ਵੱਡੇ ਹੋਵਾਂਗੇ ਤੇ ਤਦ ਤੱਕ ਸਾਨੂੰ ਤੁਸੀਂ ਸਪੋਰਟ ਕਰ ਰਹੇ ਜੋ। ਪਿਓ ਕਹਿੰਦਾ, ਮਾਂ ਕਹਿੰਦੀ ਵੀ ਅਸੀਂ ਤੇਰੇ ਜ਼ਿੰਮੇਵਾਰ ਨਹੀਂ ਆ, ਕਿਉਂਕਿ ਹੁਣ ਤੈਨੂੰ ਜੰਮਿਆ ਇਸ ਲਈ ਸੀ ਕਿ ਤੇਰੇ ਤੋਂ ਸੁੱਖ ਲਵਾਂਗੇ, ਪਰ ਸਾਨੂੰ ਨਹੀਂ ਪਤਾ ਤੂੰ ਕਿੱਥੋਂ ਪੈਸਾ ਲਿਆਉਣਾ ਹੈ। ਹੁਣ ਜਿਹੜਾ ਬੰਦਾ ਰਿਸ਼ਵਤ ਦੇ ਪੈਸੇ ਘਰੇ ਲੈ ਕੇ ਆ ਰਿਹਾ ਹੈ, ਉਹ ਬੰਦਾ ਇਸੇ ਭਰਮ 'ਚ ਬੈਠਾ, ਉਹ ਐਕਚੁਅਲੀ ਉਹ ਵਾਲਮੀਕੀ ਵਾ। ਔਰ ਉਹ ਵਾਲਮੀਕੀ ਕਿਹੜਾ ਵਾ, ਜਿਹੜਾ ਆਪਣੇ ਜੀਵਨ ਦਾ ਮਕਸਦ ਭੁੱਲ ਚੁੱਕਿਆ। ਇਸੇ ਤਰ੍ਹਾਂ ਬਾਣੀ ਫਿਰ ਸਾਨੂੰ ਸਮਝਾਉਂਦੀ ਹੈ, ਸਾਡੇ ਦਾ ਜਿਹੜਾ ਵਾਲਮੀਕੀ ਆ, ਜਿਹੜਾ ਔਗੁਣਾਂ ਦਾ ਭਰਿਆ ਸੀ, ਉਹ ਖਤਮ ਹੋ ਜਾਂਦਾ, ਉਹ ਵਿਗਿਆਨ ਹੋ ਜਾਂਦਾ ਕਿ ਇਹ ਤੇ ਸੰਸਾਰ ਹੈ। ਇਹ ਤੇ ਜਿੱਦਾਂ ਅੰਬ ਦੀ ਗਿੜਕ ਦੇ ਵਿੱਚ ਸਵਾਦ ਆਉਂਦਾ ਹੈ ਤੇ ਆਪਾਂ ਚੂਸੀ ਜਾਂਦੇ ਹਾਂ, ਜਦੋਂ ਸਵਾਦ ਖਤਮ ਹੋ ਜਾਂਦਾ, ਨਿੱਜੇ ਸਭ ਚੁੱਕ ਕੇ ਗਿੜਕ ਉਹ ਮਾਰੀ ਦੀ। ਬਿਲਕੁਲ। ਫਿਰ ਮੈਂ ਕੌਣ ਤੇ ਤੂੰ ਕੌਣ? ਹੁਣ ਤੁਸੀਂ ਕਹੋਗੇ ਗਿੜਕ ਤੇ ਬੜੀ ਵਧੀਆ ਸੀ, ਅੱਧਾ ਘੰਟਾ ਹੋ ਗਿਆ ਤੂੰ ਚੂਸ ਰਿਹਾ ਤੇ ਹੁਣ ਕੋਈ ਸੁੱਟਦੀ ਹੈ। ਉਹ ਬੰਦਾ ਕਹਿੰਦਾ ਭਰਾ ਜਦ ਤੱਕ ਰਸ ਸੀ ਤਦ ਤੱਕ ਹੀ ਮੈਂ ਚੂਸੀ, ਹੁਣ ਰਸ ਖਤਮ ਹੋ ਗਿਆ, ਮੈਂ ਗਿੜਕ ਨੂੰ ਸਿਰ 'ਚ ਮਾਰਨਾ। ਇਸੇ ਤਰ੍ਹਾਂ ਇਹ ਸੰਸਾਰ ਆ, ਜਦ ਤੱਕ ਤੁਹਾਡੇ ਤੋਂ ਕੋਈ ਚੀਜ਼ ਇਹਨਾਂ ਨੂੰ ਮਿਲ ਰਹੀ ਹੈ ਤੁਹਾਡੇ ਨਾਲ ਚਿੰਬੜੇ ਨੇ, ਔਰ ਜਦੋਂ ਤੁਸੀਂ ਥੋੜਾ ਜਿਹਾ ਆਪਣਾ ਤੁਹਾਡਾ ਟੇਸਟ ਖਤਮ ਹੋ ਗਿਆ, ਤੁਹਾਡੇ ਕੋਲ ਦੇਣ ਵਾਸਤੇ ਕੁਛ ਨਹੀਂ ਬਚਿਆ, ਇਹਨਾਂ ਨੇ ਗਿੜਕ ਵਾਂਗੂ ਤੁਹਾਨੂੰ ਚੁੱਕ ਕੇ ਪਰੇ ਮਾਰਨਾ। ਬਿਲਕੁਲ। ਔਰ
ਉਸ ਦਿਨ ਬਾਣੀ ਦੀਆਂ ਤੁਕਾਂ ਤੁਹਾਨੂੰ ਯਾਦ ਆਉਣੀਆਂ, ਪਰ ਕੋਈ ਫਾਇਦਾ ਨਹੀਂ ਹੈ। ਟੂ ਲੇਟ, ਆਲਰੇਡੀ ਬਹੁਤ ਵੇਸਟ ਕਰ ਲਿਆ ਟਾਈਮ ਤੁਸੀਂ। ਬਾਣੀ ਵੱਲ ਤੇ ਸੁਣਿਆ ਹੀ ਨਹੀਂ ਕਿਸੇ ਨੇ। ਹੁਣ ਬਾਣੀ ਵੇਖੋ, ਬਾਣੀ ਪੜ੍ਹਨ ਦਾ ਵਿਸ਼ਾ ਨਹੀਂ, ਬਾਣੀ ਸਮਝਣ ਦਾ ਵਿਸ਼ਾ ਹੈ। ਬਾਣੀ ਕਹਿਣ ਦੀ ਕੀ ਦੇਈ ਹੈ? ਬਾਣੀ ਤੇ ਬਹੁਤ ਸੀਰੀਅਸ ਟੌਪਿਕ ਤੇ ਗੱਲ ਕਰ ਰਹੀ ਹੈ। ਕੋਈ ਸੱਜਣਾ ਇਹ ਤੈਨੂੰ ਖਾ ਰਹੇ ਆ ਕਿਉਂਕਿ ਇਹਨਾਂ ਨੂੰ ਮਜ਼ਾ ਆ ਰਿਹਾ ਹੈ, ਔਰ ਇਹ ਨਾ ਹੋਵੇ ਕਿ ਤੂੰ ਆਪਣਾ ਫਰਜ਼ ਨਿਭਾ। ਇੱਕ ਜਿੱਦਾਂ ਪੰਛੀ ਪਰਿੰਦੇ ਫਰਜ਼ ਨਿਭਾਉਂਦੇ, ਉਸੇ ਤਰ੍ਹਾਂ ਤੂੰ ਵੀ ਆਪਣਾ ਫਰਜ਼ ਨਿਭਾ। ਕੋਈ ਪ੍ਰੋਬਲਮ ਨਹੀਂ ਹੈ, ਮਿਹਨਤ ਕਰ, ਜਿੰਨਾ ਤੇਰੇ ਕੋਲ ਹੁੰਦਾ ਉਹਨਾਂ ਕਰ। ਔਖਾ ਕਿਉਂ ਹੁੰਦੇ ਆ? ਕਿਉਂਕਿ ਆਖਰ ਤੇ ਇਹਨਾਂ ਨੇ ਸਟੈਪ ਬੈਕ ਕਰਨਾ ਹੈ। ਤੇਰੀ ਜ਼ਿੰਮੇਵਾਰੀ ਨਹੀਂ ਚੱਕਣੀ ਕਿਸੇ ਨੇ। ਤੈਨੂੰ ਤੇ ਇੱਕ ਦਿਨ ਨਹੀਂ ਕਿਸੇ ਨੇ ਘਰ ਰੱਖਣਾ। ਤੇਰੀ ਜੁੱਲੀ ਜਿਹੀ ਚੁੱਕ ਕੇ ਬਾਹਰ ਮਾਰਨੀ ਆ। ਔਰ ਤੇਰੇ ਮਨ ਚ ਹੈ ਕਿ ਇਹ ਬੜਾ ਤੇਰੇ ਨਾਲ ਪਿਆਰ ਮੁਹੱਬਤਾਂ। 2-4 ਦਿਨ ਬਿਮਾਰ ਹੋ ਕੇ ਖੰਘ ਵੇਖ ਲਾ, ਖੰਘ ਕੇ ਇਹਨਾਂ ਨੇ ਕਹਿਣਾ ਭਰਾ ਦੂਜੇ ਕਮਰੇ ਚ ਜਾ, ਤੂੰ ਸਾਨੂੰ ਸੌਣ ਦੇ, ਤੂੰ ਕੀ ਖੰਘ ਲਾਈ ਆ? ਤੁਸੀਂ ਕਹੋ ਕਿ ਮੈਂ ਤਨਖਾਹ ਲੈਂਦਾ, ਉਹ ਕਹਿੰਦੇ ਤੂੰ ਵੱਖਰੀ ਤਨਖਾਹ ਲਿਆਂਦੀ ਆ, ਉਹ ਗਵਾਂਢੀ ਵੀ ਲਿਆਉਂਦੀ ਆ, ਤੇ ਤੂੰ ਵਧੀਆ ਸਗੋਂ ਘੜੀਆਂ ਤੇ ਮੋਬਾਈਲ ਲੈ ਕੇ ਦਿੱਤੇ ਅਗਲੇ ਨੇ। ਹਾਂ ਨਿੱਜਰ ਸਾਹਿਬ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਵੇਖ ਉਹਨਾਂ ਦੇ ਬੂਟ ਵੇਖੇ ਮੁੰਡਿਆਂ ਦੇ, ਤੂੰ ਕੀ ਲਿਆ ਕੇ ਦਿੱਤਾ ਮੈਨੂੰ? ਆਹ ਨੇ 5000 ਦੇ ਲੈਂਦੇ, ਉੱਥੇ 20,000 ਦੇ ਬੂਟ ਦਿੱਤੇ ਅਗਲਿਆਂ ਨੇ। ਅਗਲੇ ਥੋੜੀ ਸੰਤੁਸ਼ਟ ਹੈਗੇ ਆ। ਤੇ ਇਸ ਉਹ ਸੰਸਾਰ ਹੈ। ਇਸ ਟਾਈਮ ਫੇਰ ਕਾਫੀ ਹੋ ਗਿਆ, ਆਪਾਂ ਅੱਗੇ ਚਲੀਏ। ਇਹਦੇ ਨਾਲ ਹੀ ਨੀਂਦ ਟੁੱਟਣੀ ਆ, ਉਹਦਾ ਨੀਂਦ ਨਹੀਂ ਟੁੱਟਦੀ ਬੰਦੇ ਦੀ। ਬਿਲਕੁਲ। ਇਹ ਰਾਮ ਪ੍ਰਕਾਸ਼ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਤੁਹਾਡਾ ਜਿਹੜਾ ਪੰਜੇ ਦਾ ਨਿਸ਼ਾਨ ਆ ਰਿਹਾ ਕਾਫੀ ਦੇਰ ਦਾ। ਚਲੋ ਅੱਗੇ ਚੱਲਦੇ ਹਾਂ ਆਪਾਂ। ਇਹ ਭਗਤੀ ਇਸ ਵਾਸਤੇ ਕਰਨੀ ਹੈ ਕਿ ਆਪਾਂ ਪਰਮੇਸ਼ਰ ਦਾ ਰੂਪ ਹੋਣਾ ਹੈ ਭਾਈ। ਅੰਦਰ ਜੋਤ ਹੈਗੀ, ਆਪਾਂ ਜੋ ਅਸਲੀ ਹੈਗੇ ਆ, ਆਪਾਂ ਕੌਣ ਹੈਗੇ ਆ, ਉਹ ਆਪਾਂ ਨੇ ਬਣਨਾ ਹੈਗਾ ਭਾਈ। ਆਪਾਂ ਇਹ ਧੋਖਾ ਜਿਹੜਾ ਭਰਮ ਜਿਹੜਾ ਮਾਲਕ ਨੇ ਪਾਇਆ ਹੋਇਆ ਆ, ਇਹ ਭਰਮ ਤੋਂ ਨਿਕਲਣਾ ਹੈ ਆਪਾਂ। ਮਾਇਆ ਦੇ ਜਾਲ ਤੋਂ, ਇਹ ਮਾਇਆ ਨਗਰੀ ਤੋਂ ਨਿਕਲਣਾ ਹੈ, ਗੰਧਰਵ ਨਗਰੀ ਤੋਂ। ਬਸ ਆਹੀ ਹੈਗੀ ਆ, ਆਹੀ ਅੰਤਰ ਜੋਤ ਪ੍ਰਗਾਸੀ ਆ। ਨਾਨਕ ਨਾਮ ਸਮਾਏ, ਨਾਮ ਦੇ ਵਿੱਚ ਸਮਾਈ ਹੋ ਜਾਏਗੀ। ਫਿਰ ਇਸ ਤੋਂ ਅੱਗੇ ਫਿਰ ਪੌੜੀ ਆ ਗਈ। ਹਾਂਜੀ ਹਾਂਜੀ ਇੱਕ ਸੈਕਿੰਡ, ਇਹ ਮੈਂ ਬੋਲਦਾ ਇੱਥੋਂ, ਫਿਰ ਚੌਥੇ ਪਾਦੇ ਦੀ ਬਾਣੀ ਹੈ। ਦੇਖੋ, ਅੰਤਰ ਜੋਤ ਪ੍ਰਗਾਸਿਆ, ਤੇ ਜਦੋਂ ਤੁਹਾਡੇ ਅੰਦਰ ਜੋਤ ਜਗ ਪਈ, ਜੋਤ ਪਤਾ ਹੀ ਹੈ ਨਾ, ਚੇਤਨਾ ਦੀ ਜੋਤ। ਜਿਹੜੀ ਜੋਤ ਜਿਹੜੀ ਥੱਲੇ ਔਗਣਾਂ ਨੇ ਨੱਪੀ ਸੀ, ਉਹ ਪ੍ਰਗਟ ਹੋ ਜਾਣੀ ਹੈ। ਜਿੱਦਾਂ ਫੁਹਾਰਾ ਪ੍ਰਗਟ ਹੁੰਦਾ ਨਾ, ਉਸੇ ਤਰ੍ਹਾਂ ਤੁਹਾਡੀ ਪ੍ਰਾਣ ਊਰਜਾ ਪ੍ਰਗਟ ਹੋ ਜਾਣੀ ਹੈ। ਫਿਰ ਉਹਨੇ ਕਰਨਾ ਸਾਰਾ ਕੁਝ ਜਿਹੜਾ ਅੰਦਰਲਾ ਜੋ ਗੰਦ ਮੰਦ ਨੂੰ ਸਾੜ ਕੇ ਸਵਾਹ ਕਰ ਦੇਣਾ। ਤੇ ਫਿਰ ਕੀ ਹੋਣਾ? ਇਹ ਮਨ ਨੂੰ ਜਿਹੜੀ ਮੈਲ ਚਿੰਬੜ ਗਈ ਔਗਣਾਂ ਦੀ, ਇਹ ਵੀ ਸਾੜ ਦੇਣੀ ਉਹਨੇ। ਬਾਣੀ ਕਹਿੰਦੀ ਹੈ ਨਾ, ਬਾਣੀ ਕਹਿੰਦੀ ਨੇ, ਕਾਰੀ ਇਸ਼ਨਾਨ ਸਿਮਰ ਪ੍ਰਭ ਆਪਣਾ, ਤੇ ਮਨ ਤਨ ਪਿਆ ਅਰੋਗਾ। ਬਿਲਕੁਲ। ਮਨ ਦਾ ਵੀ ਰੋਗ ਖਤਮ ਹੋ ਜਾਣਾ ਤੇ ਤਨ ਦਾ ਵੀ ਰੋਗ ਖਤਮ ਹੋ ਜਾਣਾ। ਸਰੀਰ ਦੇ ਵਿੱਚ ਕਈ ਔਗਣ ਆ ਜਾਂਦੇ ਨਾ, ਉਹ ਭਗਤੀ ਕਰਨ ਦੇ ਨਾਲ ਨਸ਼ਟ ਹੋ ਜਾਂਦੇ, ਕਿਉਂਕਿ ਪ੍ਰਾਣ ਊਰਜਾ ਬਲੌਕ ਹੋ ਜਾਂਦੀ ਹੈ। ਉਹ ਜਦੋਂ ਉਹਦਾ ਧਾਰਾ ਚੱਲ ਪੈਂਦੀ ਹੈ ਤੇ ਸਰੀਰ ਠੀਕ ਹੋ ਜਾਂਦਾ ਹੈ। ਇਸੇ ਤਰ੍ਹਾਂ ਤੁਹਾਡੇ ਅੰਦਰ ਜੋਤ ਪ੍ਰਗਟ ਹੋਏਗੀ, ਔਰ ਜੋਤ ਜਿਹੜੀ ਹੈ ਤੁਹਾਡੀ ਸਭ ਤੋਂ ਪਹਿਲਾਂ ਛੋਟੇ ਚੱਕਰਾਂ ਤੋਂ ਪ੍ਰਗਟ ਹੋਏਗੀ। ਝਟਕੇ ਵੱਜਣਗੇ, ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗੇਗਾ ਕਿ ਝਟਕੇ ਵੱਜ ਰਿਹਾ, ਸਰੀਰ ਕੰਬਦਾ। ਫਿਰ ਉਸ ਤੋਂ ਬਾਅਦ ਸਮਾਧੀ ਲੀਨ ਹੋਣ ਦੇ ਨਾਲ ਫਿਰ ਇਸ ਜੋਤ ਤਾਂ ਚੜ੍ਹਦੀ ਹਿਰਦੇ ਤੱਕ ਆਊਗੀ, ਧੁਨੀ ਤੋਂ ਤਾਂ ਚੜੂਗੀ, ਫਿਰ ਗਲੇ ਤੱਕ ਪਹੁੰਚੂਗੀ। ਫਿਰ ਇਹ ਸਿੱਧੀ ਉੱਪਰ ਖੋਪੜੀ ਨਾਲ ਟਕਰਾ ਕੇ ਅਗਲੇ ਬੰਨੇ ਆ ਜਾਂਦੀ ਹੈ, ਜਿੱਥੇ ਵਾਲ ਹੈਗੇ ਨਾ, ਉੱਥੇ ਟਕਰਾ ਕੇ ਫਿਰ ਤੁਹਾਡੇ ਤੀਜੇ ਨੇਤਰ ਤੇ ਪਹੁੰਚ ਜਾਣੀ ਹੈ। ਇਸੇ ਕਰਕੇ ਆਪ ਜੀ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਹੈ ਕਿ ਤੀਜੇ ਨੇਤਰ 'ਚ ਧਿਆਨ ਰੱਖਿਆ ਕਰੋ, ਕਿਉਂਕਿ ਉੱਥੋਂ ਤੱਕ ਆਪਾਂ ਇਹ ਬ੍ਰਹਮ ਜੋਤ ਨੂੰ ਲੈ ਕੇ ਆਉਣਾ। ਉਸ ਤੋਂ ਬਾਅਦ ਜਿਹੜੀ ਹੈ ਜੋਤ ਆਪਣੇ ਆਪ ਹੀ ਜਾਏਗੀ, ਤੁਸੀਂ ਨਹੀਂ ਖੜਨੀ। ਕਈ ਲੋਕ ਕਹਿੰਦੇ ਇੱਥੇ ਧਿਆਨ ਕਰੋ, ਉੱਥੇ ਕਿੱਥੇ ਨਹੀਂ ਖੜਨਾ। ਧਿਆਨ ਕੇਵਲ ਤੁਸੀਂ ਮੱਥੇ ਦੇ ਵਿਚਕਾਰ ਹੀ ਇਕਾਗਰ ਕਰਕੇ ਉੱਥੋਂ ਤੱਕ ਜੋਤ ਲੈ ਕੇ ਆਉਣੀ ਹੈ। ਉਸ ਤੋਂ ਬਾਅਦ ਇਹਦੀ ਜੋਤ ਆ, ਇਹਨੇ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਨਾ ਸੁਖਮਨਾ ਪੈਦਾ ਹੋਣੀ ਹੈ, ਸੁਖਮਨਾ ਨਾੜੀ। ਠੀਕ ਹੈ, ਸੁਖਮਨਾ ਨਾੜੀ ਜਿਹੜੀ ਹੁੰਦੀ ਹੈ ਉਹ ਬੜੀ ਐਨ ਸ਼ਾਂਤ ਨਾੜੀ ਹੈ। ਉਸ ਤੋਂ ਬਾਅਦ ਈੜਾ ਤੇ ਪਿੰਗਲਾ ਦਾ ਵਿਸਫੋਟ ਹੋਣਾ। ਇਹ ਮੱਥੇ ਦੇ ਵਿਚਕਾਰ ਆ ਕੇ ਨਾ, ਇੱਥੇ ਨੇ ਤਿੰਨਾਂ ਦੀਆਂ ਤ੍ਰਿਵੇਣੀ ਸੰਗਮ ਹੋਣਾ। ਬਾਣੀ 'ਚ ਵੀ ਲਿਖਿਆ, ਇਹ ਤਿੰਨੇ ਮੱਥੇ ਦੇ ਵਿੱਚ ਟਕਰਾ ਕੇ ਫਿਰ ਇੱਥੇ ਇੱਕ ਦਰਵਾਜ਼ਾ ਹੈ, ਇਹਨੂੰ ਤੀਜਾ ਨੇਤਰ ਕਹਿੰਦੇ ਆ ਆਪਾਂ। ਤੀਜੇ ਨੇਤਰ ਦੇ ਉੱਤੇ ਨਾ ਇੱਕ ਬੰਨ ਮਾਰਿਆ ਕੁਦਰਤ ਨੇ, ਪ੍ਰਕਿਰਤੀ ਨੇ, ਏਦਾਂ ਦਾ ਸਿਸਟਮ ਬਣਾਇਆ। ਸਾਰਾ ਕੁਝ ਅੰਦਰ ਹੀ ਹੈ। ਇਹ 3 ਚਾਬੀਆਂ ਲੱਗਣੀਆਂ ਨੇ, ਫਿਰ ਤ੍ਰਿਵੇਣੀ ਦਾ ਸੰਗਮ ਹੋ ਕੇ ਫਿਰ ਇੱਥੇ ਤੁਹਾਡੇ ਅੰਦਰ ਤੀਜਾ ਨੇਤਰ ਜਿਹੜਾ ਐਕਟੀਵੇਟ ਹੋ ਜਾਣਾ। ਐਕਟੀਵੇਟ ਹੋਣ ਤੋਂ ਬਾਅਦ ਕੀ ਹੋਣਾ ਕਿ ਇਹ ਪ੍ਰਕਾਸ਼ ਜਿਹੜਾ ਤੁਹਾਡੇ ਅੰਦਰ ਮਸਤਕ 'ਚ ਜਾਣਾ, ਉਹ ਤਾਂ ਡਾਇਰੈਕਟ ਨਹੀਂ ਜਾ ਸਕਦਾ, ਉੱਤੇ ਉੱਪਰ ਵੱਜ ਕੇ ਥੱਲੇ ਆ ਜਾਂਦਾ। ਤੇ ਇੱਥੋਂ ਤੀਜੇ ਨੇਤਰ ਤੇ ਬਹੁਤ ਕੰਪਲੀਕੇਟਡ ਕੁਝ ਹੈ ਇੱਥੇ। ਜਿੱਦਾਂ ਤੁਸੀਂ ਵੇਖੋਗੇ ਨਾ ਆਪਣੀ ਅੱਖਾਂ ਬੰਦ ਕਰਕੇ, ਤੁਹਾਨੂੰ ਪਤਾ ਲੱਗੂਗਾ ਕਿ ਅੰਦਰ ਕੋਈ ਚੀਜ਼ ਹੈਗੀ ਜਿਹੜੀ ਵੇਹਦੀ ਹੈ। ਉੱਥੇ ਪਹੁੰਚਣਾ ਹੈ ਨਾ। ਉਸ ਤੋਂ ਬਾਅਦ ਫਿਰ ਤੁਹਾਡੇ ਅੰਦਰ ਜਿਹੜਾ ਸੂਖਮ ਸਰੀਰ ਆ, ਜੋ ਸਰੀਰ ਸਾਡਾ ਇਕੱਠਾ ਜੁੜਿਆ, ਅਸਤੂਲ ਸਰੀਰ ਤੇ ਸੂਖਮ ਸਰੀਰ ਇਕੱਠੇ ਨੇ, ਫਿਰ ਇਹਦੀ ਸ਼ੁੱਧੀ ਹੁੰਦੀ ਹੈ। ਇਹਦੀ ਸ਼ੁੱਧੀ ਹੋਣ ਦੇ ਨਾਲ ਫਿਰ ਮਨ ਬਹੁਤ
ਨੰਜੇ ਸਾਹਿਬ ਇੱਕ ਮੱਜਨ ਕਰਦਾ ਹੈ। ਹਾਂਜੀ, ਮਜਨ ਬਿਲਕੁਲ ਪਵਿੱਤਰ ਇਸ਼ਨਾਨ। ਹਾਂਜੀ ਹਾਂ, ਮਨ ਫਿਰ ਇੱਥੇ ਇਸ਼ਨਾਨ ਕਰਦਾ, ਬੜੀ ਮੈਲ ਲਾਉਂਦਾ, ਮਲੀ ਜਾਂਦਾ, ਨਹਾਉਂਦਾ, ਦਿਨ ਰਾਤ ਨਹਾਉਂਦਾ। ਫਿਰ ਤੁਹਾਡੇ ਤੇ ਭਗਤੀ ਦਾ ਭੂਤ ਸਵਾਰ ਹੋ ਜਾਣਾ। ਤੁਸੀਂ 3 ਟਾਈਮ ਭਗਤੀ ਕਰੋਗੇ। ਜਦੋਂ ਉੱਠੇ ਭਗਤੀ, ਜਦੋਂ ਉੱਠੋ ਭਗਤੀ, ਇੰਨਾ ਜ਼ਿਆਦਾ ਮਨ ਉਧਰ ਤੁਰ ਪੈਂਦਾ। ਫਿਰ ਇਹ ਸਾਰੇ ਮਲੀਨਤਾ, ਸਾਰੀ ਗੰਦਗੀ ਹੂੰਜ ਕੇ ਪਰੇ ਸਾਈਡ ਤੇ ਕਰ ਦਿੰਦਾ, ਸ਼ੁੱਧ ਹੋ ਜਾਂਦਾ। ਫਿਰ ਕਬੀਰ ਸਾਹਿਬ ਕਹਿੰਦੇ ਆ, ਮਨ ਨਿਰਮਲ ਬਿਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ। ਹਾਂ, ਫਿਰ ਉਹ ਕਬੀਰ ਫਿਰ ਬ੍ਰਹਮੀ ਹੋ ਜਾਂਦਾ। ਫਿਰ ਬੰਦਾ ਥੋੜੀ ਰਹਿ ਜਾਂਦਾ। ਜੇ ਤੁਸੀਂ ਸੱਚ ਹੋ ਗਏ, ਸ਼ੁੱਧ ਹੋ ਗਏ, 24 ਕੈਰਟ ਦੇ ਸੋਹਣੇ ਹੋ ਗਏ, ਫਿਰ ਤੇ ਤੁਸੀਂ ਰੱਬ ਹੀ ਜੋ, ਛੋਟੇ ਜਿਹੇ ਰੱਬ। ਔਰ ਰੱਬ ਹੀ ਬਣਨਾ ਪਊਗਾ। ਉਸ ਤੋਂ ਥੱਲੇ ਪ੍ਰਮਾਤਮਾ ਨਹੀਂ ਮੰਨਦਾ। ਜੇਕਰ ਤੁਸੀਂ ਬੇਈਮਾਨ ਜੋ, ਠੱਗ ਜੋ, ਲੋਭੀ ਜੋ, ਕ੍ਰੋਧੀ ਜੋ, ਰੱਬ ਨਹੀਂ ਐਕਸੈਪਟ ਕਰਦਾ ਇਹਨੂੰ। ਇਹ ਪ੍ਰਮਾਤਮਾ ਦੇ ਗੁਣ ਨਹੀਂ ਹੈ, ਇਹ ਪ੍ਰਕਿਰਤੀ ਚ ਉਗਣ ਨੇ। ਔਰ ਜੇਕਰ ਤੁਹਾਡੇ ਚ ਹੈਗੇ ਜੇ, ਤੁਸੀਂ ਪ੍ਰਕਿਰਤੀ ਦੇ ਵਿੱਚ ਹੀ ਰਹੋਗੇ। ਬਿਲਕੁਲ ਰਵਾਂਗੇ, ਕਿਉਂਕਿ ਚੁਆਇਸ ਆਪਣੀ ਉਹੀ ਹੈਗੀ। ਇਹ ਕਲੈਰਿਟੀ ਆ, ਇਹੋ ਹੀ ਹੈ ਜ਼ਿੰਦਗੀ ਦਾ। ਤੁਹਾਡੇ ਮਾਪਦੰਡ ਕੀ ਆ? ਇਹੋ ਕਸਵੱਟੀ ਆ। ਜਦ ਤੱਕ ਤੁਸੀਂ ਔਗਣਾ ਚ ਬੈਠੇ ਜੋ, ਸਮਝ ਲਓ ਤੁਸੀਂ ਪ੍ਰਕਿਰਤੀ ਚ ਰਹਿਣਾ। ਇੱਥੋਂ ਬਾਹਰ ਨਹੀਂ ਆ ਸਕਦੇ ਤੁਸੀਂ। ਕਿਉਂ? ਕਿਉਂਕਿ ਕੁੰਡੀ ਫਸੀ ਹੋਈ ਹੈ ਵਿੱਚ। ਮੱਛੀ ਫੜਨ ਵਾਸਤੇ ਕੁੰਡੀ ਚਾਹੀਦੀ ਹੈ। ਜੇ ਪੰਜਾਂ ਚੋਂ ਇੱਕ ਦੀ ਕੁੰਡੀ ਵੀ ਫਸੀ ਆ ਤੇ ਫਸੀ ਹੈ, ਗੱਲ ਖਤਮ। ਬਿਲਕੁਲ। ਹਾਂ, ਇਹ ਜਦੋਂ ਕੁੰਡੀਆਂ ਸਾਰੀਆਂ ਖਤਮ ਹੋ ਗਈਆਂ, ਫਿਰ ਤੁਹਾਡੇ ਅੰਦਰ ਔਗਣ ਟਿਕ ਨਹੀਂ ਸਕਦਾ। ਕਿਉਂ ਨਹੀਂ ਟਿਕੇਗਾ? ਕਿਉਂਕਿ ਉਹ ਅੰਦਰ ਹੈ ਹੀ ਨਹੀਂ, ਜਗ੍ਹਾ ਹੀ ਨਹੀਂ, ਕੁੰਡੀ ਨਹੀਂ ਹੈਗੀ। ਹੁਣ ਕੰਧ ਤੇ ਕੋਈ ਕੁੰਡੀ ਨਾ ਹੋਊਗੀ ਤੇ ਕਿੱਥੇ ਕੱਪੜਾ ਟੰਗੋਗੇ? ਜਦੋਂ ਟੰਗਿਆ ਨਾਲ ਥੱਲੇ ਡਿੱਗ ਪੈਣਾ। ਬਿਲਕੁਲ, ਠੀਕ ਹੈ ਜੀ। ਇਸੇ ਤਰ੍ਹਾਂ ਤੁਹਾਡੇ ਅੰਤਰੀਕਰਨ ਦੀ ਅਵਸਥਾ ਬਣ ਜਾਏਗੀ। ਉਹਦੇ ਅੰਦਰ ਔਗਣ ਜ਼ਰੂਰ ਵੱਜੂਗਾ, ਪਰ ਟੰਗਿਆ ਨਹੀਂ ਜਾ ਸਕਦਾ, ਕਿਉਂਕਿ ਅੰਦਰ ਹਉਮੈ ਨਹੀਂ ਹੈਗੀ। ਮੈਂ ਭਾ ਖਤਮ ਹੋ ਗਿਆ, ਬ੍ਰਹਮ ਹੋ ਗਿਆ। ਇਸ ਕਰਕੇ ਤੇ ਚੀਟ ਅੜਨੀ ਨਹੀਂ। ਤੇ ਜਦੋਂ ਅੜੂਗੀ ਨਹੀਂ ਤੇ ਅਸੀਂ ਦੋਸ਼ੀ ਨਹੀਂ ਹੈਗੇ। ਹਾਂਜੀ ਜੀ ਸਰ, ਬਸ ਇਹੀ ਇਸੇ ਨੂੰ ਬਾਣੀ ਕਹਿ ਰਹੀ, ਅੰਤਰ ਜੋਤ ਪ੍ਰਗਾਸੀਆ, ਨਾਨਕ ਨਾਮ ਸਮਾਇਆ, ਆਹੀ ਨਾਮ ਦੇ ਵਿੱਚ ਸਮਾਈ ਆ ਪਾਈ। ਇਸੇ ਦੇ ਵਾਸਤੇ ਜਿਹੜਾ ਗੁਰਕੀ ਸਾਹਿਬ ਨੇ ਹੁਣ ਐਕਸਪਲੇਨ ਕੀਤਾ ਹੈ, ਇਸੇ ਦੇ ਵਾਸਤੇ ਆਪਾਂ ਨੂੰ ਮਨੁੱਖਾ ਸਰੀਰ, ਮਨੁੱਖਾ ਜਨਮ ਮਿਲਿਆ ਹੋਇਆ ਭਾਈ। ਬਹੁਤ ਹੀ ਕੀਮਤੀ ਜਿਹੜੀ ਹੈਗੀ ਇਹ ਹੀਰੇ ਜੈਸਾ ਜਨਮ ਆਪਾਂ ਨੂੰ ਇਸ ਵਾਸਤੇ ਮਿਲਿਆ ਹੈ। ਅੱਗੇ ਹੁਣ ਆਪਾਂ ਪੌੜੀ ਲਈਏ। ਪੌੜੀ ਕੀ ਕਹਿੰਦੀ ਹੈ? ਪੌੜੀ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਲਓ, ਮਹਾਰਾਜ ਕਹਿੰਦੇ ਆ ਸਰੀਰ ਜਿਹੜਾ ਤੈਨੂੰ ਮਿਲਿਆ ਪਿਆਰਿਆ, ਇਹ ਸਾਰਾ ਇਸੇ ਕੰਮ ਵਾਸਤੇ ਮਿਲਿਆ ਆ। ਧਰਮ ਕਹਿੰਦੇ ਆ ਸਰਬ ਧਰਮ ਮੇਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਅੰਦਰ ਜੋਤ ਆ ਤੇਰੇ, ਉਹਨੂੰ ਪ੍ਰਗਟ ਕਰਨ ਵਾਸਤੇ ਮਿਲਿਆ ਹੋਇਆ ਭਾਈ। ਆਪਣੀ ਆਤਮ ਦਰਸ਼ਨ ਕਰਨ ਵਾਸਤੇ ਸਰੀਰ ਮਿਲਿਆ, ਸਾਰਾ ਦਾ ਸਾਰਾ ਸਰੀਰ। ਇਹ ਸਰੀਰ ਸਭ ਧਰਮ ਹੈ, ਧਰਮ ਦੇ ਵਾਸਤੇ ਮਿਲਿਆ। ਧਰਮ ਆ ਪਿਆਰਿਓ, ਆ ਮਨੁੱਖਾ ਸਰੀਰ, ਮਨੁੱਖਾ ਜੀਵਨ ਦਾ ਧਰਮ ਆ। ਧਰਮ ਦਾ ਮਤਲਬ ਹੈ ਵੀ ਇਹਦਾ ਫੰਕਸ਼ਨ, ਇਹਦਾ ਪ੍ਰਯੋਜਨ ਆ ਹੈਗਾ। ਸਰੀਰ ਦਾ ਮਨੁੱਖੀ ਜੀਵਨ ਦੇ ਵਿੱਚ ਆਉਣ ਦਾ ਪ੍ਰਯੋਜਨ ਆ ਹੈਗਾ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਇਹਦੇ ਸਰੀਰ ਦੇ ਵਿੱਚ ਸੱਚੇ ਦੀ ਜੋਤ ਆ, ਆਤਮਾ ਤੇਰੀ ਹੈਗੀ। ਸੱਚ ਆ ਉਹ ਮਾਲਕ ਪਰਮਾਤਮਾ ਦੀ ਜੋਤ ਆ ਉਹ। ਗੋਹਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖੇ ਸੇਵਕ ਕੱਢੇ ਖੋਤ। ਇਹ ਖੋਤਣਾ ਪੈਣਾ ਹੈ ਤੈਨੂੰ ਭਾਈ। ਇਹ ਰਤਨ ਗੁੱਜਾ ਰੱਖੇ ਹੋਏ ਮਹਾਰਾਜ ਮਾਲਕ ਪਰਮਾਤਮਾ ਨੇ। ਇਹ ਰਤਨ ਜਿਹੜਾ ਹੈਗਾ, ਨਾਮ ਵਾਲਾ ਰਤਨ, ਇਹ ਜਿਹੜਾ ਹੈਗਾ ਤੈਨੂੰ ਲੁਕੇ ਹੋਏ ਆ। ਗੁਰੂ ਦੇ ਰਾਹੀਂ ਕੋਈ ਢਾਵਾਂ ਜਿਹੜਾ ਹੈਗਾ, ਸੇਵਕ ਬਣ ਕੇ ਜਿਹੜਾ ਹੈਗਾ ਇਹਨੂੰ ਖੋਤ ਲੈਂਦਾ, ਕੱਢ ਲੈਂਦਾ। ਇਹਨੂੰ ਰੋਜ਼ ਜਿਹੜਾ ਹੈਗਾ ਮਿਹਨਤ ਕਰਦਾ, ਔਰ ਗੁਣ ਪ੍ਰਗਟ ਹੋਈ ਜਾਂਦੇ ਆ, ਗੁਣ ਜਾਈ ਜਾਂਦੇ ਆ ਉਹਦੇ। ਰੋਜ਼ ਨੇੜਤਾ ਪ੍ਰਾਪਤ ਹੋਈ ਜਾ ਰਹੀ ਹੈ ਉਹਦੀ ਆਤਮਾ ਦੀ। ਫਿਰ ਸਭ ਆਤਮ ਰਾਮ ਪਛਾਣਿਆ, ਤਾਂ ਇੱਕ ਰਵਿਆ ਇੱਕੋ ਓਤ ਪੋਤ। ਆ ਲਓ, ਪ੍ਰਗਟ ਹੋ ਗਿਆ ਮਾਲਕ ਪਰਮਾਤਮਾ। ਆਤਮਾ ਦਰਸ਼ਨ ਹੋ ਗਿਆ ਆਤਮਾ ਦੇ, ਔਰ ਸਾਰਿਆਂ ਦੇ ਵਿੱਚ ਹਰ ਜਗ੍ਹਾ ਤੇ ਉਹਨੂੰ ਜੋਤੀ ਦਿਸਦੀ ਆ। ਸਭ ਆਤਮ ਰਾਮ ਪਛਾਣਿਆ, ਤਾਂ ਇੱਕ ਰਵਿਆ ਇੱਕੋ ਓਤ ਪੋਤ। ਇੱਕ ਦੇ ਵਿੱਚ ਰਵਿਆ ਗਿਆ, ਓਤ ਪੋਤ ਹੋ ਗਿਆ। ਬਸ ਜਿਵੇਂ ਜਿਹੜਾ ਕੱਪੜਾ ਬੁਣ ਦਿੰਦੇ ਆ ਬਿਲਕੁਲ ਤਾਣੇ ਦੇ ਨਾਲ, ਓਤ ਪੋਤ ਹੋ ਜਾਂਦਾ ਉਸ ਤਰੀਕੇ ਦੇ ਨਾਲ। ਇੱਕ ਦੇਖਿਆ, ਇੱਕ ਮੰਨਿਆ, ਇੱਕੋ ਸੁਣਿਆ ਸਰਵਣ ਸਰੋਤ। ਹੁਣ ਉਹਨੂੰ ਇੱਕੋ ਹੀ ਦਿਸਦਾ ਆ, ਇੱਕੋ ਹੀ ਮਨ ਦੇ ਵਿੱਚ ਹੈਗਾ, ਇੱਕੋ ਹੀ ਸੁਣਦਾ ਆ, ਇੱਕੋ ਕੰਨਾਂ ਦੇ ਨਾਲ ਸਰੋਤ ਦੇ ਜਿਹੜੇ ਦਿੱਤੇ ਹੋਏ ਆ। ਹੁਣ ਜਿਹੜਾ ਹੈਗਾ ਉਹਨੂੰ ਕੋਈ ਡਿਊਐਲਿਟੀ ਨਜ਼ਰ ਨਹੀਂ ਆਉਂਦੀ, ਨਾ ਸੁਣਦਾ ਹੈ ਨਾ ਦੇਖਦਾ ਹੈ। ਜਨ ਨਾਨਕ ਨਾਮ ਸਲਾਹ ਤੋਂ ਸੱਚ ਸੱਚੇ ਸੇਵਾ ਤੇਰੀ ਹੋਤ। ਹੈ ਇਨਸਾਨ, ਹੈ ਮੇਰੇ ਮਨਾ,
ਤੂੰ ਹੀ ਜਿਹੜਾ ਹੈਗਾ ਇਹ ਕੰਮ ਕਰ ਲਾ, ਅਵੇਸਲਾ ਨਾ ਹੋ। ਸੱਚ ਸੱਚੇ ਸੇਵਾ ਤੇਰੀ ਹੋਤ। ਉਹ ਸੱਚਾ ਪਰਮਾਤਮਾ, ਉਹ ਸੱਚਾ ਜਿਹੜਾ ਹੈਗਾ, ਆਹੀ ਉਹਦੀ ਸੇਵਾ ਹੈਗੀ। ਐਸੇ ਤਰੀਕੇ ਦੇ ਨਾਲ ਉਹਦੀ ਸੇਵਾ ਹੋ ਸਕਦੀ ਹੈ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ ਇਹ ਸਮਝਾ ਰਹੇ ਨੇ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਹਾਂ, ਧਰਮ ਦੇ ਵਾਸਤੇ ਮਿਲਿਆ ਸਰੀਰ, ਪੂਰਾ ਦਾ ਪੂਰਾ ਸਰੀਰ ਇਸ ਵਾਸਤੇ ਮਿਲਿਆ ਭਾਈ। ਆਪਾਂ ਨੂੰ ਕੋਈ ਇੰਟਰਟੇਨਮੈਂਟ ਵਾਸਤੇ ਥੋੜੀ ਨਾ ਮਿਲਿਆ। ਹਾਂ ਬਿਲਕੁਲ, ਇਹ ਤੇਰੇ ਜੀਵਨ ਦੇ ਵਿੱਚ ਧਰਮ ਹੋਣਾ ਚਾਹੀਦਾ, ਕਿਉਂਕਿ ਸਰੀਰ ਜਿਹੜਾ ਧਰਮ ਕਮਾਉਣ ਵਾਸਤੇ ਮਿਲਿਆ। ਕਹਿਣ ਤੋਂ ਭਾਵ ਹੈ ਕਿ ਇੱਕ ਚੰਗਾ ਕੰਮ ਕਰਨ ਵਾਸਤੇ ਮਿਲਿਆ ਹੋਵੇ ਤੇ ਆਪਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਉੱਥੇ ਧਰਮ ਤੇ ਹੈ ਨਹੀਂ ਨਾ। ਉੱਥੇ ਜੋਤ ਕਿੱਥੇ? ਉੱਥੇ ਤਾਂ ਕਾਲਕ ਹੈਗੀ ਆ। ਹੋਰ ਕਾਲਕ ਕਰੀ ਜਾ ਬਲਬ ਨੂੰ। ਔਰ ਮੇਰੇ ਵਰਗਾ ਉਹ ਹਟਦਾ ਹੀ ਨਹੀਂ, ਉੱਥੋਂ ਹਟਦਾ ਹੀ ਨਹੀਂ, ਉੱਥੇ ਤੁਰਿਆ ਜਾਂਦਾ। ਔਰ ਜਾਨਤ ਵੀ ਔਗਣ ਕਰੇ, ਠੀਕ ਹੈ ਜੀ, ਮੰਨਦਾ ਨਹੀਂ। ਹਾਂ, ਪਰ ਬਾਣੀ ਏਦਾਂ ਕਹਿੰਦੀ ਹੈ ਕਿ ਇਹਦੇ ਅੰਦਰ ਜੋਤ ਹੈ, ਇਹ ਧਰਮ ਕਮਾਉਣ ਵਾਸਤੇ ਹੈ। ਜਪ ਤਪ ਸੰਜਮ ਧਰਮ ਨਾ ਕਮਾਇਆ, ਉਹ ਤੁਕ ਬੋਲੋ ਨਿਜਰ ਸਾਹਿਬ। ਸੇਵਾ ਸਾਧ ਨਾ ਜਾਣੇ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਾਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਉਹ ਕਹਿੰਦੇ ਜਪ ਤਪ ਸੰਜਮ ਕਮਾਇਆ ਹੀ ਨਹੀਂ ਕੀਤੀ ਇਹਦੀ। ਕਮਾਈ ਦਾ ਮਤਲਬ ਜਿੱਦਾਂ ਮੈਂ ਪੈਸੇ ਕਮਾਉਣ ਜਾਂਦਾ, ਹੁਣ ਮੈਂ 10 ਵਜੇ ਪਹੁੰਚ ਜਾਂਦਾ ਕਲੀਨਿਕ ਤੇ ਪੈਸੇ ਕਮਾਉਣ, ਸ਼ਾਮ ਤੱਕ ਮੈਂ ਅੱਧਾ ਘੰਟਾ ਲੇਟ ਵੀ ਆਉਣਾ ਕਿਉਂਕਿ ਮੈਨੂੰ ਪੈਸੇ ਚਾਹੀਦੇ ਆ। ਇਸੇ ਤਰ੍ਹਾਂ ਬਾਣੀ ਕਹਿੰਦੀ ਕਿ ਜੇ ਤੂੰ ਜਪ ਤਪ ਨਹੀਂ ਕੀਤਾ, ਸੰਜਮ ਨਹੀਂ ਕਮਾਇਆ, ਤੇ ਤੂੰ ਤੇ ਕੀ ਕਮਾ ਰਿਹਾ? ਮਿੱਟੀ। ਇੱਥੇ ਘਰ ਲੈ ਲੇਗਾ, ਬਿਲਡਿੰਗ ਪਾ ਲੇਗਾ, ਰਹਿ ਤੇ ਮਿੱਟੀ ਜਾਣੀ, ਆਖਰ ਤੇ ਇੱਥੇ ਰਹਿ ਜਾਣਾ। ਕਹਿੰਦੇ ਉਹ ਕੰਮ ਦੀ ਚੀਜ਼ ਤੇ ਕਮਾਈ ਨਹੀਂ, ਜਿਹੜੀ ਤੇਰੇ ਨਾਲ ਜਾਣੀ ਆ, ਵਸਤੂ ਜਿਹੜੀ ਤੇਰੇ ਨਾਲ ਜਾਣੀ ਸੀ ਉਹ ਤੇ ਲਈ ਨਹੀਂ ਤੂੰ। ਸੱਚੇ ਨੇ ਤੇਰੇ ਅੰਦਰ ਜੋਤ ਰੱਖੀ ਸੀ, ਇਸ ਕਰਕੇ ਸੱਚ ਨੂੰ ਤੇ ਸੱਚ ਹੀ ਚਾਹੀਦਾ, ਉਹ ਤੂੰ ਕਮਾਇਆ ਨਹੀਂ। ਧਰਮ ਨੂੰ ਤੂੰ ਛੱਡਤਾ। ਹੁਣ ਜਿੱਦਾਂ ਮੈਂ ਆਪਣੀ ਜ਼ਿੰਦਗੀ ਵਿੱਚ ਧਰਮ ਹੀ ਕੱਢਦਾ ਤੇ ਫਿਰ ਤੇ ਮੈਂ ਇਨਸਾਨ ਥੋੜੀ, ਫਿਰ ਤੇ ਮੈਂ ਜਾਨਵਰ ਹੈ। ਜਾਨਵਰ ਤੋਂ ਵੀ ਥੱਲੇ ਆ। ਇਹ ਜਾਨਵਰ ਰੋਟੀ ਖਾ ਕੇ ਸ਼ਾਮ ਧੋ ਕੇ ਬਹਿ ਜਾਂਦਾ, ਪਰ ਇਨਸਾਨ ਏਦਾਂ ਦਾ, ਇਹ ਨਹੀਂ, ਇਹਦਾ ਢਿੱਡ ਹੀ ਨਹੀਂ ਭਰਦਾ ਨਾ। ਇਹ ਪਾਣੀ ਵਾਲਾ ਔਗਣੇ ਚ। ਅਗਲੀ ਤੁਕ ਬੋਲੋ ਨਿਜਰ ਸਾਹਿਬ। ਗੋਹਜ ਰਤਨ ਵਿੱਚ ਲੁਕ ਰਹੇ। ਕਹਿੰਦੇ ਕੀਮਤੀ ਰਤਨ ਤੇਰੇ ਅੰਦਰ ਲੁਕੇ ਹੋਏ ਆ, ਕੱਢ ਲਾ ਪਿਆਰਿਆ, ਕੱਢ ਲਾ। ਕੋਈ ਗੁਰਮੁਖੇ ਕੱਢੇ, ਗੁਰਮੁਖੇ ਸੇਵਕ ਕੱਢੇ। ਖੋਦਣਾ ਪੈਣਾ ਹੈ ਭਾਈ, ਸਵਾਸ ਲਾਉਣੇ ਪੈਣੇ ਆ ਭਾਈ, ਇਹਦੇ ਉੱਤੇ ਵਰਕਆਊਟ ਕਰਨਾ ਪੈਣਾ ਹੈ, ਕਿਰਿਆ ਕਰਨੀ ਪੈਣੀ ਹੈ ਗੁਰੂ ਦੇ ਰਾਹੀਂ। ਹਾਂਜੀ ਵੀਰ ਜੀ। ਹਾਂ, ਜਿੱਦਾਂ ਕਹਿੰਦੇ ਆ ਕਿ ਜਿੱਦਾਂ ਹੀਰੇ ਲੱਭਣ ਦੇ ਲਈ ਖਾਣ ਦੇ ਵਿੱਚ ਜਾਣਾ ਪੈਂਦਾ, ਕੋਲੇ ਦੀ ਖਾਣ ਚ ਜਾ ਕੇ ਲੱਭਣੇ ਪੈਂਦੇ ਹੀਰੇ, ਇਸੇ ਹੀ ਤਰ੍ਹਾਂ ਕਹਿੰਦੇ ਤੇਰੇ ਅੰਦਰ ਚੰਗਿਆਈ ਆ, ਧਰਮ ਆ, ਇਮਾਨਦਾਰੀ ਆ, ਵਫਾਦਾਰੀ ਆ, ਚੰਗਿਆਈ ਆ, ਨੇਕੀ ਆ, ਸੰਤੋਖ ਆ, ਇਹ ਹੀਰੇ ਤੇਰੇ ਅੰਦਰ ਲੁਕੇ ਹੋਏ ਨੇ। ਇਹਨਾਂ ਨੂੰ ਤੈਨੂੰ ਲੱਭਣਾ ਪੈਣਾ। ਕਿਤੇ ਹੀਰੇ ਲੱਭਣਾ ਚੱਲ ਜਿਓ, ਹੀਰੇ ਤੇ ਹੈ ਹੀ ਨਹੀਂ ਅੰਦਰ। ਅੰਦਰ ਕਿਹੜੀ ਡਾਇਮੰਡ ਮਾਈਨ ਹੈਗੀ ਆ ਤੇ ਹੀਰੇ ਲੱਭਣੇ ਆ। ਹੀਰੇ ਤੋਂ ਭਾਵ ਚੰਗੇ ਗੁਣ, ਠੀਕ ਹੈ ਜੀ, ਉਹਨਾਂ ਨੂੰ ਹੀ ਬਾਣੀ ਦੇ ਵਿੱਚ ਹੀਰੇ ਕਿਹਾ ਗਿਆ, ਰਤਨ ਕਿਹਾ ਗਿਆ। ਇਹ ਪੱਥਰ ਨੂੰ ਰਤਨ ਨਹੀਂ ਕਹਿੰਦੇ ਹੋ, ਠੀਕ ਹੈ ਜੀ। ਅੱਗੇ ਜਲਦੀ। ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ, ਇੱਕੋ ਓਤ ਪੋਤ। ਲਓ ਫਿਰ ਕੀ ਹੋ ਜਾਏਗਾ? ਆਪਣੀ ਆਤਮ ਦਰਸ਼ਨ ਹੋ ਜਾਣਗੇ ਤੇ ਸਾਰੀ ਜਗ੍ਹਾ ਤੇ ਮਾਲਕ ਪਰਮਾਤਮਾ ਉਹੀ ਜੋਤ ਰਵੀ ਹੋਈ ਨਜ਼ਰ ਆਊਗੀ ਭਾਈ। ਹਰ ਪਾਸੇ ਓਤ ਪੋਤ ਆ ਪਰਮਾਤਮਾ। ਪਰਮਾਤਮਾ ਦੇ ਅੰਦਰ ਹੀ ਹੈ ਸਾਰਾ ਕੁਛ, ਆਪਣਾ ਪਰਮਾਤਮਾ ਹੀ ਹੈਗਾ, ਹੋਰ ਕੁਛ ਹੈ ਹੀ ਨਹੀਂ ਹੈ। ਹਾਂਜੀ ਵੀਰ। ਹਾਂ, ਜਦੋਂ ਤੇਰੇ ਅੰਦਰ ਚੰਗਿਆਈ ਪੈਦਾ ਹੋ ਗਈ, ਧਰਮ ਤੇਰੇ ਜੀਵਨ ਚ ਆ ਗਿਆ, ਤੇ ਫਿਰ ਤੇ ਬ੍ਰਾਹਮੀ ਆ। ਪਰ ਜਿੰਨਾ ਚਿਰ ਤੱਕ ਤੇਰੇ ਜੀਵਨ ਚ ਧਰਮ ਨਹੀਂ ਆ, ਫਿਰ ਬ੍ਰਹਮ ਨਹੀਂ ਉੱਥੇ ਹੈਗਾ, ਫਿਰ ਤੇ ਮਾਇਆ ਹੀ ਉੱਥੇ ਆ। ਬਿਲਕੁਲ। ਫਿਰ ਇਹ ਪਛਾਣ ਜਿਹੜੀ ਹੋਣੀ ਆ, ਇਹ ਉਦੋਂ ਤੈਨੂੰ ਹੋਣੀ ਆ ਜਦੋਂ ਤੇਰੇ ਜੀਵਨ ਚ ਧਰਮ ਆ ਗਿਆ। ਆਪਣੇ ਦਾ ਤੇ ਪਰਾਏ ਦਾ ਤੈਨੂੰ ਭੇਦ ਦਾ ਪਤਾ ਲੱਗ ਗਿਆ ਕਿ ਕਿਹੜੀ ਚੀਜ਼ ਮੇਰੀ ਹੈ ਤੇ ਕਿਹੜੀ ਚੀਜ਼ ਮੇਰੀ ਨਹੀਂ ਹੈ। ਬੇਸ਼ੱਕ ਕੋਈ ਨਹੀਂ ਵਹਿੰਦਾ ਪਿਆ, ਪਰ ਪ੍ਰਮਾਤਮਾ ਵਹਿੰਦਾ ਪਿਆ। ਪੰਗਾ ਤੇ ਉੱਥੇ। ਤੇ ਔਰ ਪ੍ਰਮਾਤਮਾ ਇਸੇ ਚੀਜ਼ ਤੇ ਬੈਠਾ ਹੈ ਕਿ ਕਦ ਤੂੰ ਇਹ ਖਿਡੌਣੇ ਛੱਡੇ ਤੇ ਤੈਨੂੰ ਵਧੀਆ ਚੀਜ਼ ਦੇ ਦਈਏ। ਬਿਲਕੁਲ ਬਿਲਕੁਲ। ਜਦ ਆਪਾਂ ਲੈਣਾ ਹੀ ਨਹੀਂ ਚਾਹੁੰਦੇ ਗੁਰਕੀ ਸਾਹਿਬ, ਆਪਾਂ ਤਾਂ ਖੁਸ਼ ਹੈਗੇ ਆ। ਆਪਾਂ ਤਾਂ ਭਗਾ ਕੇ ਪਰੇ ਮਾਰਦੇ ਆ ਜੇ ਵਧੀਆ ਦਿੰਦਾ ਹੈ ਕੋਈ ਤੇ। ਉਹ ਤੇ ਰੌਲਾ ਪੈ ਜਾਂਦਾ ਨਜਰ ਸਾਹਿਬ। ਉਹ ਕਿਤਾ ਫੌਜੀ ਸੀ ਤੇ ਉਹ ਕਹਿੰਦਾ ਸੀ ਕਿ ਮਤਲਬ ਉਹ ਕੁੜੀ ਨੌਕਰੀ ਕਰਦੀ ਸੀ, ਕਿਤੇ ਜੋਬ ਕਰਦੀ ਸੀ, ਤੇ ਉਹ ਕਹਿੰਦੀ ਕਿ ਮਤਲਬ ਕੁੜੀ ਕੀ ਕੰਮ ਕਰਦੀ? ਕਹਿੰਦੇ ਏਦਾਂ ਜੀ ਜੋਬ ਕਰਦੀ ਹੈ ਤੇ ਫਲਾਨੀ ਜਗ੍ਹਾ ਤੇ। ਕਹਿੰਦੇ ਉੱਤੋਂ ਕੀ ਕਮਾਈ ਹੁੰਦੀ ਆ? ਉਹ ਕਹਿੰਦੇ ਉੱਤੋਂ 10,000 ਰੁਪਏ ਤੋਂ ਵੀ ਆ ਜਾਂਦਾ। ਤੇ ਉਹ ਫੌਜੀ ਨੂੰ ਪੁੱਛਦੇ ਕਿ ਤੁਹਾਡੀ ਤਨਖਾਹ ਕਿੰਨੀ ਹੈ? ਉਹ ਕਹਿੰਦੇ 40,000 ਰੁਪਇਆ। ਤੇ ਉਹ ਕਹਿੰਦੇ ਉੱਤੋਂ ਕੀ ਆਉਂਦਾ? ਕਹਿੰਦੇ ਉੱਤੋਂ ਤੇ ਬੰਬ ਹੀ ਆਉਂਦੇ ਆ। ਕਿ ਆਪਣਾ ਉਦਲੀ ਕਮਾਈ ਦੇ ਚੱਕਰਾਂ ਚ ਨਾ ਪਈਏ
ਉਹ ਕਹਿੰਦੇ ਆ ਕਿ ਇੱਥੇ ਜੀਵਨ ਜਿਹੜਾ ਹੈਗਾ ਇਹਨੂੰ ਧਰਮ ਦੇ ਵਿੱਚ ਲੈ ਕੇ ਆਈਏ ਔਰ ਇਹ ਨਾਮ ਰੂਪੀ ਜਿਹੜੇ ਰਤਨ ਆ ਉਹਨੂੰ ਇਕੱਠਾ ਕਰਨੀ ਹੈ। ਜਿੰਨੀ ਤੁਸੀਂ ਭਗਤੀ ਕਰ ਲੋਗੇ, ਕਿਉਂਕਿ ਦੇਖੋ ਜਿੰਨਾ ਕਾਰਨ ਸਰੀਰ ਤੁਹਾਡਾ ਗੰਦਾ ਹੈ ਨਾ, ਤੁਹਾਨੂੰ ਓਨੀ ਮਿਹਨਤ ਕਰਨੀ ਪੈਣੀ। ਔਰ ਜਿਵੇਂ ਜਿਵੇਂ ਤੁਹਾਡਾ ਕਾਰਨ ਸਰੀਰ ਜਿਹੜਾ ਉਹਦੀ ਮਲੀਨਤਾ ਘਟ ਗਈ, ਉਹਦੀ ਕੀ ਨਿਸ਼ਾਨੀ ਆ? ਤੁਹਾਡੇ ਅੰਦਰ ਵਿਚਾਰ ਘਟ ਜਾਣੇ। ਕਿ ਉਹ ਧੂੰਆਂ ਕਿੱਥੋਂ ਨਿਕਲਦਾ ਪਿਆ? ਥੱਲੇ ਅੱਗ ਧੁਖਦੀ ਪਈ ਹੈ ਤਾਂ ਹੀ ਤਾਂ ਧੂੰਆਂ ਨਿਕਲਦਾ ਹੈ। ਧੂੰਆਂ ਕੀ ਹੈ? ਵਿਚਾਰ ਆ। ਵਿਚਾਰ ਹੀ ਤੁਹਾਡੇ ਕਾਰਨ ਸਰੀਰ ਦੀ ਇੱਕ ਗਵਾਹੀ ਦੇ ਰਹੇ ਨੇ ਕਿ ਅੰਦਰ ਕਿੰਨੀ ਕੁ ਮਲੀਨਤਾ। ਜੇ ਕਾਮ ਦੇ, ਕ੍ਰੋਧ ਦੇ, ਲੋਭ ਦੇ, ਮੋਹ ਦੇ, ਹੰਕਾਰ ਦੇ ਵਿਚਾਰ ਚੱਲਦੇ ਨੇ, ਇਹਦਾ ਮਤਲਬ ਕਿ ਇਹ ਲੱਕੜਾਂ ਅੰਦਰ ਤੁਹਾਡੇ ਹੈਗੀਆਂ ਜੀ। ਔਰ ਇਹਨਾਂ ਦੀ ਅੱਗ ਨਜ਼ਰ ਨਹੀਂ ਆਉਣੀ, ਇਹ ਧੁਖਦੀ ਹੈ ਜਿਵੇਂ ਪਾਥੀਆਂ ਦੀ ਅੱਗ ਹੁੰਦੀ ਹੈ, ਅੰਦਰ ਬੜੀ ਸੇਕ ਹੁੰਦਾ ਹੈ, ਅੰਦਰ ਪੂਰਾ ਸਾੜੀ ਜਾਂਦੀ ਹੈ ਉਹ। ਹਾਂਜੀ ਵੀਰ ਅੰਦਰ ਬੜਾ ਪਰੇਸ਼ਾਨ ਹੈ ਇਨਸਾਨ, ਪਰ ਉਹ ਬਾਹਰੋਂ ਵਿਚਾਰੇ ਨੂੰ ਪਤਾ ਨਹੀਂ ਲੱਗਦਾ ਕਿ ਇਹ ਕੀ ਕਰ ਰਿਹਾ ਮੈਂ। ਉਹ ਰਿਮੋਟ ਦਾ ਸੁੱਚ ਨੱਪਦੇ ਤੇ ਆਪਾਂ ਤੁਰੇ ਫਿਰਦੇ ਹਾਂ। ਅਗਲੀ ਤੁਕ ਬੋਲੋ ਨਿੱਜਰ ਸਾਹਿਬ। ਇੱਕ ਦੇਖਿਆ, ਇੱਕ ਮੰਨਿਆ, ਇੱਕੋ ਸੁਣਿਆ ਸਰਵਣ ਸਰੋਤ। ਬਸ ਫਿਰ ਜਿਹੜਾ ਹੈਗਾ ਸਾਰਾ ਕੁਛ ਜਿਹੜਾ ਹੈਗਾ, ਇੰਦਰੀਆਂ ਸਾਰੀਆਂ ਸ਼ਾਂਤ ਹੋ ਜਾਂਦੀਆਂ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਸਭ ਮਨ ਵੀ ਸ਼ਾਂਤ। ਸਾਰਾ ਇੱਕ ਚਾਰ ਚੁਫੇਰੇ ਇੱਕੋ ਹੀ ਪਰਮਾਤਮਾ ਨਜ਼ਰ ਆਉਂਦਾ ਹੈ ਭਾਈ ਹਰੇਕ ਦੇ ਵਿੱਚ। ਜਾਂ ਨਾਨਕ ਨਾਮ ਸਲਾਹ ਤੋਂ ਸੱਚ ਸੱਚੇ ਸੇਵਾ ਤੇਰੀ ਹੋਤ। ਇਸ ਕਰਕੇ ਪਿਆਰਿਆ ਮੇਰੇ ਮਨਾਂ ਤੇ ਇਹ ਕਾਰਵਾਈ ਸ਼ੁਰੂ ਕਰ ਦੇ। ਇਹ ਸੱਚ ਦੀ ਮਾਲਕ ਪਰਮਾਤਮਾ ਨੇ ਇਸੇ ਸੇਵਾ ਵਾਸਤੇ ਇਹੀ ਧਰਮ ਹੈਗਾ। ਇਸੇ ਦੇ ਨਾਲ ਉਹ ਮਾਲਕ ਜਿਹੜਾ ਹੈ, ਜਿਹਦਾ ਰੂਪ ਰੇਖ ਰੰਗ ਨਹੀਂ ਆ, ਆਹੀ ਉਹਦੀ ਸੇਵਾ ਆ ਪਿਆਰਿਆ। ਇਸ ਤਰ੍ਹਾਂ ਉਹਦੀ ਸੇਵਾ ਹੋ ਸਕਦੀ ਹੈ ਔਰ ਤੇਰਾ ਕਲਿਆਣ ਹੋ ਸਕਦਾ ਹੈ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਆ ਕਿ ਜੇਕਰ ਤੂੰ, ਜਦੋਂ ਤੈਨੂੰ ਉਹ ਇੱਕ ਹੀ ਦਿਖਾਈ ਦੇਣ ਡਿਆ ਪਿਆ ਅੰਦਰ ਬਾਹਰ, ਤੇ ਸਮਝ ਲਾ ਕਿ ਉਹੀ ਜੀਵਨ ਦੀ ਪ੍ਰਾਪਤੀ ਹੈ। ਕਿਉਂਕਿ ਜਦ ਤੱਕ ਤੈਨੂੰ ਇੱਕ ਨਹੀਂ ਨਾ ਦਿਖਾਈ ਦਿੰਦਾ, ਗੱਲ ਨਹੀਂ ਬਣੇਗੀ। ਉਹ ਪ੍ਰਮਾਤਮਾ ਹੀ ਇੱਕ ਹੈ। ਐ ਨਾ ਸੋਚ ਕੇ ਤੂੰ ਚਰਨਜੀਤ ਨੂੰ ਜਾਂ ਨਿੱਜਰ ਸਾਹਿਬ ਨੂੰ ਬੇਵਕੂਫ ਬਣਾਉਂਦੇ ਆ। ਅਸਲ ਚ ਇਹ ਚਰਨਜੀਤ ਤੇ ਨਿੱਜਰ ਸਿੰਘ ਸਾਹਿਬ ਦੀ ਤਾਂ ਗੇਮ ਹੀ ਨਹੀਂ ਹੈਗੀ। ਬਿਲਕੁਲ ਇਹ ਬ੍ਰਹਮ ਦੀ ਗੇਮ ਹੈ। ਔਰ ਬ੍ਰਹਮ ਦੇ ਵੇਖਣ ਦੇ ਕਿ ਤੇਰੀਆਂ ਹਰਕਤਾਂ। ਔਰ ਇਹ ਬਾਣੀ ਕਹਿੰਦੀ ਆ ਕਿ ਇਹ ਜਿਹੜੇ ਪੰਗੇ ਮੈਂ ਪਹਿਲਾਂ ਵੀ ਕਈ ਵਾਰੀ ਲੈ ਚੁੱਕਿਆ, ਮੈਂ ਨਹੀਂ ਹੁਣ ਲੈਣਾ ਏਦਾਂ ਦਾ ਪੰਗਾ। ਕਿਉਂਕਿ ਉਹ ਇੱਕ ਅਲੱਗ ਮੈਟਰ ਆ। ਉਹ ਮੇਰੀ ਜ਼ਿੰਦਗੀ ਦਾ ਮਕਸਦ ਨਹੀਂ। ਮੇਰੀ ਜ਼ਰੂਰਤਾਂ ਹੈਗੀਆਂ, ਠੀਕ ਹੈ, ਜ਼ਰੂਰਤਾਂ ਪੂਰੀਆਂ ਕਰਾਂਗੇ। ਬਾਕੀ ਜੇਕਰ ਸੋਚੋਗੇ ਨਾ ਕਿ ਉਹ ਗੇਮ ਨਹੀਂ ਮੈਂ ਬਣਾਉਣੀ। ਠੀਕ ਹੈ ਜੀ, ਅੱਜ ਦੇ ਵਿਚਾਰੇ ਸਮਾਪਤ ਨੇ ਜੋ ਸਾਹਿਬ। ਬਹੁਤ ਵਧੀਆ ਜੀ, ਅੱਜ ਤਾਂ ਕਮਾਲ ਹੈ ਗੁਰੂ ਸਾਹਿਬ। ਜੇ ਸੰਗਤ ਜਿਹੜੀ ਹੈਗੀ ਅੱਜ ਜਿਹੜਾ ਹੈਗਾ ਇਹਨੂੰ ਚੰਗੀ ਤਰ੍ਹਾਂ ਜਿਹੜੇ ਹੈਗੇ ਸੁਣ ਲੈਣਗੇ, ਬਹੁਤ ਫਾਇਦਾ ਹੋ ਜਾਏਗਾ। ਹਾਂਜੀ ਵੀਰ ਜੀ। ਹਾਂ ਚਲੋ ਜੀ, ਬਹੁਤ ਵਧੀਆ ਜੀ। ਥੋੜਾ ਤੁਹਾਡਾ ਸੰਗਤ ਜੀ ਜ਼ਿਆਦਾ ਟਾਈਮ ਲੈ ਲਿਆ। ਕਿੰਨੇ ਮਿੰਟ? 20 ਮਿੰਟ ਉੱਪਰ। ਡਾਕਟਰ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ। ਇੱਕ ਅਰਦਾਸ ਕਰਨੀ ਹੈ ਡਾਕਟਰ ਸਾਹਿਬ। ਹਾਂਜੀ ਦੱਸੋ ਸਰ, ਕਿਹਨਾਂ ਦੀ ਕਰਨੀ? ਬੇਟੇ ਦਾ ਤੇ ਮੇਰੀ ਉਹਦੀ ਘਰ ਵਾਲੀ ਆਪਸ ਮਾੜਾ ਮੋਟਾ ਮਨ ਮੁਟਾਵਾ ਜਿਹੜਾ, ਉਹਦੀ ਕਿਰਪਾ ਕਰ ਦਿਓਗੇ ਜੀ। ਗਲਤੀਆਂ ਦੂਰ ਹੋ ਜਾਣ। ਚਲੋ ਕੋਈ ਨੀ, ਪ੍ਰਮਾਤਮਾ ਕੋ ਮੰਗਦੇ ਆ ਜੀ, ਹਰ ਚੀਜ਼ ਦਿੰਦਾ ਜੀ ਉਹ। ਅਰਦਾਸ ਕਰ ਦਿਓ। ਤੁਹਾਡੇ ਮਤਲਬ ਫੈਮਿਲੀ ਚ ਮਿਸਅੰਡਰਸਟੈਂਡਿੰਗ ਹੈ? ਹਾਂ, ਬੱਚਿਆਂ ਦੀ ਆਪਸ ਮਾੜੀ ਮੋਟੀ ਮਨ ਮੁਟਾਵਾ ਜੀ। ਤੁਹਾਡਾ ਬੇਟਾ ਤੇ ਨੂੰਹ ਦਾ ਜੀ, ਉਹਨਾਂ ਦਾ ਆਪਸ ਚ ਆਪਸ ਵਿੱਚ? ਹਾਂਜੀ ਹਾਂਜੀ। ਅੱਛਾ ਠੀਕ ਹੈ ਜੀ, ਠੀਕ ਹੈ, ਕੋਈ ਨੀ, ਫਿਕਰ ਨਾ ਕਰੋ, ਹੋ ਜਾਏਗਾ ਮਸਲਾ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ਼ ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ। ਦੁੱਖ ਕਲੇਸ਼ ਦਾ ਨਾਸ਼ ਕਰਨਾ। ਨਾਮਦਾਨ ਬਖਸ਼ਣਾ। ਮੇਰੇ ਮਾਲਿਕ, ਇਹ ਮੇਰੇ ਪਿਤਾ ਇੱਕ ਅਰਦਾਸ ਆਈ ਹੈ। ਨੇ ਬਜ਼ੁਰਗ ਆਪਣੇ ਪਰਿਵਾਰ ਦੇ ਘਰ ਵਿੱਚ ਸੁੱਖ ਸ਼ਾਂਤੀ ਲਈ ਅਰਦਾਸ ਕਰਾ ਰਹੇ ਨੇ। ਜਿੱਥੇ ਵੀ ਕੋਈ ਪ੍ਰੋਬਲਮ ਹੈ ਮੇਰੇ ਮਾਲਿਕ, ਆਪ ਉਸ ਸਮੱਸਿਆ ਦਾ ਹੱਲ ਕਰੋ। ਆਪ ਇਹਨਾਂ ਨੂੰ ਵਿਵੇਕ ਬੁੱਧੀ ਬਖਸ਼ੋ ਤਾਂ ਜੋ ਇੱਕ ਸਾਫ਼ ਸੁਥਰਾ ਜੀਵਨ ਬਤੀਤ ਕਰਨ ਔਰ ਜੀਵਨ ਦੇ ਵਿੱਚ ਜੋ ਮੁਸ਼ਕਲਾਂ ਹਨ ਉਹਨੂੰ ਸਿਆਣਪ ਦੇ ਨਾਲ ਹੱਲ ਕਰਕੇ ਆਪਣੇ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ 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 ਤਾਂ ਸੰਗੀਤ ਤੂੰ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।